ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮ ਤਾਕਾ ਭਾਗੀ। ਰਹਾਉ ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਾ ਕਾ ਕਹਿਆ ਦਰਗਹ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਂ ਕੋ ਸਦਾ ਸੁਖ ਹੋਏ। ਜਾ ਕਾ ਸਭ ਕਿਛ ਤਾਕਾ ਹੋਏ, ਨਾਨਕ ਤਾਕਾ ਸਦਾ ਸੁਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ, जुगो जुग अटल तखत चवर छतर सिंहासन के मालिक, बाणी के बोहित नाम के जहाज। दसां ही पातशाहियां जी दे पावन आत्मक स्वरूप, ज़ाहरा ज़हूर हाजरा हजूर सर्व कला भरपूर। साहिब सतगुरु श्री गुरु ग्रंथ साहिब सच्चे पातशाह महाराज साहिब जी की अपार किरपालता दयालता बख्शिश रहमत हो रही है, जो सानू सारिਆਂ ਨੂੰ ਚੋਜੀ ਪ੍ਰੀਤਮ, ਨੀਲੇ ਦੇ ਸ਼ਾਹ ਅਸਵਾਰ, ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ, ਕਲਗੀਧਰ ਪ੍ਰੀਤਮ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਮੁਬਾਰਕ ਚਰਨ ਕਮਲਾਂ ਵਿਖੇ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਨੇ ਹਾਜ਼ਰੀਆਂ ਬਖਸ਼ ਕਰਕੇ ਕਿਰਪਾਰਥ ਕਰਨਾ ਕੀਤਾ ਹੈ। ਵੱਡਿਆਂ ਭਾਗਾਂ ਵਾਲਿਆਂ ਨੇ, ਸਤਸੰਗੀ ਜਨਾਂ ਨੇ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ, ਗੁਰਬਾਣੀ ਦੇ ਕੀਰਤਨ ਨੂੰ, ਸ੍ਰੀ ਮੁਖਵਾਕ ਨੂੰ ਇਸੇ ਪ੍ਰਕਾਰ ਅਰਦਾਸ ਰਾਹੀਂ ਹਾਜ਼ਰੀਆਂ ਲਗਵਾ ਕਰਕੇ ਵਡਭਾਗੇ ਬਣਨੇ ਦਾ ਯਤਨ ਕੀਤਾ ਹੈ। ਹੁਣ ਸਮਾਂ ਹੈ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੇ ਦਾ। ਸਾਧ ਸੰਗਤ ਜੀ, ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਜੋ ਆਉਣ ਵਾਲਾ ਕੱਲ ਹੈ, ਆਉਣ ਵਾਲਾ ਕੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਪਹਿਲੇ ਪ੍ਰਕਾਸ਼ ਉਤਸਵ ਦਾ ਦਿਨ ਹੈ। ਜੋ ਕੱਲ ਆਉਣਾ ਹੈ ਨਾ, ਭਾਦਰੋਂ ਸੁਦੀ ਏਕਮ 1661 ਸੰਮਤ ਵਿਕਰਮੀ ਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ। ਤੇ ਹੈਡ ਗ੍ਰੰਥੀ ਪੰਥ ਦੀ ਮਾਇਨਾਜ ਸ਼ਖਸੀਅਤ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕਰਨਾ ਕੀਤਾ ਸੀ। ਸੋ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਇਹ ਵੱਡਾ ਭਾਰੀ ਪਰਉਪਕਾਰ ਸਰਬਤ ਲੋਕਾਈ ਦੇ ਉੱਪਰ ਕਰਨਾ ਕੀਤਾ ਹੈ, ਜੋ ਵੱਡਿਆ ਸਤਿਗੁਰਾਂ ਜੀ ਦੀ ਗੁਰਬਾਣੀ ਨੂੰ ਇੱਕ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਇਕੱਤਰ ਕਰਕੇ ਸਾਨੂੰ ਸਾਰਿਆਂ ਨੂੰ ਸ਼ਬਦ ਗੁਰੂ ਦੇ ਲੜ ਲਾਵਣਾ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਵਣਾ ਕੀਤਾ ਹੈ। ਸਾਧ ਸੰਗਤ ਜੀ, ਅੱਜ ਵੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਜਿਨ੍ਹਾਂ ਦੀ ਭੋਗ ਅਸੀਂ ਕੱਲ੍ਹ ਸਰਵਣ ਕਰਾਂਗੇ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਭੋਗ ਨਹੀਂ ਪੈਣੇ, ਇਸ ਕਰਕੇ ਜੋ ਕਥਾ ਵਿਚਾਰ ਹੈ 1.5 ਘੰਟੇ ਵਾਸਤੇ ਸਰਵਣ ਕਰਾਂਗੇ ਤੇ ਇਤਿਹਾਸ ਦੀ ਲੜੀ ਨੂੰ ਜਿੱਥੇ ਕੱਲ੍ਹ ਛੱਡਿਆ ਸੀ ਉਸ ਤੋਂ ਅੱਗੇ ਤੋਰਨ ਦਾ ਯਤਨ ਕਰੀਏ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਸੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਗੋਇੰਦਵਾਲ ਸਾਹਿਬ ਜਾਂਦੇ ਨੇ, ਬਾਬਾ ਮੋਹਨ ਜੀ ਦੇ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਦੇ ਨੇ। ਇਸੇ ਪ੍ਰਕਾਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਪੁੱਤਰ ਬਾਬਾ ਮੋਹਰੀ ਜੀ ਦੇ ਸਪੁੱਤਰ ਬਾਬਾ ਆਨੰਦ ਜੀ ਤੇ ਬਾਬਾ ਆਨੰਦ ਜੀ ਦੇ ਸਪੁੱਤਰ ਨੇ ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਰਾਮਕਲੀ ਸਾਧੂ ਉਚਾਰਨਾ ਕੀਤਾ ਤੇ ਸਤਿਗੁਰੂ ਜੀ ਇਹ ਵੀ ਗੁਰਬਾਣੀ ਲੈ ਕਰਕੇ ਆਏ ਨੇ। ਦਾਸ ਖਿਮਾ ਪ੍ਰਾਰਥੀ ਹੈ, ਕੱਲ ਦੀ ਕਥਾ ਵਿੱਚ ਇਹ ਕਹਿ ਹੋ ਗਿਆ ਸੀ ਕਿ ਰਾਮਕਲੀ ਸਦ ਬਾਬਾ ਆਨੰਦ ਜੀ ਦੀ ਬਾਣੀ ਹੈ। ਸੋ ਬੇਨਤੀ ਕਰਾਂ, ਬਾਬਾ ਆਨੰਦ ਜੀ ਦੇ ਸਪੁੱਤਰ ਬਾਬਾ ਸੁੰਦਰ ਜੀ, ਉਹਨਾਂ ਨੇ ਇਹ ਰਾਮਕਲੀ ਰਾਗ ਦੇ ਅੰਦਰ ਸਾਧੂ ਉਚਾਰਨਾ ਕੀਤਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਪ੍ਰਵਚਨ ਕਰਨਾ ਕੀਤਾ ਸੀ, ਇਹ ਬਾਬਾ ਸੁੰਦਰ ਜੀ, ਸਾਰੇ ਕੌਤਕ ਨੂੰ ਤੁਸੀਂ ਅੱਖਾਂ ਦੇ ਨਾਲ ਤੱਕਿਆ ਹੈ, ਜਿਵੇਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਪਿਤਾ ਸਤਿਗੁਰੂ ਹਜ਼ੂਰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਤਖਤ ਦੇ ਉੱਪਰ ਸ਼ੋਭਨੀਕ ਕੀਤਾ, ਉਸ ਸਾਰੇ ਬਿਰਤਾਂਤ ਨੂੰ ਸਾਨੂੰ ਸੁਣਾਵਣਾ ਕਰੋ। ਤੇ ਬਾਬਾ ਮੋਹਰੀ ਜੀ ਦਾ ਸਪੁੱਤਰ ਬਾਬਾ ਆਨੰਦ ਜੀ ਤੇ ਬਾਬਾ ਆਨੰਦ ਜੀ ਦੇ ਸਪੁੱਤਰ ਬਾਬਾ ਸੁੰਦਰ ਜੀ ਨੇ, ਸੋ ਉਹਨਾਂ ਨੇ ਰਾਮਕਲੀ ਸਦ ਜੋ ਹੈ ਉਹ ਉਚਾਰਨਾ ਕੀਤਾ ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਸੀ। ਆਪ ਜੀ ਦੀ ਬਾਣੀ ਬੜੀ ਸੁੰਦਰ ਹੈ, ਇਸ ਨੂੰ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਅਸੀਂ ਸ਼ਾਮਲ ਕਰਾਂਗੇ, ਲਿਖਣਾ ਕਰਾਂਗੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਮਸਰ ਸਾਹਿਬ ਸਰੋਵਰ ਦੀ ਆਪ ਜੀ ਨੇ ਸੇਵਾ ਕਰਵਾਈ ਹੈ, ਕਾਰ ਸੇਵਾ ਕਰਵਾਈ ਹੈ, ਇੱਕ ਪਹਿਰ ਦੇ ਵਿੱਚ ਸਰੋਵਰ ਤਿਆਰ ਕਰਵਾ ਲਿਆ। ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਹੈ, ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੁਝ ਦੂਰੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦਗੰਜ ਦਾ ਸਥਾਨ ਹੈ, ਜਿਸ ਨੂੰ ਬਾਬੇ ਸ਼ਹੀਦਾਂ ਕਿਹਾ ਜਾਂਦਾ ਹੈ, ਉਸ ਦੇ ਨੇੜੇ ਹੀ ਇਹ ਪਾਵਨ ਅਸਥਾਨ ਹੈ। ਸੋ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੰਬੂ ਲਗਵਾਏ ਨੇ ਤੇ ਪਾਵਨ ਗੁਰਬਾਣੀ ਦੀ ਰਚਨਾ ਪ੍ਰਾਰੰਭ ਕਰਨ ਲੱਗੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾਇਆ ਹੈ। ਸੂਖਸ਼ਮ ਸ਼ਬਦਾਂ ਦੇ ਅੰਦਰ ਬੇਨਤੀਆਂ ਕਰਾਂ ਕਿਉਂਕਿ ਇਤਿਹਾਸ ਬਹੁਤ ਵਿਸ਼ਾਲ ਹੈ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤ ਵੇਲੇ ਤੋਂ 1.5 ਪਹਿਰ ਤੱਕ ਗੁਰਬਾਣੀ ਲਿਖਵਾਉਂਦੇ ਨੇ। ਪਹਿਲਾ ਪਹਿਰ ਜੋ ਹੈ ਉਹ 6 ਵਜੇ ਤੋਂ 9 ਵਜੇ ਤੱਕ ਦਾ ਹੁੰਦਾ ਹੈ ਤੇ ਜਿਹੜਾ ਅਗਲਾ ਅੱਧਾ ਪਹਿਰਾ ਹੈ ਉਹ 9 ਵਜੇ ਤੋਂ 10:30 ਵਜੇ ਤੱਕ ਹੁੰਦਾ ਹੈ। ਕਹਿਣ ਤੋਂ ਭਾਵ ਸਵੇਰੇ ਸਤਿਗੁਰੂ ਜੀ ਸਮਾਧੀ ਤੋਂ ਉਥਾਨ ਹੋ ਕਰਕੇ ਨਿਤਨੇਮ ਦੀ ਮਰਿਆਦਾ ਪੂਰੀ ਕਰਕੇ ਉਪਰੰਤ 6 ਵਜੇ ਤੋਂ ਲੈ ਕਰਕੇ ਤੇ 10:30 ਵਜੇ ਤੱਕ ਗੁਰਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਉਂਦੇ ਨੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹੁਕਮ ਨੂੰ ਕਰਕੇ ਮਹਾਰਾਜ ਸਾਹਿਬ ਜੀ ਦਾ ਆਦਿ ਭਾਈ ਗੁਰਦਾਸ ਸਾਹਿਬ ਜੀ ਨੇ ਸੁਧਾ ਦਿਆ ਹੈ। ਬੜੀ ਕੀਮਤ ਅਤੇ ਅਮੋਲਕ ਸਿਆਹੀ ਕੀਮਤ ਵਾਲੀ ਭਾਈ ਗੁਰਦਾਸ ਸਾਹਿਬ ਜੀ ਨੇ ਤਿਆਰ ਕੀਤੀ ਹੈ ਤੇ ਸਤਿਗੁਰਾਂ ਦਾ ਹੁਕਮ ਪਾ ਕਰਕੇ ਸੋਹਣੀ ਚੌਕੀ ਦੇ ਉੱਪਰ ਕਾਗਜ਼ ਰੱਖ ਕਰਕੇ ਲਿਖਣਾ ਪ੍ਰਾਰੰਭ ਕੀਤਾ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਕਹਿਣ ਤੋਂ ਭਾਵ ਜਪਜੀ ਸਾਹਿਬ ਜੀ ਤੋਂ ਗੁਰਬਾਣੀ ਦੀ ਪ੍ਰਾਰੰਭਤਾ ਹੋਈ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਪ ਨਿਸ਼ਾਨ ਦਾ ਨਾਮ ਦਿੱਤਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸੇ ਪ੍ਰਕਾਰ ਰਹਿਰਾਸ ਸਾਹਿਬ ਜੀ ਦੇ ਸ਼ਬਦ ਲਿਖਵਾਏ ਨੇ, ਉਪਰੰਤ ਕੀਰਤਨ ਸੋਹਿਲਾ ਲਿਖਵਾਇਆ ਹੈ। ਸ੍ਰੀ ਰਾਗ ਦੀ ਪ੍ਰਾਰੰਭਤਾ ਹੋਈ ਹੈ ਤੇ ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਲਿਖੀ ਗਈ, ਆਦਿ ਗੁਰੂਆਂ ਦੀ ਗੁਰਬਾਣੀ ਲਿਖੀ ਗਈ, ਸਤਿਗੁਰੂ ਜੀ ਨੇ ਆਪਣੀ ਗੁਰਬਾਣੀ ਲਿਖੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਜਿਹੜੇ ਭਗਤ ਜਨ ਹਨ ਆ ਕਰਕੇ ਪ੍ਰਗਟ ਹੋਏ ਨੇ। ਸਦਨਾ ਵਿਚਾਰ ਕੇ ਉਚਾਰ ਕੇ ਕਬੀਰ, ਰਵਿਦਾਸ ਸੈਣ ਭੀਖਣ ਤਿਰਲੋਚਨ ਨਿਹਾਰਿਓ, ਜੈ ਦੇਵ ਸੁਖਿਆਲ ਧੰਨਾ ਭਗਤ ਵਿਸਾਲ,
ਨਾਮਦੇਵ ਔ ਫਰੀਦ ਰਾਮਾਨੰਦ ਜੂ ਨਿਹਾਰਿਓ। ਮਨ ਕੀਨੋ ਹੈ ਪਤੰਗ ਬੇਣੀ ਭਗਤ ਉਤੰਗ, ਸੂਰਦਾਸ ਕਾ ਪ੍ਰਸੰਗ ਸਭ ਜਗਤ ਉਜਾਰਿਓ। ਪੀਪਾ ਰਾਜ ਤਿਆਗ ਪਰਮਾਨੰਦ ਜਗੇ ਭਾਗ, ਹਰੀ ਪੂਰਨ ਵਿਰਾਗ ਗੁਰੂ ਗ੍ਰੰਥ ਮੇ ਲਿਖਾਰਿਓ। ਸੋ ਇਹ ਜਿਹੜੇ ਸਾਰੇ 15 ਭਗਤ ਨੇ ਜਿਨ੍ਹਾਂ ਦੇ ਨਾਮ ਇਸ ਕਵਿਤਾ ਦੇ ਅੰਦਰ ਕਥਨ ਕੀਤੇ ਨੇ, ਸਿਰਮੌਰ ਜਿਨ੍ਹਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀ, ਸਾਰੇ ਹੀ ਭਗਤਾਂ ਦੇ ਸਹਿਤ ਆ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਪੁੱਜੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕਰਕੇ ਸ਼੍ਰੀ ਚਰਨਾਂ ਦੇ ਉੱਪਰ ਮਸਤਕ ਟੇਕ ਕਰਕੇ ਸਤਿਗੁਰੂ ਜੀ ਦਾ ਸੋ ਅਸ਼ਟਕ ਇਹਨਾਂ ਨੇ ਉਚਾਰਨਾ ਕੀਤਾ ਹੈ। ਕਹਿਣ ਤੋਂ ਭਾਵ ਜਸ ਉਚਾਰਿਆ ਹੈ 8 ਪੌੜੀਆਂ ਵਾਲੇ ਸ਼ਬਦ ਦੇ ਅੰਦਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸਤਤੀ ਕਰਕੇ ਚਰਨਾਂ ਨੂੰ ਸਪਰਸ਼ ਕਰਕੇ ਬੇਨਤੀ ਕਰਦੇ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਵਰੂਪ ਹੋ। ਵੱਡਿਆ ਚਾਰੇ ਹੀ ਸਤਿਗੁਰਾਂ ਦੀ ਜੋਤ ਆਪ ਜੀ ਦੇ ਹਿਰਦੇ ਦੇ ਅੰਦਰ ਪ੍ਰਗਟ ਹੈ। ਮਹਾਰਾਜ ਕਲਯੁਗ ਦੇ ਪਾਪਾਂ ਭਰੇ ਭਿਆਨਕ ਸਮੇਂ ਦੇ ਜੀਵਾਂ ਨੂੰ ਆਪ ਜੀ ਤਾਰਨ ਵਾਲੇ ਹੋ। ਅੰਮ੍ਰਿਤ ਬਾਣੀ ਦੁਆਰਾ, ਆਪਣੇ ਪ੍ਰਵਚਨਾਂ ਦੁਆਰਾ, ਦਰਸ਼ਨਾਂ ਦੁਆਰਾ ਆਪ ਜੀ ਸਭਨਾਂ ਦੇ ਉਧਾਰ ਕਰਤਾ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਵੀ ਆਪ ਜੀ ਦੇ ਦਰ ਤੇ ਕਿਰਤਾਰਥ ਹੋਣ ਵਾਸਤੇ ਆਏ ਹਾਂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰੇ ਭਗਤ ਜਨਾਂ ਦਾ ਜਥਾਯੋਗ ਆਦਰ ਕੀਤਾ ਹੈ, ਸਨਮਾਨ ਦਿੱਤਾ ਹੈ ਤੇ ਪੁੱਛਣਾ ਕੀਤਾ ਹੈ, ਭਾਈ ਆਪਣੇ ਆਉਣ ਦਾ ਮਨੋਰਥ ਜੋ ਹੈ ਕਥਨ ਕਰਨਾ ਕਰੋ। ਤੇ ਭਗਤ ਜਨਾਂ ਨੇ ਫਰਮਾਵਣਾ ਕੀਤਾ, ਜੀ ਆਪ ਜੀ ਵੱਡਿਆਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਲਿਖ ਰਹੇ ਹੋ। ਇਹ ਜੋ ਵੱਡਾ ਭਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਆਪ ਜੀ ਬਣਾ ਰਹੇ ਹੋ ਨਾ ਮਹਾਰਾਜ, ਇਹ ਜੁਗਾ ਜੁਗਾਂਤਰਾਂ ਤੱਕ ਲੋਕਾਈ ਦਾ ਮਾਰਗ ਦਰਸ਼ਕ ਹੋਵੇਗਾ। ਜਿੱਥੇ ਇਸ ਦੇ ਨਾਲ ਵਿਵਹਾਰਿਕ ਕਾਰਜ ਸਿੱਧ ਹੋਣਗੇ, ਪਰਮਾਰਥ ਦੀ ਵੀ ਸਿੱਧਤਾ ਹੋਵੇਗੀ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਅਸੀਂ ਇਸ ਕਾਰਜ ਦੀ ਸਿੱਧਤਾ ਵਾਸਤੇ ਦਰਸ਼ਨ ਕਰਨ ਵਾਸਤੇ ਆਏ ਹਾਂ। ਕਿਰਪਾ ਕਰਕੇ ਸਾਡੀ ਭਗਤ ਜਨਾਂ ਦੀ ਵਾਰਤਾ ਵੀ ਇਸ ਦੇ ਵਿੱਚ ਸੁਭਾਏਮਾਨ ਕਰ ਦਿਓ ਜੀ। ਜਿਵੇਂ ਸਾਡੇ ਨਾਲ ਅਕਾਲ ਪੁਰਖ ਜੀ ਦਾ ਸੰਵਾਦ ਹੋਇਆ, ਉਹ ਪ੍ਰੇਮ ਦੇ ਬਚਨ, ਜਿਵੇਂ ਸਾਡੇ ਤੇ ਪਰਚੇ ਪਏ, ਪਰਖਾਂ ਹੋਈਆਂ, ਵਾਹਿਗੁਰੂ ਜੀ ਨੇ ਹੱਥ ਦੇ ਕਰਕੇ ਸਾਨੂੰ ਬਚਾ ਲਿਆ, ਉਹ ਸਾਰੇ ਜਿਹੜੇ ਸਾਡੀ ਭਗਤ ਜਨਾਂ ਦੀ ਵਾਰਤਾ ਹੈ ਆਪ ਜੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਕਰੋ, ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਰਬਤ ਸੰਗਤਾਂ ਦਾ ਤੇ ਲੋਕਾਈ ਦਾ ਬਹੁਤਾ ਭਲਾ ਹੋ ਸਕੇ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਦੇਣਾ ਕੀਤਾ, ਭਾਈ ਅੰਮ੍ਰਿਤ ਬਾਣੀ ਨੂੰ ਆਪਣੇ ਮੁਖ ਦੇ ਵਿੱਚੋਂ ਉਚਾਰ ਕਰਕੇ ਆਪਣੀ ਵਾਰਤਾ, ਆਪਣੀ ਸਤਿਗੁਰੂ ਜੀ ਦੀ, ਵਾਹਿਗੁਰੂ ਜੀ ਦੇ ਪ੍ਰਥਾਏ ਜੋ ਪਿਆਰ ਗਾਥਾ ਹੈ ਉਹ ਆਪ ਲਿਖਵਾਵਣੀ ਕਰੋ। ਭਗਤ ਜਨ ਆਪਣੇ ਮੁਖ ਚੋਂ ਬੋਲ ਕਰਕੇ ਆਪਣੀ ਗੁਰਬਾਣੀ ਨੂੰ ਉਚਾਰਦੇ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਸ੍ਰੀ ਰਾਗ ਦੇ ਵਿੱਚ ਲਿਖਾਉਣ ਲੱਗੇ ਨੇ। ਜਿਸ ਵੇਲੇ ਸਤਿਗੁਰਾਂ ਦੀ ਬਾਣੀ ਲਿਖੀ ਗਈ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਗਤ ਕਬੀਰ ਸਾਹਿਬ ਜੀ ਦਾ ਨਾਮ ਲਿਆ। ਬਾਣੀ ਭਗਤ ਕਬੀਰ ਜੀ ਕੀ। ਭਾਈ ਗੁਰਦਾਸ ਸਾਹਿਬ ਜੀ ਕੁਝ ਹੈਰਾਨ, ਕੁਝ ਵਿਸਮਾਦ, ਕੁਝ ਅਚਰਜ ਹੋਏ ਨੇ। ਬੇਨਤੀ ਕੀਤੀ, ਗਰੀਬ ਨਿਵਾਜ ਵੱਡਿਆਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਆਪ ਜੀ ਦੇ ਪਾਸ ਮੌਜੂਦ ਨੇ। ਆਪ ਜੀ ਵੱਡਿਆਂ ਸਤਿਗੁਰਾਂ ਦੀ ਗੁਰਬਾਣੀ ਲਿਖਾਉਂਦੇ ਹੋ ਗਰੀਬ ਨਿਵਾਜ, ਸੁਭਾਗ ਆਪ ਜੀ ਦਾਸ ਨੂੰ ਸੇਵਾ ਬਖਸ਼ਦੇ ਹੋ। ਪਰ ਭਗਤ ਜਨਾਂ ਦੀਆਂ ਗੁਰਬਾਣੀ ਦੀਆਂ ਪੋਥੀਆਂ ਤੇ ਸਾਡੇ ਕੋਲ ਸਮਗਰ ਮੌਜੂਦ ਨਹੀਂ। ਫਿਰ ਆਪ ਜੀ ਇਹ ਭਗਤ ਜਨਾਂ ਦੀ ਬਾਣੀ ਕਿਵੇਂ ਲਿਖਵਾ ਰਹੇ ਹੋ ਜੀ? ਮੈਂ ਇਹ ਜਾਣਨਾ ਚਾਹੁੰਦਾ ਹਾਂ। ਕਿਰਪਾਲਤਾ ਕਰਕੇ ਗਰੀਬ ਨਿਵਾਜ ਹਿਰਦੇ ਦੇ ਸ਼ੰਕੇ ਦੀ ਨਿਵਰਤੀ ਕਰੋ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪ੍ਰਵਚਨ ਫਰਮਾਇਆ, ਭਾਈ ਗੁਰਦਾਸ ਜੀ, ਜਿਸ ਵਕਤ ਦੇ ਨਾਲ ਆਪ ਜੀ ਗੁਰਬਾਣੀ ਲਿਖਣ ਵਾਸਤੇ ਅੰਮ੍ਰਿਤ ਵੇਲੇ ਆਉਂਦੇ ਹੋ ਨਾ, ਕੱਲ ਨੂੰ 2 ਘੜੀਆਂ ਪਹਿਲਾਂ ਆ ਜਾਇਓ, ਤੁਹਾਨੂੰ ਪਤਾ ਲੱਗ ਜਾਵੇਗਾ। ਅਗਲੇ ਦਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੇ ਵਕਤ ਦੇ ਨਾਲੋਂ 2 ਘੜੀਆਂ ਪਹਿਲਾਂ ਆਏ ਤੇ ਕੀ ਤੱਕਦੇ ਨੇ? 15 ਹੀ ਭਗਤ ਜਿਨ੍ਹਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਪਾਸ ਐਵੇਂ ਬੈਠੇ ਨੇ ਜਿਵੇਂ ਚੰਦ ਦੇ ਚੌਗਿਰਦੇ ਤਾਰੇ ਪਏ ਟਹਿਕ ਰਹੇ ਹੁੰਦੇ ਨੇ। ਸਤਿਗੁਰੂ ਜੀ ਅੰਮ੍ਰਿਤ ਪ੍ਰਵਚਨ ਫਰਮਾ ਰਹੇ ਨੇ। ਉਹ ਭਗਤ ਜਨ ਆਪਣੀ ਗੁਰਬਾਣੀ ਉਚਾਰ ਕਰਕੇ ਸਤਿਗੁਰੂ ਜੀ ਨੂੰ ਸਰਵਣ ਕਰਵਾ ਰਹੇ ਨੇ। ਤੇ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਤਮਸਤਕ ਹੋ ਕਰਕੇ, ਸੀਸ ਝੁਕਾ ਕਰਕੇ ਸਾਰੇ ਭਗਤ ਜਨ ਚੱਲੇ ਨੇ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਕਾਹਲੀ ਦੇ ਨਾਲ ਦੌੜ ਕਰਕੇ ਭਗਤ ਜਨਾਂ ਦੇ ਅੱਗੇ ਹੋਏ ਤੇ ਸਾਰੇ ਭਗਤ ਜਨਾਂ ਨੂੰ ਅਦਬ ਦੇ ਨਾਲ ਨਮਸਕਾਰ ਕੀਤੀ ਹੈ। ਭਗਤ ਜਨਾਂ ਨੇ ਸਤਿਕਾਰ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ।
ਭਾਈ ਗੁਰਦਾਸ ਸਾਹਿਬ ਜੀ ਨੇ ਅਦਬ ਦੇ ਨਾਲ ਨਾਮ ਪੁੱਛੇ ਨੇ ਤੇ ਸਾਰੇ ਭਗਤ ਜਨਾਂ ਨੇ ਆਪਣੇ ਆਪਣੇ ਨਾਮ ਦੱਸਣਾ ਕੀਤੇ ਨੇ। ਫਿਰ ਆਗਿਆ ਲੈ ਕਰਕੇ ਚਲੇ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਚਰਨਾਂ ਦੇ ਵਿੱਚ ਹਾਜ਼ਰ ਹੋਏ, ਨਤਮਸਤਕ ਹੋਏ ਨੇ, ਨਮਸਕਾਰ ਕੀਤੀ ਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਣਾ ਕੀਤਾ, ਭਾਈ ਆਪ ਜੀ ਦੀ ਅਭਿਲਾਸ਼ਾ ਪੂਰਨ ਹੋਈ ਏ? ਕਹਿਣ ਲੱਗੇ, ਹਾਂ ਗਰੀਬ ਨਿਵਾਜ ਸਤਿਗੁਰੂ ਜੀ, ਮੈਨੂੰ ਖਿਮਾ ਬਖਸ਼ੋ। ਆਪ ਜੀ ਨੇ ਬਚਨ ਕੀਤਾ ਸੀ ਮੈਂ ਆਪ ਜੀ ਦੇ ਕੋਲ ਪਹੁੰਚਾ, ਪਰ ਮਹਾਰਾਜ ਮੈਂ ਤਾਂ ਬਾਹਰੋਂ ਹੀ ਖੜਾ ਹੋ ਕਰਕੇ ਦਰਸ਼ਨ ਕਰਦਾ ਰਿਹਾ, ਆਪ ਜੀ ਦੇ ਚਰਨਾਂ ਤੱਕ ਆਇਆ ਹੀ ਨਹੀਂ ਸੀ। ਸੋ ਕਿਰਪਾ ਕਰਕੇ ਖਿਮਾ ਪ੍ਰਾਰਥੀ ਹਾਂ, ਕਿਰਪਾ ਕਰਕੇ ਮੈਨੂੰ ਖਿਮਾ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਅਤਿਅੰਤ ਪ੍ਰਸੰਨ ਹੋਏ। ਭਾਈ ਗੁਰਦਾਸ ਜੀ, ਹਿਰਦੇ ਦੀ ਕੋਈ ਹੋਰ ਵੀ ਅਭਿਲਾਸ਼ਾ ਹੈ, ਕੋਈ ਇੱਛਾ ਮਨੋਕਾਮਨਾ ਹੈ ਤੇ ਉਹ ਵੀ ਪ੍ਰਗਟ ਕਰੋ। ਤੇ ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕਰਨੀ ਕੀਤੀ, ਗਰੀਬ ਨਿਵਾਜ ਕਿਰਪਾਲਤਾ ਕਰੋ। ਜਿਵੇਂ ਭਗਤ ਜਨ ਆਪ ਜੀ ਦੇ ਕੋਲ ਆਉਂਦੇ ਨੇ, ਆਪ ਜੀ ਦੇ ਦਰਸ਼ਨ ਕਰਦੇ ਨੇ, ਮਹਾਰਾਜ ਚਰਨਾਂ ਨੂੰ ਵੀ ਸਪਰਸ਼ ਕਰਦੇ ਨੇ, ਮਹਾਰਾਜ ਮੈਨੂੰ ਵੀ ਇਹਨਾਂ ਭਗਤ ਜਨਾਂ ਦੇ ਦਰਸ਼ਨ ਹੋਇਆ ਕਰਨ, ਮੈਂ ਵੀ ਇਹਨਾਂ ਨੂੰ ਸਪਰਸ਼ ਕਰ ਸਕਾਂ, ਮੈਂ ਵੀ ਇਹਨਾਂ ਦੇ ਨਾਲ ਬਚਨ ਕਰ ਸਕਾਂ ਤੇ ਸਰਵਣ ਕਰ ਸਕਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਥਾ ਅਸਤੂ ਦਾ ਬਚਨ ਕਰਨਾ ਕੀਤਾ ਹੈ। ਆਪ ਜੀ ਨੂੰ ਵੀ ਭਗਤ ਜਨਾਂ ਦੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ, ਤੁਸੀਂ ਵੀ ਸਪਰਸ਼ ਕਰ ਸਕੋਗੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਭਗਤ ਜਨਾਂ ਦੀ ਗੁਰਬਾਣੀ ਜੋ ਹੈ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਅੰਦਰ ਸੁਭਾਇਮਾਨ ਕੀਤੀ ਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮਨ ਦਾ ਸ਼ੰਕਾ ਵੀ ਨਿਵਰਤ ਕੀਤਾ। ਇਸੇ ਪ੍ਰਕਾਰ ਸਾਧ ਸੰਗਤ ਜੀ ਕ੍ਰਮਵਾਰ ਗੁਰਬਾਣੀ ਲਿਖਦੇ ਆ ਰਹੇ ਨੇ। ਜਦੋਂ ਰਾਮਕਲੀ ਰਾਗ ਦੇ ਵਿੱਚ ਗੁਰਬਾਣੀ ਲਿਖੀ ਜਾ ਰਹੀ ਹੈ ਤੇ ਇੱਥੇ ਸੱਤੇ ਬਲਵੰਡੇ ਜੀ ਦਾ ਜਿਹੜਾ ਪ੍ਰਸੰਗ ਹੈ ਉਹ ਜ਼ਿਕਰਯੋਗ ਹੈ। ਸੱਤਾ ਅਤੇ ਬਲਵੰਡ ਦੋਵੇਂ ਭਰਾ ਸਨ, ਕੀਰਤਨ ਕਰਿਆ ਕਰਦੇ, ਰਾਗ ਵਿਦਿਆ ਬਹੁਤ ਆਉਂਦੀ ਏ, ਪਰ ਦੁਨੀਆ ਦੇ ਵਿੱਚ ਇਹਨਾਂ ਦੀ ਵਿਦਿਆ ਦਾ ਮੁੱਲ ਨਹੀਂ ਪਿਆ। ਭਾਈ ਸੱਤਾ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ ਨੇ, ਬਲਵੰਡ ਜੀ ਹੋਰ ਰਾਜਾਂ ਦੇ ਵਿੱਚ ਬੜਾ ਵਿਚਰਦੇ ਰਹੇ, ਕਿਸੇ ਰਾਜੇ ਦੇ ਪਾਸ, ਕਿਸੇ ਧਨਾੜ ਦੇ ਪਾਸ ਮੇਰੀ ਵਿਦਿਆ ਦਾ ਮੁੱਲ ਪੈ ਜਾਵੇ, ਪਰ ਕਿਧਰੇ ਵੀ ਕੋਈ ਕਿਸੇ ਪ੍ਰਕਾਰ ਅਵਸਰ ਹੱਥ ਨਾ ਆਇਆ। ਨਿਰਾਸ਼ ਹੋ ਕਰਕੇ ਵਾਪਸ ਘਰ ਮੁੜ ਆਏ ਨੇ। ਘਰ ਦੇ ਅੰਦਰ ਬੜਾ ਗਰੀਬੀ ਦਾ ਆਲਮ ਹੈ, ਆਰਥਿਕ ਸਥਿਤੀ ਜਿਹੜੀ ਹੈ ਬੜੀ ਕਮਜ਼ੋਰ ਹੈ। ਤੇ ਭਾਈ ਸੱਤਾ ਜੀ ਨੇ ਕਹਿਣਾ ਕੀਤਾ, ਹੈ ਬਲਵੰਡ ਜੀ, ਭਰਾਤਾ ਜੀ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਚਰਨਾਂ ਵਿਖੇ ਮੈਨੂੰ ਸ਼ਰਨ ਮਿਲੀ ਏ, ਆਪ ਜੀ ਵੀ ਮੇਰੇ ਨਾਲ ਆਓ, ਗੁਰੂ ਕੇ ਚਰਨਾਂ ਵਿਖੇ ਰਲ ਕਰਕੇ ਕੀਰਤਨ ਕਰੀਏ। ਬਲਵੰਡ ਜੀ ਵੀ ਗੁਰੂ ਕੀ ਹਜ਼ੂਰੀ ਵਿੱਚ ਆਏ ਨੇ। ਸੂਖਸ਼ਮ ਸ਼ਬਦਾਂ ਦੇ ਅੰਦਰ ਬੇਨਤੀ ਕਰਾਂ ਕਿਉਂਕਿ ਪ੍ਰਸੰਗ ਬਹੁਤ ਵਿਸ਼ਾਲ ਹੈ। ਤੇ ਦੋਵਾਂ ਹੀ ਭਰਾਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਦੀ ਸੇਵਾ ਬਖਸ਼ੀ ਏ। ਇਤਨਾ ਰੀਝ ਕਰਕੇ ਰਾਗ ਦੇ ਵਿੱਚ ਬਲਵੰਡ ਜੀ ਨੇ ਕੀਰਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਰਾਏ ਦੀ ਉਪਾਧੀ ਬਖਸ਼ੀ ਹੈ। ਭਾਈ ਤੂੰ ਤੇ ਰਾਏ ਬਲਵੰਡ ਹੈ, ਇਸ ਕਰਕੇ ਗੁਰੂ ਘਰ ਦੇ ਵਿੱਚ ਇਸ ਦਾ ਨਾਮ ਰਾਏ ਬਲਵੰਡ ਪ੍ਰਸਿੱਧ ਹੋਇਆ। ਦੋਵੇਂ ਕੀਰਤਨ ਕਰਨ ਲੱਗੇ, ਸਮਾਂ ਗੁਜ਼ਰਦਾ ਗਿਆ, ਸਮੇਂ ਦੇ ਅਨੁਸਾਰ ਬਹੁਤ ਸਾਰਾ ਧਨ ਵੀ ਇਹਨਾਂ ਨੂੰ ਪ੍ਰਾਪਤ ਹੋਇਆ। ਸੋ ਇਸ ਪ੍ਰਕਾਰ ਇਹਨਾਂ ਦੀ ਭੈਣ ਦੇ ਵਿਆਹ ਦਾ ਜੋ ਸਮਾਂ ਸੀ ਆਨੰਦ ਕਾਰਜ ਦਾ ਨੇੜੇ ਆ ਗਿਆ। ਸਤਿਗੁਰੂ ਜੀ ਨੂੰ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੀ ਛੋਟੀ ਭੈਣ ਦਾ ਵਿਆਹ ਹੈ, ਕਿਰਪਾ ਕਰਕੇ ਮਾਇਆ ਬਖਸ਼ੋ। ਗਰੀਬ ਨਿਵਾਜ ਜੀ ਕਹਿਣ ਲੱਗੇ, ਭਾਈ ਦੱਸੋ ਕਿਤਨੀ ਮਾਇਆ ਚਾਹੀਦੀ ਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਘਰ ਦੇ ਵਿੱਚੋਂ ਆਪ ਜੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਤੇ ਇਹਨਾਂ ਨੇ ਦੇਖਣਾ ਕੀਤਾ ਕਿ ਗੁਰੂ ਘਰ ਦੇ ਵਿੱਚ ਲਗਭਗ 500 ਰੁਪਏ ਦਾ ਚੜਾਵਾ ਹਰ ਰੋਜ਼ ਚੜਦਾ ਸੀ। ਕਹਿਣ ਲੱਗੇ, ਮਹਾਰਾਜ ਜਿਤਨੀ ਕਾਰ ਭੇਟਾ ਗੁਰੂ ਘਰ ਵਿੱਚ ਆਉਂਦੀ ਹੈ ਨਾ, ਜਿਤਨੀਆਂ ਸੰਗਤਾਂ ਮੱਥਾ ਟੇਕਦੀਆਂ ਨੇ, ਇਹ ਨਜ਼ਰਾਨੇ ਹੁੰਦੇ ਨੇ, ਇਹ ਕੱਲ ਦੀ ਭੇਟਾ ਸਾਨੂੰ ਦੇ ਦਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਵਣਾ ਕੀਤਾ, ਹੈ ਰਾਏ ਬਲਵੰਡ, ਇਹ ਸੱਤਾ ਜੀ ਜਿਤਨੀ ਮਾਇਆ ਚਾਹੀਦੀ ਹੈ ਉਸ ਤਰ੍ਹਾਂ ਮੰਗ ਲਓ। ਕਹਿਣ ਲੱਗੇ, ਨਹੀਂ ਜੀ ਸਾਨੂੰ ਤੇ ਕੱਲ ਦਾ ਚੜਾਵਾ ਹੀ ਦੇ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਠੀਕ ਹੈ, ਜਿਵੇਂ ਤੁਹਾਡੀ ਇੱਛਾ। ਅਗਲੇ ਦਿਨ ਦੇਵਨੇਤ ਦੇ ਨਾਲ ਕਲਾ ਐਸੀ ਵਰਤੀ ਹੈ, ਜਿਹੜਾ ਚੜਾਵਾ ਉਹ 100 ਰੁਪਈਆ ਹੀ ਆਇਆ ਏ। ਮਨ ਦੇ ਵਿੱਚ ਇਹਨਾਂ ਨੇ ਬੜਾ ਬੁਰਾ ਮਨਾਇਆ। ਕਹਿਣ ਲੱਗੇ, ਜੀ ਅਸੀਂ ਮਹਾਰਾਜ ਸਾਹਿਬ ਜੀ ਤੋਂ ਅੱਜ ਦਾ ਚੜਾਵਾ ਮੰਗਿਆ ਸੀ, ਅੱਜ ਚੜਾਵਾ ਸ਼ਾਇਦ ਤਾਂ ਘੱਟ ਆਇਆ। ਮਹਾਰਾਜ ਸਾਹਿਬ ਜੀ ਨੂੰ ਪਤਾ ਸੀ ਅੱਜ ਦਾ ਚੜਾਵਾ ਅਸੀਂ ਲੈਣਾ, ਉਹਨਾਂ ਨੇ ਆਪਣੇ ਸਿੱਖਾਂ ਨੂੰ ਵਰਜ ਦਿੱਤਾ ਹੋਵੇਗਾ ਕਿ ਅੱਜ ਭੇਟਾ ਨਾ ਰੱਖ ਕੇ ਮੱਥਾ ਟੇਕਿਓ। ਬੁਰਾ ਮਨਾਇਆ। ਮਹਾਰਾਜ ਸਾਹਿਬ ਜੀ ਨੇ ਸ਼ਾਮ ਨੂੰ ਸਾਰੀ ਭੇਟਾ ਜਿਤਨੀ 100 ਰੁਪਈਆ ਸੀ ਇਕੱਤਰ ਕਰਕੇ ਇਹਨਾਂ ਨੂੰ ਬਖਸ਼ ਦਿੱਤੀ। ਕਹਿਣ ਲੱਗੇ, ਮਹਾਰਾਜ ਮਜ਼ਾਕ ਕਰਦੇ ਹੋ ਸਾਡੇ ਨਾਲ, ਆਪ ਜੀ ਦੇ ਘਰ ਦੇ ਰਾਗੀ ਹੋਈਏ ਤੇ 100 ਰੁਪਏ ਦੇ ਨਾਲ ਵਿਆਹ ਹੋ ਜਾਵੇਗਾ। ਮਹਾਰਾਜ ਵੱਡਾ ਖਰਚਾ ਏ, ਇਹਨਾਂ ਦੇ ਨਾਲ ਸਾਡਾ ਨਹੀਂ ਸਰਦਾ। ਤੇ ਸਤਿਗੁਰੂ ਜੀ ਪ੍ਰਵਚਨ ਫਰਮਾਉਂਦੇ, ਕੋਈ ਗੱਲ ਨਹੀਂ ਰਾਏ ਬਲਵੰਡ ਜੀ, ਸੱਤਾ ਜੀ ਕੋਈ ਇੱਕ ਵਾਰੀ ਥੋੜੇ ਦੇਣੇ ਨੇ,
ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਬੜੇ ਵੱਡੇ ਨੇ, ਸਭ ਲੋੜਾਂ ਪੂਰੀਆਂ ਹੋਣਗੀਆਂ। ਅੱਜ ਇਤਨਾ ਲੈ ਲਵੋ, ਜਿਤਨਾ ਧਨ ਚਾਹੀਦਾ ਹੋਵੇਗਾ ਹੋਰ ਵੀ ਬਖਸ਼ ਦੇਵਾਂਗੇ। ਪਰ ਕ੍ਰੋਧ ਵਿੱਚ ਆਏ ਹੋਏ ਖੋਟੇ ਵਚਨ ਬੋਲਦੇ ਨੇ, ਮਹਾਰਾਜ ਤੁਸੀਂ ਭੇਟਾ ਹੀ ਰੋਕ ਦਿੱਤੀ। ਅਸੀਂ ਆਪ ਜੀ ਦੇ ਕੋਲ ਇੱਕ ਦਿਨ ਦੀ ਭੇਟਾ ਕੀ ਮੰਗੀ, ਤੁਸੀਂ ਭੇਟਾ ਹੀ ਨਹੀਂ ਆਉਣ ਦਿੱਤੀ, ਸਿੱਖਾਂ ਨੂੰ ਵਰਜ ਦਿੱਤਾ ਹੋਵੇਗਾ। ਮਹਾਰਾਜ ਸਾਹਿਬ ਜੀ ਸਮਝਾਉਣ ਦਾ ਯਤਨ ਕਰਦੇ ਨੇ, ਪਰ ਮੱਤ ਐਸੀ ਫਿੱਟ ਗਈ, ਐਸਾ ਬੁੱਧੀ ਤੇ ਮਾਇਆ ਦਾ ਪਰਦਾ ਪੈ ਗਿਆ, ਮਾਇਆ ਜਾਲ ਪੈ ਗਿਆ, ਸਮਝ ਨਹੀਂ ਆਉਂਦੀ। ਨਾਰਾਜ਼ ਹੋ ਕਰਕੇ ਜਾਣ ਲੱਗੇ। ਮਹਾਰਾਜ ਸਾਹਿਬ ਜੀ ਨੇ ਤਾਂ ਵੀ ਇਹਨਾਂ ਨੂੰ ਇਹ ਭੇਟਾ ਦੇਣੀ ਕੀਤੀ ਹੈ ਤੇ ਲੈ ਕਰਕੇ ਘਰੇ ਚਲੇ ਗਏ। ਤੇ ਜਾ ਕਰਕੇ ਕਹਿਣ ਲੱਗੇ, ਮਹਾਰਾਜ ਜੀ ਨੇ ਕੀ ਮੁੱਲ ਪਾਇਆ ਸਾਡੀ ਵਿਦਿਆ ਦਾ, ਅੱਗੇ ਤੋਂ ਨਹੀਂ ਅਸੀਂ ਗੁਰੂ ਘਰ ਦੇ ਵਿੱਚ ਕੀਰਤਨ ਕਰਨਾ, ਆਪੇ ਕੀਰਤਨ ਵੀ ਕਰਨਾ। ਅਗਲੇ ਦਿਨ ਕੀਰਤਨ ਕਰਨ ਵਾਸਤੇ ਸ੍ਰੀ ਆਸਾ ਜੀ ਦੀ ਵਾਰ ਦਾ ਦੀਵਾਨ ਵਿੱਚ ਪਹੁੰਚੇ ਹੀ ਨਹੀਂ। ਮਹਾਰਾਜ ਸਾਹਿਬ ਜੀ ਨੇ ਇੱਕ ਸਿੱਖ ਨੂੰ ਭੇਜਿਆ, ਇਹਨਾਂ ਨੇ ਬੜੇ ਖੋਟੇ ਵਚਨ ਬੋਲੇ ਨੇ। ਸਿੱਖ ਵਾਪਸ ਮੁੜ ਆਇਆ, ਦੂਸਰੇ ਸਿੱਖ ਨੂੰ ਭੇਜਿਆ, ਜਾ ਕਰਕੇ ਬੇਨਤੀਆਂ ਕੀਤੀਆਂ, ਭਲਿਓ ਤੁਸੀਂ ਗੁਰੂ ਕੇ ਕੀਰਤਨੀਏ ਹੋ, ਗੁਰੂ ਘਰ ਦੇ ਵਿੱਚ ਆ ਕਰਕੇ ਕੀਰਤਨ ਕਰੋ, ਬੁਰਾ ਨਹੀਂ ਮਨਾਈਦਾ। ਗੁਰੂ ਘਰ ਵਿੱਚ ਕਿਹੜਾ ਪਦਾਰਥਾਂ ਦਾ ਘਾਟਾ ਹੈ। ਇਹਨਾਂ ਨੇ ਕਹਿ ਦਿੱਤਾ ਅਸੀਂ ਕੀਰਤਨ ਨਹੀਂ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਥੇ ਆਪ ਟਿਕਾਉਂਦੇ, ਭੇਟਾ ਆਪ ਲੈਂਦੇ ਤੇ ਕੀਰਤਨ ਵੀ ਆਪ ਹੀ ਕਰ ਲੈਣ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰਿਆ, ਗੁਰੂ ਨਾਨਕ ਦੇ ਦਰ ਦੇ ਕੀਰਤਨੀਏ ਨੇ, ਜੇ ਇਹਨਾਂ ਦੇ ਪਾਸੋਂ ਭੁੱਲ ਹੋ ਵੀ ਗਈ ਤੇ ਬਖਸ਼ਣਾ ਚਾਹੀਦਾ, ਆਪ ਜਾ ਕਰਕੇ ਮਨਾ ਕਰਕੇ ਲੈ ਆਈਏ, ਗੁਰੂ ਘਰ ਦੇ ਨਾਲੋਂ ਕਿਧਰੇ ਟੋਟੀ ਨਾ ਜਾਣ। ਪਰ ਉਪਕਾਰੀ ਸਤਿਗੁਰੂ ਜੀ ਆਪ ਚੱਲ ਕਰਕੇ ਗਏ ਨੇ, ਜਾ ਕਰਕੇ ਬਚਨ ਕੀਤਾ, ਗੁਰੂ ਕੇ ਕੀਰਤਨੀਓ ਬੁਰਾ ਨਹੀਂ ਮਨਾਈਦਾ, ਗੁਰੂ ਘਰ ਚੱਲੋ, ਜਾ ਕੇ ਕੀਰਤਨ ਕਰੋ। ਪਰ ਦੋਵੇਂ ਹੀ ਗੁੱਸੇ ਦੇ ਨਾਲ ਭਰੇ ਹੋਏ ਬੈਠੇ ਰਹੇ। ਉੱਠ ਕਰਕੇ ਸਤਿਗੁਰੂ ਜੀ ਦਾ ਸਨਮਾਨ ਵੀ ਨਹੀਂ ਕੀਤਾ, ਮਸਤਕ ਵੀ ਨਹੀਂ ਟੇਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਉਂ ਆਇਆ ਵੀ ਨਹੀਂ ਆਖਿਆ, ਬੈਠਣ ਵਾਸਤੇ ਵੀ ਨਹੀਂ ਕਿਹਾ। ਦੋਵੇਂ ਬੈਠੇ ਰਹੇ ਬੜੇ ਗੁੱਸੇ ਦੇ ਨਾਲ, ਭਰੇ ਹੋਏ ਮਨ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਨੂੰ ਪਿਆਰ ਦੇ ਨਾਲ ਸਤਿਕਾਰ ਦਿੰਦੇ ਨੇ। ਗੁਰੂ ਕੇ ਕੀਰਤਨੀਓ, ਗੁਰੂ ਘਰ ਵਿੱਚ ਆ ਕਰਕੇ ਹਾਜ਼ਰੀਆਂ ਭਰੋ, ਸੰਗਤਾਂ ਉਡੀਕਦੀਆਂ ਨੇ ਤੇ ਗੁੱਸੇ ਦੇ ਨਾਲ ਵਚਨ ਬੋਲਦੇ ਨੇ। ਕਹਿੰਦੇ ਅਸੀਂ ਨਹੀਂ ਤੁਹਾਡੇ ਦਰਬਾਰ 'ਚ ਕੀਰਤਨ ਕਰਨਾ, ਕੀ ਲੈ ਲਿਆ ਅਸੀਂ ਤੁਹਾਡੇ ਦਰਬਾਰ 'ਚੋਂ, ਭੈਣ ਦੇ ਵਿਆਹ ਦੇ ਵਾਸਤੇ ਚੜਾਵਾ ਹੀ ਤੇ ਮੰਗਿਆ ਸੀ ਨਾ, ਕਿੰਨੀ ਥੋੜੀ ਮਾਇਆ ਦਿੱਤੀ ਹੈ ਸਾਨੂੰ। ਹਜ਼ੂਰ ਹੱਸ ਕੇ ਬਚਨ ਫਰਮਾਉਂਦੇ, ਗੁਰੂ ਘਰ ਦੇ ਵਿੱਚ ਕਿਹੜਾ ਕਿਸੇ ਚੀਜ਼ ਦਾ ਘਾਟਾ ਹੈ, ਖਜ਼ਾਨੇ ਭਰੇ ਨੇ, ਜਿਤਨੀ ਮਾਇਆ ਚਾਹੀਦੀ ਬਖਸ਼ ਦਿਆਂਗੇ, ਪਰ ਗੁਰੂ ਕੇ ਕੀਰਤਨੀਏ ਹੋ, ਬੁਰਾ ਨਾ ਮਨਾਓ। ਕਹਿਣ ਲੱਗੇ ਜੀ ਪਤਾ ਨਹੀਂ ਕਿਹੜੇ ਖਜ਼ਾਨਿਆਂ ਦੀ ਗੱਲ ਕਰਦੇ ਤੁਸੀਂ, ਅਸੀਂ ਤੇ ਕੋਈ ਖਜ਼ਾਨਾ ਦਿੱਠਾ ਨਹੀਂ, ਕੋਈ ਦੇਖਿਆ ਨਹੀਂ, ਪਤਾ ਨਹੀਂ ਤੁਸੀਂ ਕਿੱਥੇ ਲੁਕਾ ਕੇ ਰੱਖੇ ਨੇ ਜਿਹੜਾ ਸਾਨੂੰ ਨਹੀਂ ਅੱਜ ਤੱਕ ਦਿਸਿਆ। ਤੇ ਗੁੱਸੇ ਵਿੱਚ ਆਇਆ ਨੇ ਇੱਥੋਂ ਤੱਕ ਬੋਲ ਦਿੱਤਾ, ਕਹਿਣ ਲੱਗੇ ਸਾਡੇ ਕਰਕੇ ਹੀ ਤੁਹਾਡੀ ਵਡਿਆਈ ਹੈ। ਅੰਮ੍ਰਿਤ ਵੇਲੇ ਜਾ ਕੇ ਕੀਰਤਨ ਅਸੀਂ ਕਰਦੇ ਹਾਂ, ਦੀਵਾਨ ਅਸੀਂ ਸਜਾਉਂਦੇ ਹਾਂ, ਜਦੋਂ ਸੰਗਤਾਂ ਆ ਜਾਂਦੀਆਂ ਨੇ ਦਰਬਾਰ ਸੱਜ ਜਾਂਦਾ ਹੈ, ਤੇ ਸੱਜੇ ਹੋਏ ਦਰਬਾਰ ਵਿੱਚ ਤੁਸੀਂ ਆ ਕੇ ਬੈਠ ਕੇ ਮੱਥੇ ਟਿਕਾ ਲੈਂਦੇ ਹੋ। ਦਰਬਾਰ ਤੇ ਅਸੀਂ ਭਰਦੇ ਨਾ ਸੰਗਤਾਂ ਦੇ ਨਾਲ, ਸੰਗਤਾਂ ਤੇ ਅਸੀਂ ਇਕੱਤਰ ਕਰਦੇ ਨਾ ਕੀਰਤਨ ਕਰਕੇ। ਤੇ ਜੇ ਅਸੀਂ ਕੀਰਤਨ ਨਾ ਕਰੀਏ ਤੇ ਤੁਸੀਂ ਇਕੱਲੇ ਹੀ ਬੈਠਿਆਂ ਰਹਿ ਜਾਣਾ, ਤੁਹਾਡੇ ਕੋਲ ਕਿੰਨੇ ਆਉਣਾ ਹੈ। ਇੱਥੋਂ ਤੱਕ ਹੰਕਾਰ ਹੋ ਗਿਆ, ਗੁਣਾ ਦਾ ਹੰਕਾਰ, ਵਿਦਿਆ ਦਾ ਹੰਕਾਰ ਵੀ ਜੇ ਆ ਜਾਵੇ ਤੇ ਸਾਧ ਸੰਗਤ ਜੀ ਮੱਤ ਮਾਰ ਦਿੰਦਾ ਹੈ। ਹੁਣ ਵਿਦਿਆ ਦਾ ਹੰਕਾਰ ਸਿਰ ਚੜ ਕੇ ਬੋਲਦਾ ਹੈ। ਕਹਿਣ ਲੱਗੇ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲਾਂ ਇਕੱਲੇ ਹੀ ਤੁਰੇ ਫਿਰਦੇ ਸੀ ਨਾ, ਕਿੰਨੇ ਪੁੱਛਿਆ ਗੁਰੂ ਨਾਨਕ ਜੀ ਨੂੰ। ਜਦੋਂ ਭਾਈ ਮਰਦਾਨਾ ਜੀ ਨੇ ਨਾਲ ਕੀਰਤਨ ਕੀਤਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੋਕਾਂ ਨੇ ਗੁਰੂ ਜਾਣਿਆ। ਇਸੇ ਪ੍ਰਕਾਰ ਵੱਡਿਆਂ ਸਤਿਗੁਰਾਂ ਦੇ ਪਾਸ ਵੀ ਰਬਾਬੀ ਕੀਰਤਨ ਕਰਦੇ ਸਨ ਤਾਂ ਉਹਨਾਂ ਦੀ ਵਡਿਆਈ, ਤੁਹਾਡੀ ਵਡਿਆਈ ਵੀ ਸਾਡੇ ਨਾਲ ਹੈ। ਜੇ ਤੁਸੀਂ ਸਾਡਾ ਸਨਮਾਨ ਨਹੀਂ ਰੱਖਿਆ, ਜਥਾ ਜੋਗ ਉਚਿਤ ਸਾਨੂੰ ਮਾਇਆ ਨਹੀਂ ਦਿੱਤੀ, ਥੋੜੀ ਦਿੱਤੀ ਏ, ਅਸੀਂ ਤੁਹਾਡੇ ਨਾਲ ਜਾ ਕੇ ਕੀਰਤਨ ਨਹੀਂ ਕਰਨਾ। ਜਿਹਦੇ ਮਰਜ਼ੀ ਕੋਲ ਜਾ ਕੇ ਬੈਠ ਕੇ ਕੀਰਤਨ ਕਰਾਂਗੇ, ਜਿਸ ਨੂੰ ਮਰਜ਼ੀ ਗੁਰੂ ਬਣਾ ਦੇਵਾਂਗੇ, ਤੁਹਾਡੇ ਦਰਬਾਰ 'ਚ ਕੀਰਤਨ ਨਹੀਂ ਕਰਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਨਿੰਦਿਆ ਸਰਵਣ ਕਰਕੇ ਪ੍ਰਸੰਨ ਚਿੱਤ ਰਹੇ, ਕੋਈ ਬਚਨ ਨਹੀਂ ਕੀਤਾ। ਪਰ ਜਦੋਂ ਇਹਨਾਂ ਨੇ ਕਹਿ ਦਿੱਤਾ ਨਾ ਵੱਡਿਆਂ ਸਤਿਗੁਰਾਂ ਨੂੰ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਜੇ ਭਾਈ ਮਰਦਾਨਾ ਜੀ ਨਾਲ ਨਾ ਹੁੰਦੇ। ਭਾਈ ਮਰਦਾਨਾ ਜੀ ਦੇ ਕਰਕੇ ਹੀ ਦੁਨੀਆ ਨੇ ਉਹਨਾਂ ਨੂੰ ਜਾਣਿਆ ਤੇ ਵੱਡਿਆਂ ਸਤਿਗੁਰਾਂ ਦੀ ਨਿੰਦਿਆ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਾਰੀ ਨਹੀਂ ਤੇ ਬਚਨ ਕਰ ਦਿੱਤਾ, ਅਸੀਂ ਤੇ ਗੁਰੂ ਕੇ ਕੀਰਤਨੀਏ ਜਾਣ ਕੇ ਸਨਮਾਨ ਕਰਨ ਆਏ ਸਾਂ, ਪਰ ਤੁਸੀਂ ਫਿੱਟ ਗਏ ਹੋ, ਤੁਹਾਡੀ ਬੁੱਧੀ ਫਿੱਟ ਗਈ ਏ, ਜਾਓ ਫਿੱਟ ਜਾਓ। ਤੁਹਾਨੂੰ ਕੋਈ ਮੂੰਹ ਨਾ ਲਾਵੇਗਾ, ਤੁਹਾਨੂੰ ਕੋਈ ਸਾਡੇ ਚਰਨਾਂ ਵਿੱਚ ਆ ਕੇ ਬਖਸ਼ਾਵੇਗਾ ਵੀ ਨਹੀਂ, ਤੇ ਜਿਹੜਾ ਬਖਸ਼ਾਵਣ ਆਵੇਗਾ ਉਸ ਦਾ ਵੀ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਢੋਲ ਵਜਾ ਕਰਕੇ ਸਾਰੇ ਸ਼ਹਿਰ ਦੇ ਵਿੱਚ ਫੇਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਕੇ ਚਲੇ ਗਏ। ਜਾ ਕਰਕੇ ਸਿੱਖਾਂ ਨੂੰ ਫਰਮਾਇਆ, ਸਿੱਖੋ ਜਿਹੜਾ ਜਿਹੜਾ ਸਾਜ਼ ਕਿਸੇ ਦੇ ਹੱਥ ਵਿੱਚ ਆਉਂਦਾ ਪਕੜ ਲਓ। ਸਿੱਖਾਂ ਨੇ ਕਿਸੇ ਨੇ ਤੰਬੂਰਾ ਪਕੜ ਲਿਆ, ਇਸੇ ਪ੍ਰਕਾਰ ਜਿਹੜਾ ਜਿਹੜਾ ਸਾਜ਼ ਕਿਸੇ ਦੇ ਹੱਥ ਦੇ ਵਿੱਚ ਆਇਆ ਪਕੜ ਲਿਆ। ਕਿਸੇ ਨੇ ਸਰੰਦਾ ਪਕੜ ਲਿਆ, ਕਿਸੇ ਨੇ ਮਰਦੰਗ ਪਕੜ ਲਈ,
ਜਿਨ੍ਹਾਂ ਨੇ ਕਦੇ ਸਾਜ਼ ਨੂੰ ਹੱਥ ਲਗਾ ਕੇ ਵੀ ਨਹੀਂ ਸੀ ਨਾ ਦੇਖਿਆ। ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਜਦੋਂ ਰਾਗ ਨੂੰ ਛੇੜਿਆ ਤੇ ਉਹਨਾਂ ਸਿੱਖਾਂ ਨੇ ਐਵੇਂ ਕੀਰਤਨ ਕੀਤਾ ਜਿਵੇਂ ਸਾਲਾਂ ਦੇ ਪਰਪੱਕ ਰਾਗੀ ਬੜੀ ਕੀਰਤਨ ਵਿਦਿਆ ਸਿੱਖ ਕੇ ਕੀਰਤਨ ਪਾਏ ਕਰਦੇ ਹੋਣ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਅੱਜ ਤੋਂ ਤੁਹਾਨੂੰ ਰਾਗ ਵਿਦਿਆ ਬਖਸ਼ੀ, ਕੀਰਤਨ ਵਿਦਿਆ ਤੁਹਾਨੂੰ ਬਖਸ਼ੀ। ਅੱਜ ਤੋਂ ਸਾਰੇ ਸਿੱਖ ਜਿਹੜੇ ਨੇ ਮਨ ਭਾਉਂਦੇ ਤਰੀਕੇ ਦੇ ਨਾਲ ਗੁਰਬਾਣੀ ਨੂੰ ਸਿੱਖ ਕਰਕੇ ਕੀਰਤਨ ਕਰਿਆ ਕਰਨਗੇ। ਇਹ ਹੁਣ ਇਕੱਲੇ ਡੂਮਾ ਦੇ ਕੋਲ ਹੀ ਨਹੀਂ, ਸਮੂਹ ਸਿੱਖਾਂ ਨੂੰ ਕੀਰਤਨ ਵਿਦਿਆ ਰਾਗ ਵਿਦਿਆ ਬਖਸ਼ਣੀ ਕਰਦੇ ਹਾਂ। ਇੱਧਰ ਸਤਿਗੁਰੂ ਜੀ ਦੇ ਮੁਖਾਰ ਬਿੰਦ ਚੋਂ ਬਚਨ ਨਿਕਲ ਗਿਆ, ਤੁਸੀਂ ਫਿੱਟ ਗਏ ਹੋ। ਇਹਨਾਂ ਦਾ ਸਰੀਰ ਸਾਧ ਸੰਗਤ ਜੀ ਫਿੱਟ ਗਿਆ, ਕੋੜੀ ਹੋ ਗਏ। ਸਰੀਰ ਦੇ ਵਿੱਚੋਂ ਰੰਦਰ ਜਗ੍ਹਾ ਜਗ੍ਹਾ ਤੋਂ ਰਿਸਣ ਲੱਗੀ ਹੈ, ਰੇਸ਼ਾ ਵਗਣ ਲੱਗਾ ਹੈ, ਪਾਕ ਵਗਣ ਲੱਗੀ ਹੈ। ਕੋਲੋਂ ਇਤਨੀ ਜ਼ਿਆਦਾ ਬਦਬੂ ਆਉਂਦੀ ਹੈ, ਕਿਸੇ ਮਨੁੱਖ ਨੇ ਤੇ ਨੇੜੇ ਕੀ ਆਉਣਾ, ਕੋਈ ਜਾਨਵਰ ਕੁੱਤਾ ਵੀ ਇਹਨਾਂ ਦੇ ਨੇੜੇ ਨਹੀਂ ਆਉਂਦਾ, ਇੰਨੀ ਬਦਬੂ ਆਉਂਦੀ ਹੈ। ਬੜਾ ਪਛਤਾਪ ਕਰਦੇ ਨੇ, ਹੁਣ ਕਿਹੜਾ ਮੂੰਹ ਲੈ ਕਰਕੇ ਸਤਿਗੁਰੂ ਜੀ ਦੇ ਕੋਲ ਜਾਈਏ। ਪਰ ਜਿਹੜਾ ਵੀ ਕੋਈ ਦੇਖ ਲੈਂਦਾ, ਇਹਨਾਂ ਨੂੰ ਸੱਤਾ ਬਲਵੰਡਾ ਤੁਰੇ ਆਉਂਦੇ ਨੇ, ਲੋਕੀ ਦਰਵਾਜ਼ੇ ਬੰਦ ਕਰ ਲੈਂਦੇ ਨੇ, ਗਲੀ ਛੱਡ ਕੇ ਦੌੜ ਜਾਂਦੇ ਨੇ, ਕੋਈ ਇਹਨਾਂ ਦੇ ਮੱਥੇ ਨਹੀਂ ਲੱਗਦਾ। ਹੁਣ ਬੜਾ ਪਛਤਾਪ ਕਰਦੇ ਨੇ। ਅਸੀਂ ਤੇ ਕਹਿੰਦੇ ਸੀ ਕੀਰਤਨ ਕਰਕੇ ਜਿਸ ਨੂੰ ਚਾਹੇ ਗੁਰੂ ਬਣਾ ਲਵਾਂਗੇ। ਗੁਰੂ ਬਣਾਉਣਾ ਤੇ ਦੂਰ ਦੀ ਗੱਲ, ਸਾਡੇ ਤੇ ਕੋਈ ਮੱਥੇ ਵੀ ਲੱਗ ਕੇ ਖੁਸ਼ ਨਹੀਂ। ਹੁਣ ਕੀ ਕੀਤਾ ਜਾਵੇ? ਬੜਾ ਯਤਨ ਕਰਦੇ ਨੇ, ਗੁਰਸਿੱਖਾਂ ਅੱਗੇ ਪੁਕਾਰਾ ਕਰਦੇ ਨੇ, ਸਾਨੂੰ ਬਖਸ਼ਾ ਲਵੋ। ਪਰ ਸਤਿਗੁਰੂ ਜੀ ਨੇ ਤੇ ਪਹਿਲੇ ਵਚਨ ਫਰਮਾਇਆ ਹੋਇਆ ਨਾ, ਜਿਹੜਾ ਬਖਸ਼ਾਉਣ ਆਇਆ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਢੋਲ ਵਜਾ ਕੇ ਸਾਰੇ ਸ਼ਹਿਰ ਵਿੱਚ ਫੇਰਾਂਗੇ ਉਸ ਨੂੰ। ਹੁਣ ਕੋਈ ਵੀ ਸਤਿਗੁਰੂ ਜੀ ਦੇ ਵੀਰ ਰਸ ਦੇ ਬਚਨ ਤੋਂ ਡਰਦਾ ਹੋਇਆ ਅੱਗੇ ਨਹੀਂ ਆਉਂਦਾ ਹੈ। ਇਹਨਾਂ ਦੋਵਾਂ ਨੇ ਵਿਚਾਰ ਕੀਤੀ। ਭਾਈ ਲੱਦਾ ਜੀ ਲਾਹੌਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਨਾਮ ਲੱਦਾ ਪਰਉਪਕਾਰੀ ਹੈ। ਉਹਨਾਂ ਦੇ ਕੋਲ ਜਾਈਏ ਤੇ ਅਸੀਂ ਬਖਸ਼ੇ ਜਾ ਸਕਦੇ ਹਾਂ। ਦੋਵੇਂ ਚੱਲ ਕਰਕੇ ਲਾਹੌਰ ਵਿੱਚ ਗਏ ਨੇ। ਜਿਸ ਵੇਲੇ ਭਾਈ ਲੱਦਾ ਜੀ ਦੇ ਘਰ ਨੂੰ ਤੁਰੇ ਜਾਂਦੇ ਨੇ, ਕਿਸੇ ਨੇ ਦੱਸ ਦਿੱਤਾ, ਲੱਦਾ ਪਰਉਪਕਾਰੀ ਜੀ ਉਹ ਗੁਰੂ ਜੀ ਦੇ ਫਿਟਕੇ ਹੋਏ, ਸਤਿਗੁਰੂ ਜੀ ਦੇ ਦਰ ਤੋਂ ਦੁਰਕਾਰੇ ਹੋਏ, ਜਿਨ੍ਹਾਂ ਦੇ ਸਰੀਰ ਫਿੱਟ ਚੁੱਕੇ ਨੇ, ਸੱਤਾ ਬਲਵੰਡਾ ਤੁਹਾਡੇ ਘਰ ਨੂੰ ਤੁਰੇ ਆਉਂਦੇ ਨੇ। ਭਾਈ ਲੱਦਾ ਜੀ ਨੇ ਵੀ ਦਰਵਾਜ਼ਾ ਬੰਦ ਕਰ ਲਿਆ, ਅੰਦਰ ਵੜ ਕੇ ਬੈਠ ਗਏ ਨੇ। ਇਹਨਾਂ ਨੇ ਜਾ ਕਰਕੇ ਦਰਵਾਜ਼ੇ ਦੇ ਕੌਲੇ ਦੇ ਕੋਲ ਖੜੇ ਹੋ ਕਰਕੇ ਉੱਚੀ ਉੱਚੀ ਆਵਾਜ਼ਾਂ ਮਾਰੀਆਂ, ਭਾਈ ਲੱਦਾ ਜੀ ਦਰਸ਼ਨ ਦਿਓ। ਬੜੀਆਂ ਪੁਕਾਰਾਂ ਕਰਦੇ ਨੇ, ਪਰ ਭਾਈ ਲੱਦਾ ਜੀ ਦਰਵਾਜ਼ਾ ਨਹੀਂ ਖੋਲਦੇ। ਆਖਰਕਾਰ ਕਹਿਣ ਲੱਗੇ, ਸਿੱਖਾ ਤੈਨੂੰ ਗੁਰੂ ਕਾ ਵਾਸਤਾ ਦਰਵਾਜ਼ਾ ਖੋਲ, ਸਾਨੂੰ ਦਰਸ਼ਨ ਬਖਸ਼। ਸਿੱਖਾ ਤੈਨੂੰ ਗੁਰੂ ਕੇ ਸਿੱਖ ਪਰਉਪਕਾਰੀ ਕਹਿੰਦੇ ਨੇ, ਤੁਸੀਂ ਪਰਉਪਕਾਰ ਕੀਤੇ ਤਾਂ ਹੀ ਪਰਉਪਕਾਰੀ ਕਹਿੰਦੇ ਨੇ ਨਾ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਤੁਹਾਡੀ ਸੇਵਾ ਨੂੰ ਮਹਾਨ ਲਿਖਿਆ ਹੈ। ਮਹਾਨ ਸਤਿਗੁਰੂ ਜੀ ਦੇ ਮਹਾਨ ਗੁਰਸਿੱਖ ਜੀ, ਤੁਹਾਨੂੰ ਗੁਰੂ ਦਾ ਵਾਸਤਾ ਸਾਨੂੰ ਬਖਸ਼ਾ ਦੇਵੋ। ਜਦੋਂ ਗੁਰੂ ਕਾ ਵਾਸਤਾ ਪਾਇਆ, ਇਸ ਵੇਲੇ ਭਾਈ ਲੱਦਾ ਜੀ ਨੇ ਵਿਚਾਰ ਕਰਨਾ ਕੀਤੀ, ਹੁਣ ਗੁਰੂ ਕੇ ਨਾਮ ਤੇ ਦਰਵਾਜ਼ਾ ਖੋਲਣਾ ਹੀ ਪਵੇਗਾ, ਹੁਣ ਤੇ ਮੱਥੇ ਲੱਗਣਾ ਹੀ ਪਵੇਗਾ, ਹੁਣ ਨਹੀਂ ਪਿੱਛੇ ਹਟਿਆ ਜਾ ਸਕਦਾ। ਵਾਸਤਾ ਜੋ ਗੁਰੂ ਦਾ ਪਾ ਦਿੱਤਾ, ਦਰਵਾਜ਼ਾ ਖੋਲਿਆ ਹੈ, ਜਲਪਾਨ ਕਰਾਇਆ ਹੈ, ਸਾਰੀ ਇਹਨਾਂ ਦੀ ਹਾਲਤ ਦੇਖੀ ਹੈ, ਵਾਰਤਾ ਸਰਵਣ ਕੀਤੀ ਹੈ। ਤੇ ਭਾਈ ਲੱਦਾ ਜੀ ਨੇ ਫਿਰ ਹੱਦੇ ਦੇ ਅੰਦਰ ਵਿਚਾਰ ਕੀਤੀ, ਸਤਿਗੁਰੂ ਜੀ ਦਾ ਬਚਨ ਹੈ, ਜਿਹੜਾ ਇਹਨਾਂ ਨੂੰ ਬਖਸ਼ਾਉਣ ਆਵੇਗਾ ਮੂੰਹ ਕਾਲਾ ਕਰਕੇ ਗਧੇ ਤੇ ਚੜਾ ਕੇ ਢੋਲ ਵਜਾ ਕੇ ਸ਼ਹਿਰ ਵਿੱਚ ਫੇਰਾਂਗੇ। ਕੋਈ ਗੱਲ ਨਹੀਂ, ਜੇ ਮੂੰਹ ਕਾਲਾ ਵੀ ਹੋ ਗਿਆ ਤੇ ਪਾਣੀ ਸਾਬਣ ਦੇ ਨਾਲ ਧੋ ਲਵਾਂਗੇ, ਗਧੇ ਤੇ ਚੜ ਵੀ ਜਾਵਾਂਗੇ 2 ਘੜੀਆਂ, ਫਿਰ ਵੀ ਕੋਈ ਗੱਲ ਨਹੀਂ, ਢੋਲ ਵਜਾ ਵੀ ਲਵਾਂਗੇ ਤੇ ਕੋਈ ਗੱਲ ਨਹੀਂ। ਦੁਨੀਆ ਦੇ ਅੰਦਰ ਪਰ ਉਪਕਾਰ ਕਰਨਾ ਹੀ ਸਭ ਤੋਂ ਵੱਡਾ ਕਾਰਜ ਹੈ, ਸਭ ਤੋਂ ਵੱਡੀ ਗੱਲ ਹੈ ਸਿਮਰਨ ਕਰਨਾ, ਤੇ ਸਾਰਿਆਂ ਤੋਂ ਵੱਡਾ ਕੰਮ ਹੈ ਪਰ ਉਪਕਾਰ ਕਰਨਾ। ਤੇ ਜੇ ਪਰ ਉਪਕਾਰ ਦੇ ਹਿੱਤ ਮੂੰਹ ਕਾਲਾ ਕਰਨਾ ਵੀ ਪੈ ਜਾਵੇ ਤੇ ਕਿਹੜੀ ਗੱਲ ਹੈ। ਲੱਦਾ ਜੀ ਨੇ ਇਸ ਵੇਲੇ ਇੱਕ ਗਧਾ ਪਹਾੜੇ ਤੇ ਲਿਆ, ਕਿਰਾਏ ਤੇ ਲਿਆ, ਆਪਣਾ ਮੁਖ ਆਪੇ ਹੀ ਕਾਲਾ ਕਰ ਲਿਆ, ਗਧੇ ਦੇ ਉੱਪਰ ਬੈਠ ਗਏ, ਢੋਲੀ ਨੂੰ ਨਾਲ ਲਿਆ। ਸਾਰੇ ਲਾਹੌਰ ਦੇ ਵਿੱਚ ਪਹਿਲਾਂ ਆਪ ਘੁੰਮੇ ਨੇ, ਲਾਹੌਰ ਤੋਂ ਹੀ ਗਧੇ ਤੇ ਬੈਠ ਕੇ ਨਾਲ ਢੋਲ ਵਜਾਉਂਦਿਆਂ ਹੋਇਆਂ ਸੱਤੇ ਬਲਵੰਡੇ ਜੀ ਨੂੰ ਨਾਲ ਲੈ ਕਰਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਆ ਪੁੱਜੇ ਨੇ। ਪਹਿਲਾਂ ਸਾਰੇ ਸ਼ਹਿਰ ਦੇ ਵਿੱਚ ਗਧੇ ਤੇ ਬੈਠਿਆਂ ਨੇ ਫਿਰਨਾ ਕੀਤਾ ਹੈ, ਸਾਰੇ ਸ਼ਹਿਰ ਦੀਆਂ ਪਰਿਕਰਮਾ ਕੀਤੀਆਂ, ਫਿਰ ਗਲੀ ਗਲੀ ਦੇ ਵਿੱਚ ਘੁੰਮੇ ਨੇ। ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ 68 ਘਾਟ ਵਾਲੇ ਅਸਥਾਨ ਤੇ ਥੜਾ ਸਾਹਿਬ ਤੇ ਬੈਠੇ ਹੋਏ ਨੇ, ਪ੍ਰਵਚਨ ਫਰਮਾ ਰਹੇ ਨੇ, ਤੇ ਢੋਲ ਵਜਵਾਉਂਦਿਆਂ ਹੋਇਆ ਭਾਈ ਲੱਦਾ ਜੀ ਸਾਹਮਣੇ ਆ ਰਹੇ ਨੇ। ਸ਼ਹਿਰ ਨਿਵਾਸੀ ਸਾਰੇ ਮਾਈ ਭਾਈ ਬੱਚੇ ਬਜ਼ੁਰਗ, ਬਹੁਤ ਵੱਡੀ ਭੀੜ ਭਾਈ ਲੱਦਾ ਜੀ ਦੇ ਨਾਲ ਨਾਲ ਚੱਲੀ ਆ ਰਹੀ ਹੈ ਕਿ ਭਾਈ ਲੱਦਾ ਜੀ ਸੱਤਾ ਬਲਵੰਡਾ ਜੀ ਨੂੰ ਬਖਸ਼ਾਉਣ ਵਾਸਤੇ ਆਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਲੈ ਕਰਕੇ ਬੜੇ ਵੀਰ ਰਸ ਵਿੱਚ ਸਨ। ਹੁਣ ਪਤਾ ਨਹੀਂ ਕੀ ਭਾਣਾ ਵਾਪਰੇਗਾ, ਕੀ ਕੌਤਕ ਵਾਪਰੇਗਾ।
ਸਾਰੇ ਆਪਣੇ ਨੇਤਰਾਂ ਦੇ ਨਾਲ ਦੇਖਣਾ ਚਾਹੁੰਦੇ ਨੇ। ਸਾਰੇ ਸ਼ਹਿਰ ਦੀ ਸੰਗਤ ਹੈ। ਜਿਸ ਵੇਲੇ ਭੀੜ ਰੌਲਾ ਮਚਦਾ ਆ ਰਿਹਾ ਹੈ, ਹਜ਼ੂਰ ਜੀ ਨੇ ਪੁੱਛਣਾ ਕੀਤਾ, ਭਾਈ ਇਹ ਕੌਣ ਆ ਰਿਹਾ ਹੈ? ਅੰਤਰਜਾਮੀ ਨੇ, ਜਾਣਦੇ ਨੇ, ਪਰ ਪੁੱਛਣਾ ਚਾਹੁੰਦੇ ਨੇ, ਭਾਈ ਇਹ ਕਿਸ ਦੇਸ਼ ਦੀ ਸੰਗਤ ਆ ਰਹੀ ਹੈ? ਕੌਣ ਆ ਰਿਹਾ ਇੰਨੇ ਢੋਲ ਢਮੱਕੇ ਦੇ ਨਾਲ? ਤੇ ਸਿੱਖਾਂ ਨੇ ਦੱਸਣਾ ਕੀਤਾ, ਸਤਿਗੁਰੂ ਜੀ ਲਾਹੌਰ ਨਿਵਾਸੀ ਭਾਈ ਲੱਦਾ ਪਰਉਪਕਾਰੀ ਜੀ ਆ ਰਹੇ ਨੇ। ਤੇ ਹਜ਼ੂਰ ਨੇ ਪੁੱਛਿਆ, ਭਾਈ ਇਹ ਢੋਲ ਢਮੱਕਾ ਕਾਹਦਾ ਏ? ਤੇ ਕਹਿਣਾ ਕੀਤਾ, ਹਜ਼ੂਰ ਆਪ ਜੀ ਦਾ ਬਚਨ ਸੀ ਜਿਹੜਾ ਸੱਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਆਵੇਗਾ, ਮੂੰਹ ਕਾਲਾ ਕਰਕੇ ਗੱਦੇ ਤੇ ਚੜਾ ਕੇ ਢੋਲ ਵਜਾ ਕੇ ਸ਼ਹਿਰ ਵਿੱਚ ਘੁਮਾਇਆ ਜਾਵੇਗਾ। ਭਾਈ ਲੱਦਾ ਜੀ ਨੇ ਆਪ ਜੀ ਦੇ ਬਚਨ ਨੂੰ ਪਹਿਲਾਂ ਹੀ ਕਮਾ ਲਿਆ, ਆਪੇ ਹੀ ਕਮਾ ਲਿਆ। ਪਹਿਲਾਂ ਤੁਹਾਡੇ ਬਚਨ ਪੂਰੇ ਕਰਕੇ ਫਿਰ ਉਹਨਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ। ਇਤਨੇ ਸਮੇਂ ਨੂੰ ਭਾਈ ਲੱਦਾ ਜੀ ਆ ਗਏ, ਗੱਦੇ ਤੇ ਚੜੇ ਚੜਾਇਆ ਨੇ, ਹੱਥ ਜੋੜੇ ਨੇ, ਨੇਤਰ ਨੀਵੇਂ ਕਰਕੇ ਅਦਬ ਦੇ ਨਾਲ ਸੀਸ ਝੁਕਾਵਣਾ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਦਾਰਿਆਂ ਵਾਸਤੇ ਆਇਆ ਹੈ, ਕਿਰਪਾਲਤਾ ਕਰਕੇ ਦਰਸ਼ਨ ਬਖਸ਼ੋ, ਆਗਿਆ ਬਖਸ਼ੋ, ਆ ਕਰਕੇ ਆਪ ਜੀ ਦੇ ਦੀਦਾਰ ਕਰਾਂ। ਸਤਿਗੁਰੂ ਜੀ ਨੇ ਪੁੱਛਣਾ ਕੀਤਾ, ਲੱਦਾ ਜੀ ਇਹ ਕੀ ਲਿਬਾਸ ਤੁਸਾਂ ਨੇ ਬਣਾਇਆ ਹੋਇਆ ਹੈ? ਇਹ ਕਿਹੜਾ ਭੇਖ ਧਾਰਨ ਕਰ ਲਿਆ ਤੁਸਾਂ ਨੇ? ਤੇ ਕਹਿਣ ਲੱਗਾ, ਗਰੀਬ ਨਿਵਾਜ ਸਾਰੇ ਲਿਬਾਸ ਸਾਰੇ ਭੇਖ ਤੁਹਾਡੀ ਆਗਿਆ ਦੇ ਅੰਦਰ ਹੀ ਨੇ। ਜਿਵੇਂ ਆਪ ਜੀ ਦਾ ਹੁਕਮ ਦਾਸਾਂ ਨੇ ਤੇ ਆਪ ਜੀ ਦਾ ਹੁਕਮ ਕਮਾਉਣਾ ਨਾ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਮੂੰਹ ਕਾਲਾ ਕਰਕੇ ਗੱਦੇ ਤੇ ਚੜਾਉਣ ਦਾ, ਮਹਾਰਾਜ ਪਹਿਲਾਂ ਆਪ ਜੀ ਦੇ ਬਚਨਾਂ ਨੂੰ ਕਮਾਇਆ ਹੈ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਗੱਦੇ ਤੋਂ ਉਤਰੇ ਨੇ। ਆ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਮੱਥਾ ਟੇਕ ਕਰਕੇ, ਮਸਤਕ ਟੇਕ ਕਰਕੇ ਪਰਿਕਰਮਾ ਕੀਤੀਆਂ ਤੇ ਹੱਥ ਜੋੜ ਕਰਕੇ ਆਜ਼ਜ਼ੀ ਹੋ ਕਰਕੇ ਬੇਨਤੀ ਕਰਦੇ, ਸੱਚੇ ਪਾਤਸ਼ਾਹ ਇਹ ਸੱਤਾ ਬਲਵੰਡਾ ਵੀ ਤੁਹਾਡੇ ਬੱਚੇ ਨੇ। ਗਰੀਬ ਨਿਵਾਜ ਸੋਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ। ਸੱਚੇ ਪਾਤਸ਼ਾਹ ਅਸੀਂ ਤਾਂ ਖਿਨ ਖਿਨ ਮਾਤਰ ਸਮੇਂ ਅੰਦਰ ਗੁਨਾਹ ਕਰਨ ਵਾਲੇ ਆ, ਲੇਖਿਆਂ ਦੇ ਨਾਲ ਨਹੀਂ ਸਾਡਾ ਭਲਾ ਹੋਣਾ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਜਦੋਂ ਆਜ਼ਜ਼ੀ ਹੋ ਕਰਕੇ ਬੇਨਤੀਆਂ ਕੀਤੀਆਂ ਨਾ, ਤੇ ਸਾਧ ਸੰਗਤ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਨੇਤਰਾਂ ਦੇ ਵਿਖੇ ਸਿੱਖੀ ਦੇ ਪਿਆਰ ਦਾ ਜਲ ਛਾ ਆਇਆ ਹੈ। ਨੇਤਰਾਂ ਵਿੱਚ ਜਲ ਆ ਗਿਆ। ਕਹਿਣ ਲੱਗੇ, ਭਾਈ ਲੱਦਾ ਜੀ ਤੁਹਾਨੂੰ ਇਹ ਲਿਬਾਸ ਬਣਾਉਣ ਦੀ ਕੀ ਲੋੜ ਸੀ? ਤੁਸੀਂ ਤੇ ਸਾਡੇ ਇਤਨੇ ਅਨੰਨ ਤੇ ਪਿਆਰੇ ਗੁਰਸਿੱਖੋ, ਜੇ ਪਿਆਰ ਦੇ ਨਾਲ ਉਦਾਂ ਹੀ ਆ ਕੇ ਕਹਿ ਦਿੰਦੇ ਤੇ ਅਸੀਂ ਬਖਸ਼ ਦੇਣਾ ਸੀ। ਕਹਿਣ ਲੱਗੇ, ਨਹੀਂ ਗਰੀਬ ਨਿਵਾਜ ਤੁਹਾਡੀ ਆਗਿਆ ਦਾ ਪਾਲਣ ਕਰਨਾ ਜ਼ਰੂਰੀ ਹੈ। ਪਹਿਲਾਂ ਆਪ ਜੀ ਦੀ ਆਗਿਆ ਪਾਲਣ, ਉਸ ਤੋਂ ਬਾਅਦ ਅਗਲਾ ਕੋਈ ਬਚਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਆਰ ਦੇ ਨਾਲ ਨੇਤਰ ਭਰ ਕੇ ਫਿਰ ਬਚਨ ਫਰਮਾਇਆ, ਗੁਰ ਮਾਰੇ ਕੋ ਸਿੱਖ ਬਚਾਵ ਹੈ, ਸਿੱਖ ਮਾਰੇ ਤਿਸ ਨਹਿ ਕਿਤ ਠਾਏ। ਜਿਹੜੇ ਗੁਰੂ ਕੇ ਮਾਰੇ ਗੁਰੂ ਕੇ ਸਰਾਪੇ ਹੁੰਦੇ ਨੇ ਨਾ, ਉਹਨਾਂ ਨੂੰ ਗੁਰੂ ਕੇ ਸਿੱਖ ਬਚਾ ਲੈਂਦੇ ਨੇ। ਪਰ ਜੇ ਕੋਈ ਸਿੱਖ ਦਾ ਸਰਾਪਿਆ ਹੋਵੇ ਤੇ ਫਿਰ ਉਹਨੂੰ ਨਹੀਂ ਕੋਈ ਬਖਸ਼ ਸਕਦਾ, ਉਸ ਨੂੰ ਸਤਿਗੁਰੂ ਜੀ ਵੀ ਨਹੀਂ ਬਖਸ਼ਦੇ ਹਨ। ਕਿਉਂਕਿ ਮੇਰੀ ਬੰਦੀ ਭਗਤ ਛਡਾਵੈ, ਬੰਦੀ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਹ ਕਉ ਗਹਿ ਬੰਧੈ, ਤਉ ਫਨ ਮੋਹ ਪੈ ਜਵਾਬ ਨਾ ਹੋਏ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਕਿਰਪਾਲਤਾ ਕਰੋ, ਇਹਨਾਂ ਦੇ ਸਰੀਰ ਵੀ ਅਰੋਗ ਕਰ ਦਿਓ। ਆਗਿਆ ਹੋਈ ਹੈ। ਉਸੇ ਵੇਲੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਸੱਤਾ ਬਲਵੰਡਾ ਜੀ ਨੂੰ ਕਰਵਾਇਆ ਗਿਆ। ਨਵੀਨ ਬਸਤਰ ਸੋਹਣੇ ਤਿੰਨਾਂ ਨੂੰ ਪਹਿਰਾਏ ਗਏ ਨੇ। ਸਤਿਗੁਰੂ ਜੀ ਦੀ ਹਜ਼ੂਰੀ ਦੇ ਅੰਦਰ ਹਾਜ਼ਰ ਹੋਏ ਨੇ ਤੇ ਗਰੀਬ ਨਿਵਾਜ ਸਤਿਗੁਰਾਂ ਨੇ ਪ੍ਰਵਚਨ ਫਰਮਾਵਣਾ ਕੀਤਾ ਹੈ, ਜਿਸ ਮੁਖ ਦੇ ਨਾਲ ਗੁਰੂਆਂ ਦੀ ਨਿੰਦਿਆ ਕੀਤੀ ਹੈ ਨਾ, ਉਸੇ ਮੁਖ ਦੇ ਨਾਲ ਉਸਤਤ ਕਰੋ ਤਾਂ ਬਖਸ਼ੇ ਜਾਓਗੇ। ਫਿਰ ਭਾਈ ਸੱਤਾ ਤੇ ਬਲਵੰਡਾ ਜੀ ਨੇ ਰਾਮਕਲੀ ਰਾਗ ਦੇ ਅੰਦਰ ਵਾਰ ਉਚਾਰਨਾ ਕੀਤੀ ਹੈ, ਰਾਏ ਬਲਵੰਡ ਤਥਾ ਸੱਤਾ ਡੂਮ ਆਖੀ। 8 ਪੌੜੀਆਂ ਵਾਲੀ ਸਾਧ ਸੰਗਤ ਜੀ ਇਹ ਵਾਰ ਹੈ। ਪਹਿਲੀਆਂ 4 ਪੌੜੀਆਂ ਦੇ ਅੰਦਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਉਸਤਤ ਇਹਨਾਂ ਨੇ ਕਥਨ ਕਰਨਾ ਕੀਤੀ ਹੈ। ਅਗਲੀਆਂ 4 ਪੌੜੀਆਂ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਚਾਰੇ ਹੀ ਸਤਿਗੁਰਾਂ ਦੀ ਉਸਤਤ ਹੈ। ਇਸ ਪ੍ਰਕਾਰ 8 ਪੌੜੀਆਂ ਵਾਲੀ ਵਾਰ ਬਣਾਈ ਹੈ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕਰਕੇ ਸਤਿਗੁਰਾਂ ਦੀ ਵਡਿਆਈ ਵਾਲੀ ਵਾਰ ਜਾਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਕਰ ਦਿੱਤੀ ਤੇ ਨਾਲ ਬਚਨ ਕਰਨਾ ਕੀਤਾ, ਜਿਹੜਾ ਵੀ ਕੋਈ ਗੁਰਸਿੱਖ ਅੰਮ੍ਰਿਤ ਵੇਲੇ ਨਿਤਨੇਮ ਦੇ ਨਾਲ ਇਸ ਵਾਰ ਦਾ ਪਾਠ ਕਰੇਗਾ ਨਾ, ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਏ ਬਲਵੰਡ ਤੇ ਸੱਤੇ ਦੇ ਸਰੀਰਾਂ ਨੂੰ ਹੱਥ ਲਾਏ ਨੇ। ਪਵਿੱਤਰ ਹਸਤ ਕਮਲ ਛੋਹਦਿਆ ਸਾਰ ਉਹਨਾਂ ਦੀਆਂ ਦੇਹੀਆਂ ਕੰਚਨ ਵਰਗੀਆਂ ਸ਼ੁੱਧ ਹੋ ਗਈਆਂ। ਜਿਹੜਾ ਸਰੀਰ ਤੇ ਰੋਗ ਸੀ ਉਸਦਾ ਨਾਮੋ ਨਿਸ਼ਾਨ ਵੀ ਨਾ ਰਿਹਾ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਸਤਿਗੁਰੂ ਜੀ ਦਾ ਜਸ ਉਚਾਰਨੇ ਕਰਕੇ ਇਹਨਾਂ ਦਾ ਇਹ ਕੋੜ ਦਾ ਰੋਗ ਮਿਟਿਆ। ਜਿਹੜਾ ਵੀ ਸਤਿਗੁਰੂ ਜੀ ਦਾ ਜਸ ਰੂਪੀ ਇਸ ਵਾਰ ਨੂੰ ਪੜਿਆ ਕਰੇਗਾ ਉਸ ਦੇ ਸਾਰੇ ਰੋਗ ਦੂਰ ਹੋਣਗੇ। ਤੇ ਸਾਧ ਸੰਗਤ ਜੀ, ਅੱਜ ਵੀ ਬਹੁਤ ਗੁਰਸਿੱਖ ਪਿਆਰੇ ਨੇਮੀ ਐਸੇ ਨੇ ਜਿਹੜੇ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ 5 ਪਾਠ ਸੱਤੇ ਬਲਵੰਡੇ ਜੀ ਵਾਰ ਦੇ ਕਰਦੇ ਨੇ। ਸਰੀਰ ਦੇ ਉੱਪਰ ਰੋਗ ਕਸ਼ਟ ਆ ਜਾਵੇ ਨਾ ਤੇ ਫਿਰ ਗੁਰਮੁਖ ਸਤਿਗੁਰੂ ਜੀ ਦੇ ਬਚਨਾਂ ਦੇ ਅਨੁਸਾਰ ਇਹ ਜੁਗਤੀ ਕਮਾਉਂਦੇ ਨੇ ਕਿ ਨਿਤਨੇਮ ਦੇ ਨਾਲ 5 ਪਾਠ ਰੋਜ਼ ਸੱਤੇ ਬਲਵੰਡੇ ਦੀ ਵਾਰ ਦੇ ਕਰਨੇ। ਜਿਤਨੇ ਸਰੀਰਕ ਰੋਗ ਨੇ, ਕੋੜ ਤੱਕ ਦੇ ਰੋਗ ਇਸ ਦੇ ਨਾਲ ਮਿਟ ਜਾਂਦੇ ਨੇ ਜਿਹੜੇ ਰੋਜ਼ 5 ਪਾਠ ਕਰਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ ਲੈਣਾ ਕੀਤਾ ਹੈ। ਸੋ ਇਸੇ ਪ੍ਰਕਾਰ ਲਾਹੌਰ ਤੋਂ ਚੱਲ ਕਰਕੇ ਭਗਤ ਕਾਨਾ, ਸ਼ਾਹ ਹੁਸੈਨ, ਪੀਲੂ ਇਤਿਆਦਿਕ ਚੱਲ ਕਰਕੇ ਆਏ ਨੇ ਜੀ। ਅਸੀਂ ਵੀ ਆਪਣੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਅੰਦਰ ਲਿਖਾ ਕਰਕੇ ਅਸੀਂ ਵੀ ਅਮਰ ਹੋ ਜਾਈਏ। ਪਰ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪੁੱਜੇ ਨੇ, ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ, ਪਰ ਹਿਰਦੇ ਦੇ ਅੰਦਰ ਹੰਕਾਰ ਹੈ ਕਿ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ। ਕਿਉਂਕਿ ਸਾਧ ਸੰਗਤ ਜੀ, ਜਿਸ ਵੇਲੇ ਮੈਂ ਆ ਜਾਂਦੀ ਹੈ ਨਾ ਤਾਂ ਉਹ ਕਿਸੇ ਵੀ ਅਵਸਥਾ ਦੇ ਅੰਦਰ ਜੀਵ ਨੂੰ ਭਟਕਾ ਦਿੰਦੀ ਹੈ। ਮਹਾਰਾਜ ਆਪ ਜੀ ਨੇ ਜਿਹੜੇ ਹੋ ਗੁਜ਼ਰੇ ਭਗਤ ਨੇ, ਜਿਨ੍ਹਾਂ ਦੇ ਸਰੀਰ ਦੁਨੀਆ ਤੇ ਨਹੀਂ, ਜਿਨ੍ਹਾਂ ਦੇ ਪਰਿਵਾਰ ਵੀ ਦੁਨੀਆ ਤੇ ਨਹੀਂ, ਉਹਨਾਂ ਦੀ ਬਾਣੀ ਆਪ ਜੀ ਨੇ ਲਿਖ ਦਿੱਤੀ ਤੇ ਸਾਨੂੰ ਤੁਸੀਂ ਯਾਦ ਹੀ ਨਹੀਂ ਕੀਤਾ। ਸਾਡੀ ਰਾਜ ਦਰਬਾਰ ਅੰਦਰ ਕੁਰਸੀ ਲੱਗਦੀ ਏ, 500 ਸਾਲਾਂ ਦੀ ਮੇਰੀ ਉਮਰ ਹੈ, ਵੱਡੀ ਉਮਰ ਵਾਲਾ ਮੈਂ ਬਜ਼ੁਰਗ ਹਾਂ, ਲੋਕਾਂ ਦੇ ਵਿੱਚ ਮੇਰੀ ਮਾਨਤਾ ਏ। ਇਹ ਭਗਤ ਕਾਨਾ ਕਹਿ ਰਿਹਾ ਹੈ। ਤੇ ਮਹਾਰਾਜ, ਸਾਨੂੰ ਇੰਨੀਆਂ ਵਡਿਆਈਆਂ ਵਾਲੇ ਭਗਤਾਂ ਨੂੰ ਤੁਸੀਂ ਯਾਦ ਹੀ ਨਹੀਂ ਕੀਤਾ। ਮਹਾਰਾਜ, ਜੇ ਸਾਡੀ ਬਾਣੀ ਨਾ ਲਿਖੋਗੇ ਤੇ ਤੁਹਾਡੇ ਲਿਖੇ ਹੋਏ ਗ੍ਰੰਥ ਸਾਹਿਬ ਜੀ ਦੀ ਪ੍ਰਸਿੱਧਤਾ ਕਿਵੇਂ ਹੋਵੇਗੀ? ਕੌਣ ਪੜ੍ਹੇਗਾ? ਸਿਆਣੇ ਲੋਕਾਂ ਨਹੀਂ ਪੜ੍ਹਨਾ ਜੇ ਤੁਸੀਂ ਸਾਡੀ ਬਾਣੀ ਨਾ ਲਿਖੀ ਤੇ। ਹਜ਼ੂਰ ਜੀ ਨੇ ਤੱਕਣਾ ਕੀਤਾ ਤੇ ਸਹਿਤ ਹੰਕਾਰ ਦੇ ਬਚਨ ਪਿਆ ਕਰਦਾ। ਠੀਕ ਹੈ ਭਾਈ ਕਾਨਾ, ਉਹਨਾਂ ਭਗਤਾਂ ਦੀ ਬਾਣੀ ਗੁਰਮਤ ਦੇ ਸਿਧਾਂਤਾਂ ਦੇ ਅਨੁਕੂਲ ਸੀ ਤਾਂ ਅਸਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਅੰਦਰ ਚੜਾਈ ਹੈ। ਜੇਕਰ ਤੇਰੀ ਬਾਣੀ ਅਥਵਾ ਤੁਹਾਡੀ ਬਾਣੀ ਨਾਲ ਹੋਏ ਭਗਤਾਂ ਦੀ, ਛੱਜੂ ਜੀ, ਟੀਲੂ ਜੀ, ਸ਼ਾਹ ਹੁਸੈਨ ਜੀ ਕਾਨਾ, ਤੇਰੇ ਸਮੇਤ ਜੇ ਇਹਨਾਂ ਦੀ ਬਾਣੀ ਗੁਰਮਤ ਦੇ ਅਨੁਕੂਲ ਹੋਈ ਤੇ ਅਸੀਂ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੇ ਅੰਦਰ ਚੜਾਵਾਂਗੇ। ਆਪਣੀ ਬਾਣੀ ਰਚੋ। ਇਸ ਵੇਲੇ ਬੜੇ ਹੰਕਾਰ ਦੇ ਸਹਿਤ ਹੋ ਕਰਕੇ ਕਾਨਾ ਨੇ ਉਚਾਰਨਾ ਕੀਤਾ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਣ ਸਭ ਖੋਜ ਹੈ। ਕਹਿਣ ਲੱਗਾ, ਜਿਸ ਨੂੰ ਵੇਦ ਵਡਿਆਉਂਦੇ ਨੇ, ਪ੍ਰਾਣ ਖੋਜਦੇ ਨੇ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਜਿਸ ਦੀ ਸੇਵਾ ਕਰਦੇ ਨੇ, ਜਿਸ ਨੂੰ ਲੱਭਦੇ ਫਿਰਦੇ ਨੇ, ਮੈਂ ਉਹੀ ਸਰੂਪ ਹਾਂ, ਮੈਂ ਉਹੀ ਰੱਬ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਕਾਨਾ, ਤੂੰ ਆਤਮ ਸਰੂਪ ਨੂੰ ਪ੍ਰਾਪਤ ਕੀਤਾ ਹੈ। ਆਤਮ ਸਰੂਪ ਸੱਚਮੁੱਚ ਹੀ ਪ੍ਰਮਾਤਮਾ ਦੀ ਅੰਸ਼ ਹੋਣੇ ਕਰਕੇ ਉਸੇ ਦਾ ਹੀ ਰੂਪ ਹੈ। ਭਾਵੇਂ ਇਸੇ ਹੀ ਸਰੂਪ ਨੂੰ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਸੱਚਮੁੱਚ ਲੱਭਦੇ ਫਿਰਦੇ ਨੇ, ਭਾਵੇਂ ਕਿ ਤੂੰ ਬ੍ਰਹਮ ਗਿਆਨ ਕਥਨ ਕੀਤਾ ਹੈ, ਪਰ ਇਹ ਹੰਕਾਰ ਦੇ ਸਹਿਤ ਹੈ। ਇਹ ਹੰਕਾਰ ਵਾਲਾ ਬ੍ਰਹਮ ਗਿਆਨ ਅਸੀਂ ਸਿੱਖਾਂ ਨੂੰ ਨਹੀਂ ਪੜ੍ਹਾ ਸਕਦੇ। ਗੁਰਮਤਿ ਦੀ ਸਿੱਖਿਆ ਇਹ ਹੈ, ਬ੍ਰਹਮ ਗਿਆਨ ਨੂੰ ਹਿਰਦੇ ਦੇ ਅੰਦਰ ਰੱਖਣਾ, ਮੁੱਖ ਭਗਤੀ ਵਰਤਨ ਵੈਰਾਗ ਰੱਖਣਾ ਹੈ। ਮੁੱਖ ਦੇ ਵਿੱਚ ਸਦਾ ਭਗਤੀ ਰੱਖਣੀ ਹੈ, ਵੈਰਾਗੀ ਹੋ ਕਰਕੇ ਵਰਤਣਾ ਹੈ, ਤੇ ਜਿਹੜਾ ਗਿਆਨ ਇਸ ਨੂੰ ਹਿਰਦੇ ਦੇ ਅੰਦਰ ਰੱਖਣਾ ਹੈ। ਹਿਰਦੇ ਗਿਆਨ, ਮੁੱਖ ਭਗਤੀ ਵਰਤਨ ਵੈਰਾਗ। ਤੇ ਜੇ ਤੇਰੀ ਹੰਕਾਰ ਵਾਲੀ ਬਾਣੀ ਸਿੱਖਾਂ ਨੂੰ ਪੜਾਵਾਂਗੇ, ਸਿੱਖ ਹੰਕਾਰੀ ਹੋ ਜਾਣਗੇ। ਜੇ ਹੰਕਾਰੀ ਹੋ ਗਏ ਫਿਰ ਨਰਕਾਂ 'ਚ ਪੈਣਗੇ, ਤੇ ਜੇ ਨਰਕਾਂ 'ਚ ਪੈ ਗਏ ਤੇ ਫਿਰ ਗੁਰੂ ਕੀ ਸ਼ਰਨ ਤੇ ਬਾਣੀ ਪੜ੍ਹਨੇ ਦਾ ਫਾਇਦਾ ਕੀ ਹੋਇਆ? ਤੇਰੀ ਬਾਣੀ ਨਹੀਂ ਲਿਖ ਸਕਦੇ। ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਕਾਨਾ, ਜਿਹੜਾ ਬ੍ਰਹਮ ਗਿਆਨ ਹੈ ਨਾ, ਘਿਓ ਵਰਗਾ ਹੁੰਦਾ ਹੈ, ਪਰ ਜਿਸ ਦੇ ਰੇਸ਼ੇ ਤੇ ਪਹਿਲੇ ਬਲਗਮ ਹੋਵੇ, ਪਹਿਲੇ ਹੀ ਰੇਸ਼ਾ ਹੋਵੇ ਜਿਸ ਦੀ ਛਾਤੀ ਤੇ, ਉਸ ਨੂੰ ਘਿਓ ਦੇ ਦਈਏ ਤੇ ਛਾਤੀ ਹੋਰ ਭਾਰੀ ਹੋ ਜਾਂਦੀ, ਰੋਗ ਵੱਧ ਜਾਂਦਾ। ਭਾਵੇਂ ਕਿ ਉਹ ਘਿਓ ਅਤਿਅੰਤ ਗੁਣਕਾਰੀ ਹੈ, ਪਰ ਜੇ ਕਿਸੇ ਨੂੰ ਪਹਿਲਾਂ ਹੀ ਗਰਮੀ ਹੋਈ ਹੈ, ਉਸ ਨੂੰ ਘਿਓ ਖਵਾ ਦਈਏ ਤੇ ਉਸ ਨੂੰ ਮਰੋੜ ਲੱਗ ਜਾਂਦੇ ਨੇ, ਅਤਿਸਾਰ ਹੋ ਜਾਂਦਾ ਹੈ। ਰੋਗ ਜਿਹੜਾ ਉਹ ਸਰੀਰ ਨੂੰ ਲੱਗ ਜਾਂਦਾ ਹੈ। ਜਿਹੜੇ ਘਿਓ ਨੇ ਗੁਣ ਕਰਨਾ ਸੀ, ਗੁਣ ਤੇ ਨਹੀਂ ਕਰਦਾ, ਸਰੀਰ ਦੇ ਅੰਦਰ ਰੋਗ ਪੈਦਾ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜਾ ਤੂੰ ਬ੍ਰਹਮ ਗਿਆਨ ਕਥਨ ਕੀਤਾ, ਜੀਵ ਤੇ ਪਹਿਲਾਂ ਹੀ ਜਿਹੜੇ ਵਿਕਾਰੀ ਨੇ, ਸੋ ਵਿਕਾਰਾਂ ਰੂਪੀ ਦੋਸ਼ ਰੇਸ਼ਾ ਤੇ ਪਹਿਲਾਂ ਹੀ ਛਾਤੀਆਂ ਵਿੱਚ ਠਹਿਰਿਆ ਹੋਇਆ ਹੈ, ਤੇ ਹੰਕਾਰ ਵਾਲੇ ਬਚਨ ਪੜ੍ਹਨੇ ਤੇ ਛਾਤੀ ਹੋਰ ਭਾਰੀ, ਹੋਰ ਹੰਕਾਰੀ ਹੋ ਜਾਣਾ ਜੀ, ਅਸੀਂ ਰੱਬ ਹਾਂ, ਅਸੀਂ ਸਭ ਕੁਝ ਹਾਂ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਜਿਹੜੇ ਮਾਇਆ ਦੇ ਜਾਲ ਵਿੱਚ ਪਹਿਲਾਂ ਹੀ ਫਸੇ ਹੋਏ ਨੇ,
ਉਹਨਾਂ ਨੂੰ ਜੇਕਰ ਇਹ ਦੇ ਦਈਏ ਬ੍ਰਹਮ ਗਿਆਨ ਕਿ ਅਸੀਂ ਹੀ ਰੱਬ ਤੇ ਵਿਭੂਤੀ ਦੇ ਮਾਲਕ ਵੀ ਅਸੀਂ ਆ, ਤੇ ਅਤਿਸਾਰ ਹੋ ਜਾਵੇਗਾ। ਕਹਿਣ ਤੋਂ ਭਾਵ ਹੋਰ ਵਿਕਾਰ ਵੱਧ ਜਾਣਗੇ, ਮਾਇਆ ਦੀ ਪਕੜ ਵੱਧ ਜਾਣੀ, ਹੰਕਾਰ ਵੱਧ ਜਾਵੇਗਾ। ਕਹਿਣ ਲੱਗੇ ਮਹਾਰਾਜ ਬ੍ਰਹਮ ਗਿਆਨ ਤੇ ਤੁਸਾਂ ਵੀ ਆਪਣੀ ਗੁਰਬਾਣੀ ਦੇ ਅੰਦਰ ਕਥਨ ਕੀਤਾ ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਆ, ਘਿਓ ਦੇ ਵਿੱਚ ਜੇ ਮਿਸ਼ਰੀ ਮਿਲਾ ਕੇ ਦੇ ਦਈਏ ਨਾ ਤੇ ਛਾਤੀ ਤੋਂ ਜਿਹੜਾ ਰੇਸ਼ਾ ਉਹ ਵੀ ਸਾਫ਼ ਹੋ ਜਾਂਦਾ ਤੇ ਅਤਿਸਾਰ ਵੀ ਨਹੀਂ ਲੱਗਦਾ ਤੇ ਹਜਮ ਵੀ ਹੋ ਜਾਂਦਾ ਹੈ। ਇਸ ਕਰਕੇ ਅਸੀਂ ਬ੍ਰਹਮ ਗਿਆਨ ਰੂਪੀ ਘਿਓ ਦੇ ਵਿੱਚ ਭਗਤੀ ਰੂਪੀ ਮਿਸ਼ਰੀ ਮਿਲਾ ਦਿੱਤੀ ਏ। ਭਗਤੀ ਦੇ ਸਹਿਤ ਉਪਦੇਸ਼ ਦੇਣਾ ਕੀਤਾ ਜਿਹੜਾ ਸਭਨਾਂ ਦਾ ਭਲਾ ਕਰਦਾ ਹੈ। ਗੁੱਸੇ ਦੇ ਵਿੱਚ ਆਇਆ, ਕਹਿਣ ਲੱਗਾ ਜੀ ਤੁਸਾਂ ਮੇਰੀ ਬਾਣੀ ਨਹੀਂ ਲਿਖੀ, 500 ਸਾਲਾਂ ਦੀ ਮੇਰੀ ਉਮਰ, ਸੰਗਤ ਵਿੱਚ ਇਨਕਾਰ ਕਰਕੇ ਮੇਰਾ ਨਿਰਾਦਰ ਕਰ ਦਿੱਤਾ ਹੈ। ਤੇ ਇਸ ਵੇਲੇ ਭਵਿੱਖਤ ਬਚਨ ਕਹਿਣ ਲੱਗਾ, ਤੁਹਾਡਾ ਜਿਹੜਾ ਸਰੀਰ ਹੈ ਤੁਰਕਾਂ ਦੇ ਘਰ ਵਿਖੇ ਛੁੱਟੇਗਾ, ਵੱਡੇ ਭਾਰੀ ਕਸ਼ਟ ਨੂੰ ਸਹਾਰ ਕਰਕੇ ਸ਼ਹੀਦ ਹੋਵੋਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਵਚਨ ਫਰਮਾਇਆ, ਕੀ ਹੋਇਆ ਜੇ ਤੂੰ ਸਾਡੀ ਹੋਣਹਾਰ ਨੂੰ ਜਾਣ ਲਿਆ। ਤੇ ਇਹ ਤੇ ਸਾਡੇ ਨਾਨਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੀ ਮਾਤਾ ਬੀਬੀ ਭਾਨੀ ਜੀ ਨੂੰ ਪਹਿਲੇ ਬਚਨ ਕਰ ਦਿੱਤੇ ਸੀ ਕਿ ਜੇ ਗੁਰਤਾ ਗੱਦੀ ਘਰ ਵਿੱਚ ਰੱਖਣੀ ਹੈ, ਤਵੀਆਂ ਤੇ ਭੁੱਜਣਾ ਪਵੇਗਾ, ਰੇਤਾ ਸੀਸ ਵਿੱਚ ਪਵਾਉਣਾ ਪਵੇਗਾ, ਦੇਗਾ ਵਿੱਚ ਉਬਲਣਾ ਪਵੇਗਾ। ਉਹ ਤੇ ਬਚਨ ਪਹਿਲੇ ਸਤਿਗੁਰੂ ਦੇਵ ਪਿਤਾ ਜੀ ਨੇ ਕੀਤੇ ਨੇ। ਕੀ ਹੋਇਆ ਤੂੰ ਸਾਡੀ ਹੋਣਹਾਰ ਨੂੰ ਜਾਣ ਲਿਆ, ਪਰ ਜਿਸ ਦਸਮ ਦਵਾਰ ਦਾ ਮਾਣ ਤੂੰ ਕਰਨਾ, ਤੇਰਾ ਕਿਹੜਾ ਰਹਿ ਜਾਣਾ, ਲਾਹੌਰ ਤੇ ਤੂੰ ਵੀ ਨਹੀਂ ਪਹੁੰਚਣਾ, ਰਾਹ 'ਚ ਤੇਰਾ ਦਸਮ ਦਵਾਰ ਫੁੱਟ ਜਾਣਾ। ਕਹਿਣ ਲੱਗਾ ਜੀ ਮੌਤ ਮੈਨੂੰ ਆ ਨਹੀਂ ਸਕਦੀ, ਦਸਮ ਦਵਾਰ ਸਵਾਸ ਟਕਾ ਲੈਣਾ, 500 ਸਾਲਾਂ ਦੀ ਉਮਰ ਹੈ, ਚਿਰੰਕਾਲ ਜੀਵਾਂਗਾ। ਪਰ ਸਤਿਗੁਰੂ ਜੀ ਨੇ ਦੱਸਿਆ ਕਿ ਤੂੰ ਲਾਹੌਰ ਪਹੁੰਚਣਾ ਹੀ ਨਹੀਂ। ਫਿਰ ਇਸੇ ਪ੍ਰਕਾਰ ਛੱਜੂ ਨੇ, ਪੀਲੂ ਨੇ, ਸਾਹਬ ਹੁਸੈਨ ਨੇ ਬਾਣੀ ਰਚੀ ਹੈ। ਗੁਰਮਤਿ ਦੇ ਅਨੁਕੂਲ ਨਾ ਹੋਣ ਦੇ ਕਾਰਨ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਤੇ ਇਸ ਨੂੰ ਜਗ੍ਹਾ ਨਹੀਂ ਦਿੱਤੀ। ਸਾਰੇ ਨਿਰਾਸ਼ ਹੋ ਕੇ ਮੁੜੇ ਨੇ। ਆਪਣੇ ਰੱਥ ਤੇ ਕਾਨਾ ਸਵਾਰ ਹੋਇਆ, ਚੌਂਕੜਾ ਮਾਰਿਆ, ਕਮਲ ਆਸਨ ਇਸਨੇ ਲਾ ਲੈਣਾ ਕੀਤਾ ਹੈ। ਐਸੀ ਇਸਨੇ ਪੌਣ ਸਾਧੀ ਏ, ਦਸਮ ਦਵਾਰ ਸਵਾਸ ਚੜਾ ਲਏ ਨੇ, ਰੱਥ ਦੌੜਦਾ ਜਾਂਦਾ ਹੈ, ਰਸਤੇ ਵਿੱਚ ਸਹਿਮੇ ਜਾਂਦੇ ਨੇ। ਸਤਿਗੁਰੂ ਜੀ ਨੇ ਕਿਹਾ ਸੀ ਰਾਹ 'ਚ ਮਰ ਜਾਣਾ, ਲਾਹੌਰ ਪਹੁੰਚਣਾ ਨਹੀਂ। ਜਦੋਂ ਲਾਹੌਰ ਸਾਹਮਣੇ ਦਿਸਣ ਲੱਗ ਗਿਆ, ਹੁਣ ਕਾਨਾ ਤੇ ਦਸਮ ਦਵਾਰ ਸਵਾਸ ਚੜਾ ਕੇ ਬੈਠਾ ਨਾ, ਪਰ ਪੀਲੂ, ਛੱਜੂ ਤੇ ਸ਼ਾਹ ਹੁਸੈਨ ਨੇ ਸੁੱਖ ਦਾ ਸਾਹ ਲਿਆ ਵੀ ਹੁਣ ਲਾਹੌਰ ਆ ਗਏ, ਹੁਣ ਬਚ ਜਾਵੇਗਾ ਕਾਨਾ। ਪਰ ਐਸੀ ਭਾਰੀ ਵਰਤੀ, ਤੇਜ਼ ਹਨੇਰੀ ਝੱਖੜ ਇੰਨੇ ਜ਼ੋਰ ਦੇ ਨਾਲ ਆਇਆ, ਘੋੜੇ ਬੇਕਾਬੂ ਹੋ ਕਰਕੇ ਭੱਜਣ ਲੱਗੇ ਜਿਹੜੇ ਰੱਥ ਦੇ ਸਨ। ਤੇ ਰੱਥ ਜਦੋਂ ਤੇਜ਼ੀ ਦੇ ਨਾਲ ਡੋਲਦਾ ਹੋਇਆ ਦੌੜਦਾ ਹੈ, ਇੱਕ ਪੱਥਰ ਦੇ ਉੱਪਰ ਜਿਹੜਾ ਪਹੀਆ ਸੀ ਰੱਥ ਦਾ ਚੜਿਆ, ਜਿਸ ਦੇ ਨਾਲ ਜ਼ੋਰ ਦਾ ਹੁਲਾਰਾ ਵੱਜਾ ਤੇ ਜਿਹੜਾ ਭਗਤ ਕਾਨਾ ਸੀ ਰੱਥ ਤੋਂ ਜ਼ਮੀਨ ਤੇ ਡਿੱਗਾ। ਰੱਥ ਦਾ ਜਿਹੜਾ ਪਹੀਆ ਸੀ, ਚੱਕਾ ਸੀ, ਇਸ ਦੇ ਸਿਰ ਦੇ ਉੱਪਰੋਂ ਦੀ ਲੰਘਿਆ। ਇਸ ਦਾ ਜਿਹੜਾ ਸਿਰ ਸੀ ਦਸਮ ਦਵਾਰ ਫੁੱਟ ਗਿਆ। ਹੰਕਾਰੀ ਲਾਹੌਰ ਵਾਪਸ ਪਹੁੰਚ ਹੀ ਨਹੀਂ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਚਨ ਸੱਤ ਹੋਇਆ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ, ਪ੍ਰਭਾਤੀ ਵਿਭਾਸ ਰਾਗ ਲਿਖਿਆ ਗਿਆ ਹੈ। ਇਤਨੇ ਸਮੇਂ ਨੂੰ ਪੰਡਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼੍ਰੀ ਚਰਨਾਂ ਵਿਖੇ ਆਣ ਹਾਜ਼ਰ ਹੋਏ ਨੇ। ਮਸਤਕ ਟੇਕਿਆ ਗੁਰਬਾਣੀ ਦੇ 4 ਸ਼ਲੋਕ ਸਹਿਸਕ੍ਰਿਤੀ ਦੇ, ਜੋ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ 4 ਸ਼ਲੋਕੀ ਗੀਤਾ ਵੀ ਕਿਹਾ ਜਾਂਦਾ ਹੈ। ਅੰਮ੍ਰਿਤ ਬਾਣੀ ਹੈ ਨਾ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਦੰ, ਮੁਖ ਝੂਠ ਵਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਇ ਧੋਤੀ ਵਸਤਰ ਕਪਾਟੰ, ਜੋ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚਉ ਕਰਮੰ, ਕਹੋ ਨਾਨਕ ਨਿਸ਼ਚਉ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਜਿਹੜੇ 4 ਸ਼ਲੋਕ ਲੈ ਕਰਕੇ ਗੁਰਦੇਵ ਪਿਤਾ ਦੇ ਚਰਨਾਂ ਤੇ ਨਤਮਸਤਕ ਹੋਏ ਨੇ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇਵੋ, ਹਿਰਦਾ ਸ਼ਾਂਤ ਹੋਵੇ। ਮਹਾਰਾਜ ਜੀ ਨੇ ਪੁੱਛਿਆ, ਭਾਈ ਤੁਸੀਂ ਕੌਣ ਹੋ? ਤੇ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਪੰਡਤ ਹਰੀ ਲਾਲ, ਕ੍ਰਿਸ਼ਨ ਲਾਲ, ਕਾਂਸੀ ਬਨਾਰਸ ਗੰਗਾ ਦੇ ਕਿਨਾਰੇ ਰਹਿੰਦੇ ਤੇ ਉੱਥੋਂ ਚੱਲ ਕੇ ਆਏ ਆ। ਮਹਾਰਾਜ ਆ ਗੁਰਬਾਣੀ ਦੇ 4 ਸ਼ਲੋਕ ਆਪ ਜੀ ਦੇ ਵੱਡਿਆਂ ਸਤਿਗੁਰਾਂ ਨੇ, ਵੱਡਿਆਂ ਬਜ਼ੁਰਗ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡਿਆਂ ਬਜ਼ੁਰਗਾਂ ਨੂੰ ਕਿਰਪਾ ਕਰਕੇ ਉਪਦੇਸ਼ ਦੇ ਕੇ ਬਖਸ਼ੇ ਸਨ। ਮਹਾਰਾਜ ਅਸੀਂ ਬਹੁਤ ਵਿਦਿਆ ਪੜ੍ਹੀ ਏ, ਵਿਦਿਆ ਪੜ੍ਹ ਕੇ ਅਤਿਅੰਤ ਵੱਡੇ ਵਿਦਵਾਨ ਬਣ ਗਏ, ਪਰ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਫਿਰ ਅਸੀਂ ਆਪਣੇ ਬਜ਼ੁਰਗਾਂ ਦਾ ਪੁਸਤਕ ਲੈ, ਉਹਨਾਂ ਦੀ ਲਾਇਬ੍ਰੇਰੀ ਦੇਖੀ ਕਿ ਸ਼ਾਇਦ ਕੋਈ ਐਸਾ ਸਾਨੂੰ ਉਪਦੇਸ਼ ਮਿਲੇ ਜਿਸ ਦੇ ਨਾਲ ਹਿਰਦੇ ਨੂੰ ਠੰਡ ਪਵੇ। ਤੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਹ 4 ਸ਼ਲੋਕ ਸਾਨੂੰ ਪ੍ਰਾਪਤ ਹੋਏ। ਜਿਸ ਵੇਲੇ ਪੜ੍ਹੇ ਤੇ ਹਿਰਦਾ ਸ਼ਾਂਤ ਹੋਇਆ, ਹਿਰਦੇ ਦੀ ਭਾਵਨਾ ਆਈ। ਪੁੱਛਿਆ ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਸਥਾਨ ਤੇ ਤਿੰਨਾਂ ਦੀ ਗੁਰਤਾ ਗੱਦੀ ਤੇ ਕੌਣ ਹੈ? ਪਤਾ ਲੱਗਿਆ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਗੁਰਤਾ ਗੱਦੀ ਤੇ ਸ਼ੋਭ ਨਹੀਂ ਕੋ। ਫਿਰ ਆਪ ਜੀ ਦੇ ਪਾਵਨ ਦੀਦਾਰੇ ਕਰਕੇ ਕਰਨ ਵਾਸਤੇ ਚੱਲ ਕਰਕੇ ਆਏ ਹਾਂ ਜੀ। ਸਾਧ ਸੰਗਤ ਜੀ, ਇਹ ਜਿਹੜੇ 4 ਸ਼ਲੋਕ ਲੈ ਕਰਕੇ ਆਏ ਸਨ ਨਾ,
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਸ ਵੇਲੇ ਕਾਂਚੀ ਗਏ, ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਸ਼ਿਵ ਜੀ ਨੇ ਭਾਵ ਮਹਾਦੇਵ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਰਾਧਨਾ ਕੀਤੀ। ਸੱਚੇ ਪਾਤਸ਼ਾਹ ਜਿਵੇਂ ਆਪ ਕੁੱਲ ਸ੍ਰਿਸ਼ਟੀ ਦੇ ਅੰਦਰ ਵਿਚਰ ਕਰਕੇ ਜੀਵਾਂ ਦਾ ਉਧਾਰ ਕਰ ਰਹੇ ਹੋ, ਇਹ ਮੇਰੀ ਕਾਂਚੀ ਦੇ ਪੰਡਤ ਬ੍ਰਾਹਮਣ ਵੀ ਬੜੇ ਹੰਕਾਰੀ ਹੋ ਗਏ ਨੇ, ਕਿਰਪਾ ਕਰਕੇ ਇਹਨਾਂ ਦਾ ਵੀ ਹੰਕਾਰ ਤੋੜੋ, ਇਹਨਾਂ ਦਾ ਵੀ ਮਾਣ ਤੋੜੋ, ਇਹਨਾਂ ਦਾ ਵੀ ਭਲਾ ਕਰੋ, ਕਾਂਚੀਪੁਰੀ ਦਾ ਵੀ ਭਲਾ ਹੋਵੇ। ਤੇ ਮਹਾਦੇਵ ਦੀਆਂ ਪੁਕਾਰਾਂ ਸੁਣ ਕੇ, ਅਰਦਾਸਾਂ ਸੁਣ ਕੇ ਹੰਕਾਰੀਆਂ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਾਂਚੀ ਪੁੱਜੇ ਨੇ। ਤੇ ਕਾਂਚੀ ਲਕਸ਼ਾ ਰੋਡ ਤੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਹੈ। ਉਸ ਵੇਲੇ ਇੱਕ ਬਾਗ ਸੀ ਪਰ ਸਾਰਾ ਸੁੱਕਾ ਹੋਇਆ ਸੀ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਉਸ ਬਾਗ ਦੇ ਅੰਦਰ ਪਾਏ ਨਾ, ਤੇ ਸਾਧ ਸੰਗਤ ਜੀ ਨਿਮਕ ਮਾਤਰ ਸਮੇਂ ਦੇ ਅੰਦਰ ਹੀ ਉਹ ਜਿਹੜਾ ਸੁੱਕਾ ਹੋਇਆ ਬਾਗ ਸੀ ਹਰਿਆ ਭਰਿਆ ਹੋ ਗਿਆ। ਸਤਿਗੁਰੂ ਜੀ ਦਾ ਬੜਾ ਜਸ ਹੋਇਆ, ਬੜੀ ਵਡਿਆਈ ਹੋਈ ਕਾਂਚੀਪੁਰੀ ਦੇ ਵਿੱਚ। ਤੇ ਕਾਂਚੀਪੁਰੀ ਦੇ ਵਿੱਚ ਇੱਕ ਪੰਡਤ ਸੀ ਜਿਸ ਦਾ ਨਾਮ ਸੀ ਪੰਡਤ ਗੋਪਾਲ ਦੱਤ। ਉਸਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ ਸੀ, ਜੋ ਰਿਖੀ ਵੇਦ ਵਿਆਸ ਜੀ ਨੇ ਭਵਿੱਖਤ ਪੁਰਾਣ ਲਿਖਿਆ ਤੇ ਵਿੱਚ ਲਿਖਿਆ ਹੋਇਆ ਕਲਯੁਗ ਦੇ ਸਮੇਂ ਦੇ ਵਿੱਚ ਨਿਰੰਕਾਰ ਜੀ ਆਪ ਧਰਤੀ ਤੇ ਅਵਤਾਰ ਲੈ ਕੇ ਆਉਣਗੇ, ਨਾਮ ਉਹਨਾਂ ਦਾ ਨਾਨਕ ਹੋਵੇਗਾ। ਤੇ ਜਿਸ ਵੇਲੇ ਗੋਪਾਲ ਦੱਤ ਨੇ ਸੁਣਨਾ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਨੇ, ਬੜਾ ਵੱਡਾ ਭਾਰੀ ਵਿਦਵਾਨ ਸੀ, ਇਸ ਨੂੰ ਮਾਣ ਸੀ ਮੇਰੇ ਤੋਂ ਵੱਡਾ ਕੋਈ ਵਿਦਵਾਨ ਹੀ ਨਹੀਂ ਹੋ ਸਕਦਾ। ਸੋ ਸਤਿਗੁਰੂ ਜੀ ਦੇ ਪਾਸ ਪੁੱਜਾ ਤੇ ਆ ਕਰਕੇ ਪੁੱਛਣ ਲੱਗਾ ਕਿੰ ਸ਼ਾਸਤਰੰ ਅਧਿਤੰ, ਮਹਾਰਾਜ ਜੀ ਤੁਸੀਂ ਕਿਹੜਾ ਕਿਹੜਾ ਸ਼ਾਸਤਰ ਪੜ੍ਹਿਆ, ਕਿਹੜੇ ਕਿਹੜੇ ਗ੍ਰੰਥ ਪੜ੍ਹੇ ਤੁਸੀਂ, ਜੇ ਕੋਈ ਗ੍ਰੰਥ ਪੜ੍ਹਿਆ ਤੇ ਮੇਰੇ ਨਾਲ ਚਰਚਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਚਾਰ ਕਰਨਾ ਕੀਤੀ, ਇਹ ਹੰਕਾਰੀ ਏ, ਵਿਦਿਆ ਦਾ ਹੰਕਾਰ ਕਰਦਾ, ਜੇ ਆਪ ਇਸ ਨੂੰ ਚਰਚਾ ਕਰਕੇ ਜਿੱਤੀਏ ਤੇ ਕੋਈ ਵੱਡੀ ਗੱਲ ਨਹੀਂ। ਕੋਈ ਅਨਪੜ੍ਹ ਜਿਹਾ, ਕੋਈ ਗਵਾਰ ਜਿਹਾ ਬੰਦਾ ਹੋਵੇ, ਉਸ ਦੇ ਨਾਲ ਚਰਚਾ ਕਰਕੇ ਇਸ ਦੀ ਹਾਰ ਕਰਾਈਏ ਤਾਂ ਇਸ ਦਾ ਹੰਕਾਰ ਟੁੱਟੇਗਾ। ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੱਬੇ ਸੱਜੇ ਆਸੇ ਪਾਸੇ ਦੇਖਿਆ, ਹੋਰ ਕੋਈ ਇਨਸਾਨ ਤੇ ਨਜ਼ਰ ਨਹੀਂ ਆਇਆ। ਥੋੜੀ ਕੁ ਦੂਰੀ ਤੇ ਇੱਕ ਕੁੱਤਾ ਮਰਿਆ ਪਿਆ ਸੀ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉੱਠ ਤੇਰੇ ਭਾਈ ਆਏ ਨੇ, ਇਹਨਾਂ ਦੇ ਨਾਲ ਚਰਚਾ ਕਰ। ਸਤਿਗੁਰੂ ਜੀ ਦਾ ਪ੍ਰਵਚਨ ਸੁਣਦਿਆਂ ਸਾਰ ਮਰਿਆ ਹੋਇਆ ਜਿਹੜਾ ਕੁੱਤਾ ਸੀ ਜਿਉਂਦਾ ਹੋ ਕੇ ਉੱਠ ਕੇ ਬੈਠ ਗਿਆ। ਆਣ ਸਤਿਗੁਰੂ ਜੀ ਦੀਆਂ ਪਰਿਕਰਮਾ ਕੀਤੀਆਂ, ਪੰਡਤ ਗੋਪਾਲ ਦੱਤ ਦੇ ਨਾਲ ਕੁੱਤਾ ਚਰਚਾ ਕਰਨ ਲੱਗਾ ਤੇ ਵੇਦਾਂ ਦੀਆਂ ਰਿਚਾਂ ਪੜ੍ਹ ਕੇ ਇੱਕ ਇੱਕ ਸਵਾਲ ਦੇ ਕਈ ਜਵਾਬ ਦੇ ਕਰਕੇ ਨਾ, ਤੇ ਪੰਡਤ ਗੋਪਾਲ ਦੱਤ ਨੂੰ ਉਸ ਕੁੱਤੇ ਨੇ ਨਿਰਉੱਤਰ ਕਰ ਦਿੱਤਾ। ਪੰਡਤ ਗੋਪਾਲ ਦੱਤ ਨੂੰ ਹੁਣ ਗੱਲ ਨਹੀਂ ਆਉਂਦੀ, ਅੱਗੇ ਪੁੱਛਾਂ ਕੀ, ਬੜਾ ਹੈਰਾਨ ਹੋਇਆ। ਸਤਿਗੁਰਾਂ ਦੇ ਚਰਨਾਂ ਦੇ ਉੱਪਰ ਮਸਤਕ ਟੇਕ ਦਿੱਤਾ, ਹਾਰ ਕਬੂਲ ਕੀਤੀ ਏ। ਸੱਚੇ ਪਾਤਸ਼ਾਹ ਆਪ ਸੱਚਪੁੱਚ ਨਿਰੰਕਾਰ ਸਰੂਪ ਹੋ, ਜੋ ਭਵਿੱਖਤ ਪੁਰਾਣ ਵਿੱਚ ਲਿਖਿਆ ਕਿ ਨਿਰੰਕਾਰ ਜੀ ਆਪ ਆਉਣਗੇ, ਨਾਨਕ ਉਹਨਾਂ ਦਾ ਨਾਮ ਹੋਵੇਗਾ। ਆਪ ਜੀ ਉਹੀ ਨਿਰੰਕਾਰ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋ। ਮਹਾਰਾਜ ਮੇਰੇ ਹਿਰਦੇ ਦਾ ਹੰਕਾਰ ਵਿਦਿਆ ਵਾਲੇ ਤੇ ਦੂਰ ਹੋਇਆ, ਪਰ ਇੱਕ ਭਰਮ ਦੂਰ ਨਹੀਂ ਹੋਇਆ। ਤੁਸਾਂ ਇਸ ਕੁੱਤੇ ਨੂੰ ਸਾਡਾ ਭਾਈ ਕਿਉਂ ਆਖਿਆ? ਤੁਸਾਂ ਮਰੇ ਹੋਏ ਕੁੱਤੇ ਨੂੰ ਕਿਹਾ ਉੱਠ ਤੇਰੇ ਭਾਈ ਆਏ ਨੇ। ਮਹਾਰਾਜ ਅਸੀਂ ਬ੍ਰਹਮਾ ਦੇ ਮੁਖ ਤੋਂ ਪੈਦਾ ਹੋਈ ਪਵਿੱਤਰ ਕੌਮ ਬ੍ਰਾਹਮਣ, ਇਹ ਤੁਸਾਂ ਇੱਕ ਕੁੱਤੇ ਨੂੰ ਸਾਡਾ ਭਾਈ ਬਣਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਜਲ ਲੈ ਕੇ ਆਓ। ਜਲ ਲੈ ਕੇ ਆਏ ਨੇ, ਸਤਨਾਮ ਵਾਹਿਗੁਰੂ ਕਹਿ ਕੇ ਛੱਟਾ ਮਾਰੋ। ਜਿਸ ਵੇਲੇ ਸਤਨਾਮ ਵਾਹਿਗੁਰੂ ਕਹਿ ਕਰਕੇ ਉਸ ਕੁੱਤੇ ਤੇ ਛੱਟਾ ਮਾਰਿਆ, ਕੁੱਤੇ ਦਾ ਸਰੀਰ ਸ਼ਾਂਤ ਹੋ ਗਿਆ, ਭਾਵ ਮਰ ਗਿਆ। ਉਸ ਦੇ ਵਿੱਚੋਂ ਆਤਮਾ ਨਿਕਲੀਏ, ਦਿਵਯ ਸਰੂਪ ਹੋ ਕਰਕੇ ਆਤਮਾ ਨਿਕਲੀਏ। ਉਸਨੇ ਮਨੁੱਖੀ ਸਰੀਰ ਵਰਗਾ ਆਕਾਰ ਧਾਰਿਆ ਤੇ ਪੰਡਤ ਗੋਪਾਲ ਦੱਤ ਨੂੰ ਕਹਿਣਾ ਕੀਤਾ, ਹੈ ਗੋਪਾਲ ਦੱਤ ਮੈਂ ਤੇਰਾ ਦਾਦਾ ਵਿਸ਼ਨ ਦੱਤ ਹਾਂ। ਤੇ ਕਹਿਣ ਲੱਗਾ ਤੂੰ ਤੇ ਵਿਦਵਾਨ ਹੈ, ਪਰ ਮੈਂ ਤੇਰੇ ਤੋਂ ਵੱਡਾ ਭਾਰੀ ਵਿਦਵਾਨ, ਤੂੰ ਹਾਰ ਹੀ ਚੁੱਕਿਆ ਮੇਰੇ ਤੋਂ, ਤੈਨੂੰ ਪਤਾ ਲੱਗ ਹੀ ਗਿਆ। ਕਹਿੰਦਾ ਵੱਡਾ ਭਾਰੀ ਵਿਦਵਾਨ ਹੋਣੇ ਕਰਕੇ ਮੈਨੂੰ ਹੰਕਾਰ ਬੜਾ ਸੀ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਇਸ ਕਰਕੇ ਕਹਿਣ ਲੱਗਾ ਜਿਹੜਾ ਵੀ ਕੋਈ ਸਾਧੂ ਮਹਾਤਮਾ ਆਉਂਦਾ ਮੈਂ ਉਸ ਦੇ ਨਾਲ ਚਰਚਾ ਕਰਦਾ, ਚਰਚਾ ਦੇ ਵਿੱਚ ਹਰਾ ਦਿੰਦਾ, ਉਹਨਾਂ ਨੂੰ ਬੇਇੱਜ਼ਤ ਕਰਦਾ। ਪਰ ਜਿਨ੍ਹਾਂ ਨੇ ਗੇਰੂਏ ਕੱਪੜੇ ਭਗਵੇਂ ਵਸਤਰ ਪਹਿਨੇ ਹੁੰਦੇ ਨਾ, ਉਹਨਾਂ ਦੇ ਨਾਲ ਤੇ ਮੇਰਾ ਵਿਸ਼ੇਸ਼ ਕਰਕੇ ਵੈਰ ਸੀ। ਤੇ ਕਹਿਣ ਲੱਗਾ ਇੱਕ ਵੇਰੇ ਭਗਵੇਂ ਵਸਤਰਾਂ ਵਾਲਾ ਕੋਈ ਐਸਾ ਮਹਾਤਮਾ ਆ ਗਿਆ ਜਿਹੜਾ ਸੀ ਤੇ ਨਾਮ ਦਾ ਰਸੀਆ ਹੈ, ਤੇ ਬ੍ਰਹਮ ਗਿਆਨੀ ਸੀ, ਪਰ ਉਸਨੇ ਦੁਨਿਆਵੀ ਵਿਦਿਆ ਨਹੀਂ ਸੀ ਪੜ੍ਹੀ, ਵੇਦ ਸ਼ਾਸਤਰ ਨਹੀਂ ਸੀ ਪੜ੍ਹੇ, ਪਰ ਨਾਮ ਦਾ ਰਸੀਆ ਸੀ। ਮੈਂ ਉਸਨੂੰ ਕਿਹਾ ਜੀ ਮੇਰੇ ਨਾਲ ਚਰਚਾ ਕਰੋ, ਉਹ ਚੁੱਪ ਰਹੇ।
दूसरी बार फिर कहा, तीसरी बार आख्या, चौथी बार आख्या, पंजवीं बार आख्या, बार बार आख्या। तो कहते भलिया असी ग्रंथ नहीं पढ़े हुए, असी वेद शास्त्र पढ़े नहीं, तेरे नाल की चर्चा करिए। ते कहन लगा फिर मैं हंकार दे सहित कहना कीता, जे तू ग्रंथ ही नहीं पढ़े तां वस्त्र कादे वास्ते गेरुए रंग के पाई फिरदा, ये भी ला दे। तेनू की हक है साधुआं वाले वस्त्र पाउण दा जे तू विद्या ही नहीं पढ़ी। ते कहन लगा मैं 2 पहर तक 6 घंटे तक उन्हां नूं दुखी करके रखिया, सिमरन भजन नहीं सी कर दिंदा, बस चर्चा करो मेरे नाल। ते आखिरकार उन्हां ने कुछ कु गुस्से विच आकर के आखिया, क्यों कुत्ते वांगू भौंकी जाना है, जा जाके कुत्ता बन। ते फिर विष्णु दत्त दी आत्मा ने दसिया, कहन लगा उस महात्मा दे बचन दे नाल मैनूं कुत्ते दी जून प्राप्त होई, बड़े दुख भोगे, अवगत सी, मरिया पिया सी। ਇਹ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦ੍ਰਿਸ਼ਟੀ ਮੇਰੇ ਉੱਪਰ ਪਈ ਹੈ। ਇਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੁਣ ਮੈਂ ਇਸ ਜੋਨ ਚੋਂ ਮੁਕਤ ਹੋਇਆ ਤੇ ਬੈਕੁੰਠ ਧਾਮ ਨੂੰ ਜਾਣ ਦਾ ਅਧਿਕਾਰੀ ਹੋਇਆ। ਤੇ ਵਿਸ਼ਨ ਦੱਤ ਨੇ ਕਹਿਣਾ ਕੀਤਾ, हे ਪੋਤੇ ਗੋਪਾਲ ਦੱਤ, ਗੁਰੂ ਨਾਨਕ ਜੀ ਭਗਵਾਨ ਨੇ, ਪ੍ਰਮਾਤਮਾ ਨੇ, ਰੱਬ ਨੇ, ਇਹਨਾਂ ਦੇ ਚਰਨ ਸਪਰਸ਼ ਕਰ, ਹੰਕਾਰ ਨਾ ਕਰ, चरण धूड़ लैके मुख मस्तक नूं ला, तेरे वड्डे भाग निरंकार जी चल के तेरे पास आए ने। फिर जो विष्णु दत्त दी आत्मा सी वो तां बैकुंठ धाम नूं चली गई ते साध संगत जी गोपाल दत्त ने सतगुरु नानक देव सच्चे पातशाह जी दे चरण पकड़ लए। गरीब निवाज कृपालता करके मैनूं उपदेश बख्शो, जिस दे नाल मेरा हंकार दूर होवे, पखंड दा नाश होवे। ते सतगुरु सच्चे पातशाह जी ने साध संगत जी फिर चतुर सलोकी जिहड़ी गीता है, 4 श्लोक सहस्कृति दे ने, श्लोक सहस्कृति महला पहला, पढ़ पुस्तक संध्या बादन। ये 4 श्लोक जेड़े गोपाल दत्त दे परथाए सतगुरु नानक देव सच्चे पातशाह जी ने उचारण कीते सन। हुण उन्हां ही श्लोकां नूं लै करके गोपाल दत्त दे पोतरे हरिचंद ते कृष्ण चंद श्री गुरु अर्जन देव सच्चे पातशाह महाराज साहब जी दे मुबारक चरनां विखे पुजे ने। आ करके उचारे श्लोक भेट कीते। सच्चे पातशाह वड्डे भारी विद्वान बन गए सी, पर मन नूं शांति नहीं सी आउंदी। गरीब निवाज मन शांत नहीं सी, मन क्रिजदा रहिंदा सी, मन हर वेले कल्पना करदा ही रहिंदा सी। इतनी विद्या पढ़ के भी जदों सीने ठंड ना पई, कालजा ठंडा ना होया, फिर बजुर्गां दा पुस्तकाला उन्हां दी लाइब्रेरी देखी, कुछ लभ जावे, गुरु नानक देव साहब जी दे 4 श्लोक लभे, पढ़ करके मन शांत होया। चित कीता सतगुरां दी गुरता गद्दी ते जेड़े सतगुरु जी हुण मौजूद ने, जा करके तिन्हां दे दर्शन करिए ते जन्म भी सफल हो जावे। महाराज हुण कांसीपुरी तो चल करके आप जी दे दीदारियां वास्ते आए आ, साडे उपर किरपालता करो। जिवें आप जी दे बजुर्गां ने साडे बजुर्गां नूं उपदेश दे के तारिया ना, हुण आप जी सानू भी उपदेश दे करके तारना करो। ते सतगुरु अर्जन देव सच्चे पातशाह महाराज साहब जी ने फिर श्लोक सहस्कृति महला 5वां, कतंच माता कतंच पिता वाले जिहड़े श्लोक ने ना साध संगत जी उचारण करके, क्योंकि ये संस्कृत पढ़े हुए विद्वान ने ते सतगुरु सच्चे पातशाह जी ने संस्कृत नहीं प्राकृत भाषा लिख करके, कहण तो भाव सहस्कृति रच करके श्लोक उचारण करके इन्हां दे परथाए श्लोक उचारण करके सारे सरबत समग्र संसार नूं शुभ सिक्ख्या देवना कीती है। निहालो करके गुरुदेव पिता जी दे चरनां दा पूजन करके नतमस्तक हो करके वापस गए ने। सतगुरु अर्जन देव सच्चे पातशाह महाराज साहब जी ने भाई गुरदास साहब जी नूं बचन करना कीता, भाई गुरदास जी तुसां भी गुरु के जस वाली बाणी लिखी है। सतगुरु सच्चे पातशाह महाराज जी दे श्रेष्ठ इतिहास नूं अपनियां भावनावां राहीं तुसां ने प्रगट करना कीता अपनियां वारां दे विच। लिआओ तुहाडी भी बाणी श्री गुरु ग्रंथ साहब जी दे पावन स्वरूप दे अंदर लिख दईए। भाई गुरदास जी ने हथ जोड़ लए, सच्चे पातशाह आप उच्चे हो, असीं नीवें आ। आप जी गुरता गद्दी तख्त ते शोभदे हो, महाराज असीं आप जी दे चरनां विखे शोभदे आ। आप ब्रह्म रूप हो, असीं जग्यासु रूप आ। महाराज ब्रह्म दी ते जग्यासु दी काहदी बराबरी। जिवें साडी ते तुहाडी बराबरी नहीं हो सकदी, इवें ही साडी अते तुहाडी बाणी दी भी बराबरता नहीं हो सकदी। आप उच्चे हो, असीं नीवें आ। आप जी दी पावन गुरबाणी सर्वश्रेष्ठ है। महाराज सच्चे पातशाह जी साडी बाणी तुहाडी बाणी दे नाल मुकाबला थोड़ा कर सकदी है, बराबर नहीं पुज सकदी। सच्चे पातशाह इस प्रकार दास नूं इवें खुशियां बख्शो। सतगुरु सच्चे पातशाह जी ने दूसरी बार फिर बचन कीता, लिआओ तुहाडी भी गुरबाणी दे दर्शन करिए, जेड़ी गुरमत दे सिद्धांतां दे अनुकूल होवेगी, श्री गुरु ग्रंथ साहब जी दे अंदर सुभाईमान करांगे।
ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਸਹਿਤ ਨਿਮਰਤਾ ਦੇ ਬੇਨਤੀਆਂ ਕਰਕੇ, ਨਹੀਂ ਮਹਾਰਾਜ ਅਸੀਂ ਨੀਵੇਂ ਆ, ਚਰਨਾਂ ਵਿੱਚ ਹੀ ਸੋਭਦੇ ਆ, ਬਰਾਬਰ ਨਹੀਂ। ਤੀਸਰੀ ਵਾਰ ਫਿਰ ਗੁਰਦੇਵ ਪਿਤਾ ਜੀ ਨੇ ਬਚਨ ਕੀਤਾ ਤੇ ਜਿਸ ਵੇਲੇ ਨਿਮਰਤਾ ਦੇ ਨਾਲ ਬੇਨਤੀਆਂ ਭਾਈ ਗੁਰਦਾਸ ਸਾਹਿਬ ਜੀ ਨੇ ਕਰਨੀਆਂ ਕੀਤੀਆਂ ਨਾ, ਤੇ ਸਤਿਗੁਰੂ ਜੀ ਇਤਨੇ ਪ੍ਰਸੰਨ ਹੋਏ, ਬਚਨ ਕਰਨਾ ਕੀਤਾ, ਭਾਈ ਗੁਰਦਾਸ ਜੀ ਤੁਹਾਡੀ ਜਿਹੜੀ ਗੁਰਬਾਣੀ ਹੈ ਗੁਰਸਿੱਖੀ ਤੇ ਗੁਰੂ ਦਾ ਪਿਆਰ ਪ੍ਰਗਟ ਕਰਦੀ ਏ। ਜਿਹੜਾ ਵੀ ਕੋਈ ਤੁਹਾਡੀ ਗੁਰਬਾਣੀ ਨੂੰ ਪੜ੍ਹੇਗਾ ਤਿਸ ਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ। ਤੇ ਬਚਨ ਕਰਨਾ ਕੀਤਾ, ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਵਰੂਪ ਬਣਾ ਰਹੇ ਹਾਂ, ਇਹ ਤਾਂ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਇਹ ਤੇ ਸਾਗਰ ਹੈ, ਖਜ਼ਾਨਾ ਹੈ, ਅਗਾਧ ਖਜ਼ਾਨਾ ਹੈ ਹੀਰਿਆਂ ਲਾਲ ਮੋਤੀਆਂ ਰੂਪੀ ਸ਼ਬਦਾਂ ਦਾ। ਤਾਂ ਜਿਹੜਾ ਖਜ਼ਾਨਾ ਹੁੰਦਾ ਉਸ ਦਾ ਤਾਲਾ ਬੰਦ ਹੁੰਦਾ ਨਾ। ਤੇ ਭਾਈ ਗੁਰਦਾਸ ਜੀ ਜਿਹੜੀਆਂ ਤੁਹਾਡੀਆਂ ਵਾਰਾਂ ਨੇ, ਤੁਹਾਡੀ ਬਾਣੀ ਹੈ ਨਾ, ਇਸ ਖਜ਼ਾਨੇ ਦੀ ਕੁੰਜੀ ਹੋਵੇਗੀ। ਜਿਹੜਾ ਵੀ ਤੁਹਾਡੀ ਬਾਣੀ ਨੂੰ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇਗਾ ਨਾ, ਉਸ ਨੂੰ ਅਰਥਾਂ ਦਾ ਬੋਧ ਛੇਤੀ ਹੋਵੇਗਾ, ਅਰਥਾਂ ਦਾ ਗਿਆਨ ਛੇਤੀ ਹੋਵੇਗਾ, ਗੁਰਬਾਣੀ ਦੀ ਸਮਝ ਛੇਤੀ ਪਵੇਗੀ, ਸੰਥਿਆ ਛੇਤੀ ਹੋ ਜਾਵੇਗੀ। ਤੇ ਸਾਧ ਸੰਗਤ ਜੀ ਵਿਦਿਆਲਿਆਂ ਦੇ ਵਿੱਚ, ਟਕਸਾਲਾਂ ਦੇ ਵਿੱਚ ਅੱਜ ਵੀ ਜਦੋਂ ਵਿਦਿਆਰਥੀਆਂ ਦੇ ਅੱਖਰ ਨਹੀਂ ਨਾ ਚੱਲਦੇ, ਫਿਰ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਾਈਆਂ ਜਾਂਦੀਆਂ ਨੇ। ਜਦੋਂ ਗੁਰਬਾਣੀ ਦੀ ਕਥਾ ਵਿਦਿਆਰਥੀ ਸਿੰਘਾਂ ਨੇ ਸਨਮਾਨਯੋਗ ਉਸਤਾਦਾਂ ਜੀ ਦੇ ਕੋਲੋਂ ਸਿੱਖਣੀ ਹੁੰਦੀ ਹੈ ਨਾ, ਤਾਂ ਪਹਿਲਾਂ ਹਦਾਇਤ ਕੀਤੀ ਜਾਂਦੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲਾਲ ਰਤਨ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਐਸੇ ਭੰਡਾਰੇ, ਐਸੇ ਖਜ਼ਾਨੇ ਨੂੰ ਖੋਲਣਾ ਹੈ ਤੇ ਚਾਬੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ। ਇਸ ਕਰਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਪਹਿਲਾਂ ਪੜ੍ਹਾਈਆਂ ਜਾਂਦੀਆਂ ਨੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਵਰ ਦੇਣਾ ਕੀਤਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਵੱਡਾ ਭਾਰੀ ਮਹਾਤਮ ਤੇ ਮਹਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਗਟ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਦਰੋਂ ਸੁਦੀ ਏਕਮ ਸੰਮਤ ਬਿਕਰਮੀ 1761 ਨੂੰ, ਅੱਜ ਤੋਂ 416 ਸਾਲ ਪਹਿਲਾਂ, ਕੱਲ ਨੂੰ 416 ਸਾਲ ਪੂਰੇ ਹੋ ਜਾਣੇ ਨੇ। 416 ਸਾਲ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਵਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਨਮਾਨਯੋਗ ਹੈੱਡ ਗ੍ਰੰਥੀ ਦੀ ਪਦਵੀ ਤੇ ਨਿਯੁਕਤ ਕਰਨਾ ਕੀਤਾ। ਇਸ ਦੇ ਪਰਥਾਏ ਕੁਝ ਵਕਤ ਇਤਿਹਾਸ ਦੇ ਬਚਨ ਕੱਲ ਦੇ ਦੀਵਾਨ ਦੇ ਅੰਦਰ ਸਰਵਣ ਕਰਾਂਗੇ। ਤੇ ਸਾਧ ਸੰਗਤ ਜੀ ਹੁਣ ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਜੋ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਇਸ ਦੇ ਦੁਆਰਾ ਗੁਰਚਰਨਾਂ ਵਿਖੇ ਹਾਜ਼ਰੀਆਂ ਲਗਵਾ ਕਰਕੇ ਹੋਰ ਭਾਗਾਂ ਵਾਲੇ ਬਣੀਏ, ਹੋਰ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ। ਗੁਰਦੇਵ ਹਜ਼ੂਰ ਜੀ ਦੇ ਚਰਨਾਂ ਦੇ ਨਾਲ ਨਾਮ ਦੁਆਰਾ ਜੁੜਦਿਆਂ ਹੋਇਆਂ ਰਸਨਾ ਦੀ ਪਵਿੱਤਰਤਾ, ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਹਿਤ ਪਿਆਰ ਦੇ ਬੋਲਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਸਰਬਤ ਜੀਆਂ ਦੇ ਤਾਰਨਹਾਰ, ਬਖਸ਼ਿੰਦ, ਰਹਿਮਤਾਂ ਵਰਸਾਉਣ ਵਾਲੇ, ਰਹਿਮਤਾਂ ਦੀ ਵਰਖਾ ਕਰਨੇ ਵਾਲੇ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ ਜੀ। ਸੋ ਪਹਿਲਾਂ ਜਿੰਨਾ ਕੱਲ ਸ਼ਬਦਾਂ ਦੀ ਵਿਚਾਰ ਸਰਵਣ ਕੀਤੀ ਸੀ ਉਹ ਗੌੜੀ ਰਾਗ ਗੁਆਰੇਰੀ ਜਾਤੀ ਸੀ, ਪਰ ਇੱਥੇ ਜਾਤੀ ਨਾਲ ਨਹੀਂ ਲਿਖੀ, ਇੱਥੇ ਸੁਤੰਤਰ ਹੈ, ਜਾਤੀ ਤੋਂ ਸੁਤੰਤਰ। ਸੋ ਗੌੜੀ ਰਾਗ ਦੇ ਅੰਦਰ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਜਾ ਕਾ ਮੀਤ ਸਾਜਨ ਹੈ ਸਮਿਆ। ਹਜ਼ੂਰ ਪਾਤਸ਼ਾਹ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਆਜਜ਼ੀ ਹੋ ਕਰਕੇ ਅਰਜ਼ ਗੁਜ਼ਾਰੀ ਹੈ, ਸੱਚੇ ਪਾਤਸ਼ਾਹ ਜਦੋਂ ਤੱਕ ਸਰੀਰ ਬਣਿਆ ਰਹਿੰਦਾ ਹੈ ਪਦਾਰਥਾਂ ਦੀ ਲੋੜ ਜ਼ਰੂਰ ਪੈਂਦੀ ਹੈ। ਪਦਾਰਥਾਂ ਤੋਂ ਬਿਨਾਂ ਨਾ ਘਰ ਚੱਲਦਾ ਨਾ ਸਰੀਰ ਚੱਲਦਾ। ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦੇ ਬਚਨ ਆਪ ਜੀ ਦੀ ਰਸਨਾ ਤੋਂ ਸਰਵਣ ਕਰਦੇ ਆ, ਗੁਰਸਿੱਖਾਂ ਦੀ ਰਸਨਾ ਤੋਂ ਸਰਵਣ ਕਰਦੇ ਆ। ਕਹੋ ਕਬੀਰ ਜਿਸ ਉਦਰ ਤਿਸ ਮਾਇਆ। ਉਦਰ ਦਾ ਅਰਥ ਹੈ ਪੇਟ, ਢਿੱਡ। ਜਿਸ ਨੂੰ ਪੇਟ ਲੱਗਾ, ਜਿਸ ਨੂੰ ਢਿੱਡ ਲੱਗਾ ਨਾ, ਉਸ ਨੂੰ ਮਾਇਆ ਦੀ ਜ਼ਰੂਰਤ ਹੈ, ਉਹ ਮਾਇਆ ਧਾਰੀ ਹੈ।
ਜਿਤਨਾ ਮਰਜ਼ੀ ਕੋਈ ਆਖੀ ਜਾਵੇ ਜੀ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ। ਐਸੇ ਵੀ ਮਹਾਤਮਾ ਨੇ ਚੇਲੇ ਰੱਖੇ ਹੁੰਦੇ ਨੇ, ਆਪ ਮਾਇਆ ਨੂੰ ਹੱਥ ਨਹੀਂ ਲਾਉਂਦੇ, ਉਹ ਚੇਲੇ ਇਕੱਠੀ ਕਰ ਲੈਂਦੇ ਨੇ, ਕਹਿੰਦੇ ਜੀ ਅਸੀਂ ਤਿਆਗੀ ਹੈ, ਅਸੀਂ ਨਹੀਂ ਮਾਇਆ ਨੂੰ ਹੱਥ ਲਾਉਂਦੇ। ਹਜ਼ੂਰ ਫਰਮਾਉਂਦੇ ਨੇ ਪਿਆਰਿਓ ਪਖੰਡ ਪੂਰਵਕ ਜੇ ਕੋਈ ਆਖੇ ਪੈਸੇ ਨੂੰ ਹੱਥ ਨਹੀਂ ਲਾਇਆ ਤੇ ਮਾਇਆ ਤੋਂ ਰਹਿਤ ਹੋ ਗਏ, ਜੇ ਹੱਥ ਨਹੀਂ ਲਾਉਂਦੇ ਤਾਂ ਵੀ ਮਾਇਆ ਧਾਰੀ ਹੀ ਉਹ। ਜਿਹੜੇ ਪਦਾਰਥ ਛਕਦੇ ਉਹ ਤੇ ਮਾਇਆ ਤੋਂ ਬਿਨਾਂ ਨਹੀਂ ਨਾ ਆਉਂਦੇ। ਆਪ ਨਹੀਂ ਹੱਥ ਦੇ ਨਾਲ ਖਰਚੋਗੇ, ਚੇਲੇ ਖਰਚ ਲੈਣਗੇ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਸ ਨੂੰ ਉਦਰ ਲੱਗਾ ਏ, ਜਿਸ ਨੂੰ ਪੇਟ ਲੱਗਾ ਏ, ਜਿਸ ਨੂੰ ਢਿੱਡ ਲੱਗਾ ਏ, ਉਹ ਮਾਇਆ ਤੋਂ ਰਹਿਤ ਨਹੀਂ ਹੋ ਸਕਦਾ, ਉਹ ਮਾਇਆ ਦੇ ਸਹਿਤ ਹੈ। ਪੇਟ ਦੀ ਪੂਰਤੀ ਵੀ ਮਾਇਆ ਦੇ ਨਾਲ ਹੀ ਹੋਣੀ ਹੈ, ਪਦਾਰਥਾਂ ਦੇ ਨਾਲ ਹੋਣੀ ਹੈ। ਇਸੇ ਪ੍ਰਕਾਰ ਸਰੀਰ ਦੀਆਂ ਲੋੜਾਂ, ਵਸਤਰ ਇਤਿਆਦਿਕ ਜੋ ਸਭ ਮਾਇਆ ਦੇ ਨਾਲ ਹੀ ਇਸ ਦੀ ਪੂਰਤੀ ਹੋਣੀ ਹੈ। ਸੱਚੇ ਪਾਤਸ਼ਾਹ ਮਾਇਆ ਇਤਿਆਦਿਕ ਪਦਾਰਥਾਂ ਦੀ ਲੋੜ ਬਹੁਤ ਰਹਿੰਦੀ ਹੈ ਜਦੋਂ ਤੱਕ ਸਰੀਰ ਬਣਿਆ ਰਹਿੰਦਾ। ਇਹਨਾਂ ਤੋਂ ਬਿਨਾਂ ਤਨ ਦਾ ਨਿਰਵਾਹ ਨਹੀਂ ਹੁੰਦਾ, ਪਰਿਵਾਰਾਂ ਦਾ ਨਿਰਵਾਹ ਵੀ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਜੀ ਜੇ ਨਾਮ ਹੀ ਜਪਦੇ ਰਹੀਏ ਤੇ ਪਦਾਰਥ ਕਿਵੇਂ ਪ੍ਰਾਪਤ ਹੋਣਗੇ? ਉਹਦੇ ਵਾਸਤੇ ਤੇ ਕਿਰਤ ਕਰਨੀ ਪੈਣੀ ਹੈ ਨਾ। ਸੱਚੇ ਪਾਤਸ਼ਾਹ ਜਿਹੜੇ ਨਾਮ ਹੀ ਜਪਦੇ ਰਹਿੰਦੇ ਨੇ, ਕਿਰਤ ਨਾ ਹੀ ਕਰਨ ਕਿ ਉਹਨਾਂ ਨੂੰ ਪਦਾਰਥ ਪ੍ਰਾਪਤ ਹੋ ਸਕਦੇ ਨੇ ਬਿਨਾਂ ਕਿਰਤ ਕੀਤੇ ਤੋਂ ਵੀ। ਤੇ ਹਜ਼ੂਰ ਪਾਤਸ਼ਾਹ ਜੀ ਨਾਮ ਦੀ ਬਰਕਤ ਜਨਾਵਣਾ ਕਰਦੇ ਨੇ ਪਿਆਰਿਓ। ਨਾਮ ਦੀ ਬਰਕਤ ਕਿਤਨੀ ਵੱਡੀ ਏ। ਜਿਹੜੇ ਨਾਮ ਦਾ ਸਿਮਰਨ ਕਰਦੇ ਨੇ, ਜਿਵੇਂ ਵੱਡਿਆਂ ਸਤਿਗੁਰਾਂ ਦੇ ਬਚਨ ਨੇ ਨਾ, ਪੁੱਛਣਾ ਕੀਤਾ ਸੀ ਸਿੱਧਾ ਨੇ ਸੱਚੇ ਪਾਤਸ਼ਾਹ ਆਪ ਜੀ ਬਚਨ ਕਰਨਾ ਕਰਦੇ ਹੋ ਨਾਮ ਜਪੋ ਨਾਮ ਜਪੋ, ਜੇ ਸਾਰੇ ਹੀ ਨਾਮ ਜਪਣ ਲੱਗ ਜਾਣ ਤੇ ਫਿਰ ਧਨ ਕੌਣ ਕਮਾਏਗਾ? ਫਿਰ ਗੁਜ਼ਾਰਾ ਕਿਵੇਂ ਚੱਲੇਗਾ? ਮਹਾਰਾਜ ਸਾਰੇ ਨਾਮ ਹੀ ਜਪੀ ਜਾਣ, ਕਿਰਤ ਕੋਈ ਕਰੇ ਨਾ, ਵਾਹੀ ਖੇਤੀਬਾੜੀ ਕੋਈ ਕਰੇ ਨਾ, ਨੌਕਰੀ ਚਾਕਰੀ ਕੋਈ ਕਰੇ ਨਾ, ਤਾਂ ਦੁਨੀਆ ਚੱਲੇਗੀ ਕਿਵੇਂ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਪ੍ਰਵਚਨ ਫਰਮਾਵਣਾ ਕੀਤਾ ਸੀ, ਨਦੀਆ ਹੋਵੈ ਧੇਨਵਾ ਸੁਮ ਹੋਵੈ ਦੁੱਧ ਘੀਓ। ਜੇ ਕੁੱਲ ਦੁਨੀਆ ਦੇ ਲੋਕ ਨਾਮ ਜਪਣ ਲੱਗ ਜਾਣ ਨਾ, ਤੇ ਜਿਹੜੀਆਂ ਨਦੀਆਂ ਨੇ ਇਹ ਧੇਨਵਾ ਗਊ ਰੂਪ ਹੋ ਜਾਣ। ਇਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਪ੍ਰਵਾਹ ਚੱਲਦਾ, ਇਹ ਪਾਣੀ ਦੀ ਜਗ੍ਹਾ ਤੇ ਨਦੀਆਂ ਦੁੱਧ ਦੀਆਂ ਭਰ ਭਰ ਕੇ ਚੱਲਣ। ਸੁਮ ਤੋਂ ਭਾਵ ਹੈ ਸੋਮੇ, ਜਿਹੜੇ ਪਹਾੜਾਂ ਦੇ ਅੰਦਰ ਸੋਮੇ ਚੱਲਦੇ ਨੇ ਨਾ ਪਾਣੀ ਦੇ, ਇਹ ਦੁੱਧ ਦੇ ਤੇ ਘਿਓ ਦੇ ਭਰ ਭਰ ਕੇ ਚੱਲਣਗੇ। ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰਾ ਨਿਤ ਜੀਓ। ਸਾਰੀ ਧਰਤੀ ਜਿਹੜੀ ਸ਼ੱਕਰ ਦੀ ਹੋ ਜਾਵੇਗੀ, ਜਿਸ ਨੂੰ ਸ਼ੱਕ ਕਰਕੇ ਨਿਤਾ ਪ੍ਰਤੀ ਪ੍ਰਸੰਨ ਚਿੱਤ ਦੇ ਨਾਲ ਬੰਦਗੀ ਕਰਦੇ ਰਹੋ, ਪਦਾਰਥ ਮੁੱਕਣਗੇ ਹੀ ਨਹੀਂ। ਇਤਨੀ ਨਾਮ ਦੀ ਬਰਕਤ ਹੈ। ਇਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਗੁਰਦੇਵ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ, ਮਹਾਰਾਜ ਜੇ ਸਾਰੇ ਨਾਮ ਜਪੀ ਜਾਣ ਕੀ ਪਦਾਰਥਾਂ ਦੀ ਕਮੀ ਤਾਂ ਨਹੀਂ ਆ ਜਾਵੇਗੀ? ਕਿ ਨਾਮ ਜਪਣ ਵਾਲਿਆਂ ਨੂੰ ਪਦਾਰਥ ਮਿਲ ਜਾਂਦੇ ਨੇ? ਤੇ ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਜਾ ਕਾ ਮੀਤ ਸਾਜਨ ਹੈ ਸਮੀਆ। ਇਹ ਪਿਆਰਿਓ, ਜਿਨ੍ਹਾਂ ਪ੍ਰਮਾਤਮਾ ਜੀ ਦੇ ਪਿਆਰਿਆਂ ਦਾ, ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਪ੍ਰੇਮੀਆਂ ਦਾ, ਸਾਧੂਆਂ ਦਾ, ਮਹਾਤਮਾ ਦਾ, ਮੀਤ ਮੀਤ ਤੋਂ ਭਾਵ ਹੈ ਮਿੱਤਰ, ਤੇ ਸਾਜਨ ਦਾ ਅਰਥ ਹੈ ਸੱਜਣ, ਤੇ ਸਮੀਆਂ ਦਾ ਅਰਥ ਹੈ ਸੁਆਮੀ। ਕਰੋੜਾਂ ਬ੍ਰਹਮੰਡਾਂ ਦਾ ਸੁਆਮੀ ਭਾਵ ਜੋ ਮਾਲਕ ਹੈ, ਕੋਟ ਬ੍ਰਹਮੰਡ ਕੋ ਸੁਆਮੀ, ਕੋਟ ਮਹਰ ਬ੍ਰਹਮੰਡ ਕੋ ਠਾकुर ਸੁਆਮੀ, ਸਰਬ ਜੀਆ ਕਾ ਦਾਤਾ ਰੇ, ਪ੍ਰਤ ਪਾਲਾ ਨਿਤ ਸਾਰ ਸੰਭਾਲਾ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ऐसे जो करोड़ा ब्रह्मंडा दे मालिक स्वामी ठाकुर जी वाहिगुरु जी परमात्मा जी ने जाका मीत, जिस प्राणी ने उस वाहिगुरु जी नूं अपना मित्र बना लिया, जिस प्राणी ने ते वाहिगुरु जी नूं अपना सज्जन बना लिया, समिया जिहड़ा सारियां दे विच सम हो करके वसिया होया है, सबना दे अंदर समाया होया है, सबना दे अंदर परिपूर्ण हो करके वस रहा है। ऐसे सर्वव्यापी परमात्मा नूं ही जिसने अपना सज्जन बना लिया, मित्र बना लिया। हजूर दे बचन ने ना, अपने लोभ कौ कीनो मीत, परमात्मा जी दा ते बिरद ऐसा है, धर्म ऐसा है, जे कोई लोभ दा मारिया होया, लोभ दे वस हो के भी मित्र बना लवे, भाव पदार्थां दे लोभ करके नाम जपण लग जावे कि मैं नाम जपा मैनूं पदार्थ मिल जाण, ते हजूर फरमावना करते ने पदार्थ ते सारे मिल ही जाते ने, मुक्ति मुफ्त विच झुंगे विच ही मिल जाती है। सगल पदार्थ मुकत पद दीत, हरि अकाल पुरख वाहिगुरु परमात्मा जी सारे पदार्थ ते देंदे ने, मुक्ति दी जिहड़ी पदवी वो भी दे देंदे ने। ते सच्चे पातशाह जी फरमाउंदे ने, सिखो जिसने अपना मित्र, जिसने अपना सज्जन हरि अकाल पुरख वाहिगुरु स्वामी नूं ही बना लिया, इस जन को कहो का की कमियां। सो कहना करो हां, उस जन नूं फिर किहड़े पदार्थ दा टोटा आ सकदा है, किहड़े पदार्थ दी घाट आ सकदी है, किहड़े पदार्थ दी कमी आ सकदी है? कोई नहीं प्यारिओ, जिसने वाहिगुरु जी नूं सज्जन बना लिया, रेदे सेधे नावै कीदा सी,
ਨਾਮ ਜਪਣ ਕਰਕੇ ਤਿਸਦੇ ਚਰਨਾਂ ਦੀਆਂ ਦਾਸੀਆਂ ਰਿੱਧੀਆਂ ਸਿੱਧੀਆਂ ਹੋ ਜਾਂਦੀਆਂ ਨੇ। ਠਾਕੁਰ ਜਿਸ ਦਾ ਮਿੱਤਰ ਹੈ, ਠਾਕੁਰ ਜੀ ਨੇ ਸਭ ਨਿਧਾਨ 10 ਅਸ਼ਟ ਸਿਧਾਨ। ਠਾਕੁਰ ਕਰ ਤਲ ਧਰਿਆ, ਕਰ ਦਾ ਅਰਥ ਹੈ ਹੱਥ ਤੇ ਤਲ ਦਾ ਅਰਥ ਹੈ ਤਲੀ। ਠਾਕੁਰ ਜੀ ਨੇ ਤਾਂ ਆਪਣੇ ਹਸਤ ਕਮਲ ਦੀ ਤਲੀ ਦੇ ਉੱਪਰ 9 ਨਿਧੀਆਂ ਤੇ 18 ਸਿੱਧੀਆਂ ਪਹਿਲੇ ਤੋਂ ਰੱਖੀਆਂ ਹੋਈਆਂ ਨੇ। ਜੇ ਜ਼ਰੂਰਤਮੰਦ ਯੋਗ ਅਧਿਕਾਰੀ ਆ ਕੇ ਮੰਗੇ ਤੇ ਦੇਣ ਲੱਗਿਆ ਦੇਰੀ ਨਾ ਹੋ ਜਾਵੇ। ਐਸੇ ਦਾਤੇ ਵਾਹਿਗੁਰੂ ਜੀ ਨੇ ਜਿਸ ਨੇ ਤਲੀ ਤੇ ਹੀ 9 ਨਿਧੀਆਂ 18 ਸਿੱਧੀਆਂ ਰੱਖੀਆਂ। ਐਸੇ ਠਾਕੁਰ ਜੀ ਦਾ ਹੋਵੇ ਮਿੱਤਰ, ਹੋਵੇ ਨਾਮ ਦਾ ਰਸੀਆ, ਤੇ ਪਦਾਰਥਾਂ ਦੀ ਕਹਿਣਾ ਕਰੋ ਖਾਂ ਕਿਵੇਂ ਕਮੀ ਆ ਸਕਦੀ ਏ। ਭਾਵ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਇਹ ਗੁਰਸਿੱਖੋ, ਜਿਨ੍ਹਾਂ ਗੁਰਮੁਖਾਂ ਦੀ, ਜਿਨ੍ਹਾਂ ਜਗਿਆਸੂਆਂ ਦੀ, ਜਿਨ੍ਹਾਂ ਸਾਧੂਆਂ ਦੀ, ਜਿਨ੍ਹਾਂ ਮਹਾਤਮਾ ਦੀ, ਜਿਨ੍ਹਾਂ ਨਾਮ ਰਸੀਆਂ ਦੀ, ਨਾਮ ਦੇ ਪ੍ਰੇਮੀਆਂ ਦੀ ਪ੍ਰੀਤ ਹਿਰਦੇ ਦਾ ਜਿਹੜਾ ਪਿਆਰ ਹੈ ਉਹ ਨਾਮ ਦੇ ਨਾਲ ਲੱਗ ਗਿਆ ਹੈ। ਦੁਨਿਆਵੀ ਲੋਕਾਂ ਦਾ ਜਿਹੜਾ ਮੋਹ ਹੈ ਉਹ ਸਰੀਰਾਂ ਦੇ ਨਾਲ ਤੇ ਪਦਾਰਥਾਂ ਦੇ ਨਾਲ ਹੈ। ਪਰ ਵਾਹਿਗੁਰੂ ਜੀ ਦੇ ਜਿਹੜੇ ਪਿਆਰੇ ਨੇ ਉਹਨਾਂ ਦੀ ਜਿਹੜੀ ਪ੍ਰੀਤ ਹੈ, ਉਹਨਾਂ ਦਾ ਜਿਹੜਾ ਪਿਆਰ ਹੈ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੀ ਲੱਗਦਾ ਹੈ। ਤੇ ਜਿਨ੍ਹਾਂ ਦੀ ਪ੍ਰੀਤ ਗੋਬਿੰਦ, ਗੋ ਪੂਰੀ ਪ੍ਰਿਥਵੀ, ਵਿੰਦ ਪ੍ਰਤਪਾਲਕ, ਪੂਰੀ ਪ੍ਰਿਥਵੀ ਸ੍ਰਿਸ਼ਟੀ ਦੇ ਪ੍ਰਤਪਾਲਕ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੀ ਜਿਨ੍ਹਾਂ ਦੇ ਮਨ ਦੀ ਪ੍ਰੀਤ ਲੱਗ ਗਈ ਹੈ। ਦੁਖ ਦਰਦ ਭ੍ਰਮ ਤਾਕਾ ਭਾਗੀ। ਉਹਨਾਂ ਦੇ ਸਾਰੇ ਦੁੱਖ ਵੀ ਭੱਜ ਜਾਂਦੇ ਨੇ, ਨੱਠ ਜਾਂਦੇ ਨੇ। ਦਰਦ ਵੀ ਤੇ ਭ੍ਰਮ ਵੀ ਤਿੰਨਾਂ ਦੇ ਭਾਗੀ ਭੱਜ ਜਾਂਦੇ ਨੇ। ਇਸੇ ਪ੍ਰਕਾਰ ਦੁੱਖ ਹੈ ਜੰਮਣ ਮਰਨ ਦਾ, ਤਿੰਨਾਂ ਦਾ ਜੰਮਣ ਮਰਨ ਦਾ ਦੁੱਖ ਵੀ ਮਿਟ ਜਾਂਦਾ ਹੈ। ਦਰਦ ਹੈ ਅਗਿਆਨਤਾ ਦਾ ਅਥਵਾ ਅਵਿਦਿਆ ਦਾ, ਅਵਿਦਿਆ ਤੇ ਅਗਿਆਨਤਾ ਦਾ ਦਰਦ ਵੀ ਤਿੰਨਾਂ ਨਾਲ ਮਿਟ ਜਾਂਦਾ ਹੈ। ਅਥਵਾ ਦਰਦ ਹੈ ਵਿਕਾਰਾਂ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਬੜਾ ਦੁੱਖ ਦਿੰਦੇ ਨੇ, ਬੜਾ ਦਰਦ ਦਿੰਦੇ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ ਬੜਾ ਦਰਦ ਦਿੰਦੇ, ਬੜਾ ਦੁੱਖ ਦਿੰਦੇ ਨੇ। ਸੋ ਇਹਨਾਂ ਵਿਕਾਰਾਂ ਦਾ ਦਰਦ ਵੀ ਚਲਿਆ ਜਾਂਦਾ ਹੈ। ਸਰੂਪ ਦਾ ਭਰਮ ਪਿਆ ਹੋਇਆ ਨਾ, ਤੇ ਭਰਮ ਦੇ ਕਰਕੇ ਹੀ ਜਿਹੜਾ ਜੀਵ ਹੈ ਆਪਣੇ ਸਰੂਪ ਰੂਪ ਨੂੰ ਨਹੀਂ ਬੁੱਝਦਾ, ਆਤਮ ਸਰੂਪ ਦੀ ਪ੍ਰਾਪਤੀ ਤੋਂ ਵਿਰਵਾ ਹੀ ਰਹਿ ਜਾਂਦਾ ਹੈ, ਖਾਲੀ ਸਖਣਾ ਹੀ ਰਹਿ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਸਰੂਪ ਰੂਪ ਦੀ ਪ੍ਰਾਪਤੀ ਹੋ ਜਾਂਦੀ, ਭਰਮ ਉਸ ਨੂੰ ਨਹੀਂ ਰਹਿੰਦਾ ਹੈ। ਇਸੇ ਪ੍ਰਕਾਰ ਭੇਦ ਭਰਮ ਕਰ ਤਤ ਭਰਮ ਪੁਨ ਸੰਗ ਭਰਮ ਵਿਕਾਰ। ਬ੍ਰਹਮ ਇਤਰ ਜਗ ਸਤ ਹੈ ਪੰਚੋ ਭਰਮ ਸੰਸਾਰ। ਜਿਹੜੇ 5 ਪ੍ਰਕਾਰ ਦੇ ਭਰਮ ਸੰਸਾਰ ਦੇ ਜੀਵਾਂ ਨੂੰ ਪਏ ਹੋਏ ਨੇ ਉਹ ਵੀ ਤਾਕਾ ਭਾਗੀ। ਜਿਨ੍ਹਾਂ ਦੇ ਮਨ ਦੀ ਪ੍ਰੀਤ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਲੱਗੀ ਹੈ ਪਿਆਰਿਓ, ਉਹਨਾਂ ਦੇ ਮਨ ਦਾ ਭਰਮ ਵੀ ਭਾਗੀ ਭੱਜ ਜਾਂਦਾ ਹੈ, ਦੌੜ ਜਾਂਦਾ ਹੈ। ਜੰਮਣ ਮਰਨ ਦਾ ਦੁੱਖ, ਅਗਿਆਨਤਾ ਦਾ ਦਰਦ ਵੀ ਮਿਟ ਜਾਂਦਾ ਹੈ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਜਾ ਕਉ ਰਸ ਹਰ ਰਸ ਹੈ ਆਇਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪ ਜੀ ਦਰਦਨਾਕ ਕਥਨ ਕਰਦੇ ਹੋ ਜੀ, ਇਹ ਦੁੱਖ ਦੇਣ ਵਾਲੇ ਨੇ। ਦੁਨੀਆ ਦੇ ਲੋਕ ਤੇ ਰਸੀਓ ਕਰਕੇ ਇਸ ਦੇ ਰਸ ਨੂੰ ਮੰਨਦੇ ਨੇ, ਕਾਮ ਦੇ ਰਸ ਨੂੰ ਮੰਨਦੇ ਨੇ, ਪਦਾਰਥਾਂ ਦੇ ਰਸ ਨੂੰ ਮੰਨਦੇ ਨੇ। ਸੱਚੇ ਪਾਤਸ਼ਾਹ ਉਹਨਾਂ ਜੀ ਦੇ ਬਾਬਤ ਆਪ ਜੀ ਦਾ ਜੋ ਵਿਚਾਰ ਹੈ ਉਹ ਕਿਵੇਂ ਹੈ, ਕਿਰਪਾ ਕਰਕੇ ਕਥਨ ਕਰਕੇ ਦਰਸਾਓ ਜੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਾ ਕਉ ਰਸ, ਜਿਸ ਪ੍ਰਾਣੀ ਨੇ ਇਸ ਦੁਨੀਆ ਦੇ ਰਸਾਂ ਨੂੰ ਛੱਡ ਦਿੱਤਾ ਹੈ, ਹਰ ਰਸ ਪ੍ਰਮਾਤਮਾ ਜੀ ਦੇ ਨਾਮ ਦਾ ਰਸ ਹੈ ਆਇਓ, ਉਹ ਉਹਨਾਂ ਨੂੰ ਹੀ ਆਉਂਦਾ ਹੈ। ਜਿਹੜੇ ਕਾਮ ਦੇ ਰਸ ਵਿੱਚ ਲੱਗੇ ਨੇ ਉਹਨਾਂ ਨੂੰ ਨਾਮ ਦਾ ਰਸ ਥੋੜਾ ਆਵੇਗਾ। ਜਿਹੜੇ ਵਿਕਾਰਾਂ ਦੇ ਰਸ ਦੇ ਵਿੱਚ ਲੱਗੇ ਨੇ, ਸਿਮਰਨ ਭਜਨ ਦਾ ਤਿੰਨਾਂ ਨੂੰ ਰਸ ਬ੍ਰਹਮਾਨੰਦ ਦਾ ਰਸ ਕਿੱਥੋਂ ਪ੍ਰਾਪਤ ਹੋਣਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਦੇ ਵਾਸਤੇ ਤਾਂ ਇਹ ਰਸ ਛਾਡਾ ਛੋਡਾ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੇ ਨਾਮ ਰਸ ਨੂੰ ਪੀ ਲਿਆ ਫਿਰ ਇਹ ਰਸ ਨਹੀਂ ਚੰਗੇ ਲੱਗਦੇ। ਵਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਇਸ ਕਰਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਜਾ ਕਉ ਰਸ, ਜਿਨ੍ਹਾਂ ਪ੍ਰਾਣੀਆਂ ਨੇ ਇਸ ਪ੍ਰਕਾਰ ਵਿਕਾਰਾਂ ਦੇ ਰਸਾਂ ਨੂੰ ਤਿਆਗ ਦੇਣਾ ਕੀਤਾ ਹੈ, ਹੋਸੇ ਜਾਣ ਕਰਕੇ ਹਰ ਰਸ ਹੈ ਆਇਓ, ਉਹਨਾਂ ਨੂੰ ਹੀ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਰਸ ਸਿਮਰਨ ਦੇ ਵਿੱਚੋਂ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਸੋ ਅਨ ਰਸ ਨਾਹੀ ਲਪਟਾਇਓ। ਤੇ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਗਿਆ ਨਾ, ਉਹ ਰਸ ਐਸਾ ਅਕਹਿ ਹੈ, ਐਸਾ ਆਨੰਦਦਾਇਕ ਹੈ, ਐਸਾ ਸਵਾਦਿਸ਼ਟ ਹੈ, ਜਿਸ ਨੂੰ ਛੱਡਿਆ ਨਹੀਂ ਜਾਂਦਾ, ਜਿਹੜਾ ਮੁੜ ਕਦੇ ਤਿਆਗਿਆ ਨਹੀਂ ਜਾਂਦਾ। ਉਸ ਰਸ ਨੂੰ ਛੱਡਦੇ ਨਹੀਂ ਤੇ ਵਿਕਾਰਾਂ ਰੂਪੀ ਰਸਾਂ ਦੇ ਵਿੱਚ ਫਿਰ ਉਹ ਕਦੇ ਵੀ ਆਪਣੇ ਆਪ ਨੂੰ ਲਿਪਾਇਮਾਨ ਨਹੀਂ ਕਰਦੇ ਹਨ। ਸੋ ਅਨ ਰਸ,
ਅਨ ਦਾ ਅਰਥ ਹੈ ਹੋਰ। ਨਾਮ ਰਸ ਨੂੰ ਛੱਡ ਕਰਕੇ ਹੋਰ ਕਿਸੇ ਵੀ ਰਸ ਦੇ ਵਿੱਚ ਨਾ ਹੀ ਲਪਟਾਇਓ। ਉਹਨਾਂ ਦੀ ਰਸਨਾ ਵੀ ਜਿਹੜੀ ਹੈ ਲਿਪਾਏਮਾਨ ਨਹੀਂ ਹੁੰਦੀ। ਪਦਾਰਥਾਂ ਦੇ ਖਾਣ ਭੋਗਣ ਦੇ ਵਿੱਚ ਕਿਉਂਕਿ ਸਭ ਤੋਂ ਮਿੱਠਾ ਰਸ ਵਾਹਿਗੁਰੂ ਜੀ ਦੀ ਬੰਦਗੀ ਦਾ ਜੂ ਪ੍ਰਾਪਤ ਕਰ ਲਿਆ। ਜਿਵੇਂ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਸਭਨਾਂ ਨੂੰ ਜ਼ੁਬਾਨੀ ਯਾਦ ਹੋਣਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਵਾਹਿਗੁਰੂ ਜੀ ਦੇ ਨਾਮ ਦੇ ਸਦਰਸ਼ ਹੋਰ ਕੋਈ ਰਸ ਪੁੱਜਦਾ ਹੀ ਨਹੀਂ। ਇਸ ਕਰਕੇ ਵਾਹਿਗੁਰੂ ਜੀ ਦੇ ਪਿਆਰੇ ਆਪਣੇ ਆਪ ਨੂੰ ਹੋਰਨਾਂ ਰਸਾਂ ਦੇ ਵਿੱਚ ਖਚਤ ਨਹੀਂ ਕਰਦੇ। ਜਾ ਕਾ ਕਹਿਆ ਦਰਗਹ ਚੱਲੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਦੁਨਿਆਵੀ ਮੁਰਾਦ ਦੇ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦੀ ਲੋਕਾਂ ਦੇ ਵਿੱਚ ਚੱਲਦੀ ਏ, ਦੁਨੀਆਦਾਰੀ ਵਿੱਚ ਚੱਲਦੀ ਏ, ਸਰਕਾਰੇ ਦਰਬਾਰੇ ਚੱਲਦੀ ਏ। ਜਿਹੜੇ ਨਾਮ ਦੇ ਰਸੀਏ ਨਹੀਂ ਕਿਧਰੇ ਉਹਨਾਂ ਦੀ ਵੀ ਚੱਲਦੀ ਏ। ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪਿਆਰਿਓ ਜਿਹੜੇ ਨਾਮ ਦੇ ਰਸੀਏ ਨੇ, ਦੁਨੀਆ ਤੇ ਸਾਰੀ ਆ ਕਰਕੇ ਆਦਰ ਦੇ ਨਾਲ ਚਰਨਾਂ ਤੇ ਝੁਕੀ ਜਾਂਦੀ ਹੈ। ਉਹਨਾਂ ਦਾ ਮੁਖ ਦੇ ਵਿੱਚੋਂ ਉਚਾਰਿਆ ਹੋਇਆ ਬਚਨ ਤੇ ਦਰਗਾਹ ਦੇ ਵਿੱਚ ਵੀ ਪ੍ਰਮਾਨ ਹੁੰਦਾ ਹੈ। ਜਾ ਕਾ ਕਹਿਆ ਦਰਗਾਹ ਚੱਲਾ। ਰਾਜਾ ਜਨਕ ਜੀ ਨੇ ਇੱਕ ਬਚਨ ਕੀਤਾ, ਅੱਧੀ ਘੜੀ ਦਾ ਸਿਮਰਨ ਪਾਇਆ, ਨਰਕ ਖਾਲੀ ਕਰਵਾ ਦਿੱਤੇ ਨਾ। ਦਰਗਾਹ ਦੇ ਵਿੱਚ ਚੱਲਦੀ ਹੈ, ਜਿਹੜਾ ਬਚਨ ਕਹਿ ਦਿੰਦੇ ਮੁਖ ਦੇ ਵਿੱਚ ਉਹ ਸੱਤ ਹੁੰਦਾ ਹੈ। ਧਰਮਰਾਜ ਵੀ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ। ਇਸ ਪ੍ਰਕਾਰ ਸਾਦਾ ਸਰਨੀ ਜੋ ਪਵੈ ਸੋ ਛੁੱਟੈ ਬੱਧਾ। ਜਿੱਥੇ ਇੱਥੇ ਦੁਨੀਆ ਵਿੱਚ ਕਰਮਾਂ ਤੋਂ ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਪ੍ਰਮਾਤਮਾ ਜੀ ਦੇ ਜਿਹੜੇ ਪਿਆਰੇ ਹੁੰਦੇ ਨੇ ਨਾ, ਦਰਗਾਹ ਦੇ ਵਿੱਚ ਉਹਨਾਂ ਦਾ ਨਾਮ ਲੈਣ ਦੇ ਨਾਲ ਹੀ ਜੀਵ ਦਾ ਲੇਖਾ ਮੁੱਕ ਜਾਂਦਾ ਹੈ। ਸੋ ਸੰਤ ਬਾਬਾ ਕਿਰਪਾਲ ਸਿੰਘ ਜੀ ਛੰਨਾ ਵਾਲੇ, ਮਹਾਂਪੁਰਖ ਬਾਬਾ ਆਤਰ ਸਿੰਘ ਜੀ ਮਸਤੂਆਣਾ ਵਾਲੇ ਸਾਹਿਬ ਵਾਲੇ ਹੋਏ ਨੇ ਨਾ, ਉਹਨਾਂ ਦੇ ਵਿਦਿਆਰਥੀ ਹੋਏ ਨੇ ਸੰਤ ਬਾਬਾ ਕਿਰਪਾਲ ਸਿੰਘ ਜੀ। ਬੜੀ ਅਵਸਥਾ ਵਾਲੇ, ਜਨਮ ਤੋਂ ਲੈ ਕਰਕੇ ਸਿੱਧ ਪੁਰਖ ਮਹਾਂਪੁਰਖ ਮਹਾਤਮਾ ਬ੍ਰਹਮ ਗਿਆਨੀ ਹੋਏ ਨੇ। ਉਹਨਾਂ ਦੀ ਸੰਗਤ ਦੇ ਵਿੱਚ ਇੱਕ ਬੀਬੀ ਰਹਿੰਦੀ ਸੀ, ਕਲਿਆਣ ਪਿੰਡ। ਸਾਧ ਸੰਗਤ ਜੀ ਜਿਹੜਾ ਕਲਿਆਣ ਪਿੰਡ ਹੈ, ਪਟਿਆਲੇ ਤੋਂ ਨਾਭਾ ਰੋਡ ਤੇ ਆਉਂਦਾ ਹੈ। ਤੇ ਸਮਾਂ ਐਸਾ ਬਣਿਆ, ਬੀਬੀ ਚੜਾਈ ਕਰ ਗਈ। ਧਰਮਰਾਜੇ ਦੀ ਦਰਗਾਹ ਵਿੱਚ ਗਈ ਤੇ ਪੁੱਛਣਾ ਕੀਤਾ, ਬੀਬੀ ਸਿਮਰਨ ਭਜਨ ਬੰਦਗੀ ਨਹੀਂ ਕੀਤੀ, ਕੋਈ ਸਿਮਰਨ ਕੀਤਾ ਤੇ ਦੱਸ। ਕਿਧਰੇ ਕੋਈ ਸਤ ਸੰਗਤ ਦੀਆਂ ਘੜੀਆਂ ਕੀ ਤੇਰੇ ਕਰਮਾਂ 'ਚ ਭਾਗਾਂ 'ਚ ਹੋਈਆਂ ਨਸੀਬ ਤੇ ਦੱਸ। ਤੇ ਕਹਿਣ ਲੱਗੀ, ਬਾਕੀ ਤਾਂ ਬੰਦਗੀ ਦਾ ਮੈਨੂੰ ਪਤਾ ਨਹੀਂ, ਪੜ੍ਹੀ ਲਿਖੀ ਮੈਂ ਹੈ ਨਹੀਂ, ਬਾਣੀ ਪੜ੍ਹਨੀ ਮੈਨੂੰ ਆਉਂਦੀ ਨਹੀਂ, ਪਰ ਸੰਤ ਬਾਬਾ ਕਿਰਪਾਲ ਸਿੰਘ ਜੀ ਦੀ ਸੰਗਤ ਵਿੱਚ ਮੈਂ ਜਾਇਆ ਕਰਦੀ ਸੀ। ਤੇ ਸਾਧ ਸੰਗਤ ਜੀ ਬੀਬੀ ਮੁੜ ਜਿਉਂਦੀ ਹੋ ਗਈ ਤੇ ਉਸਨੇ ਦੱਸਿਆ, ਕਹਿੰਦੀ ਜਦੋਂ ਮੈਂ ਸੰਤ ਬਾਬਾ ਕਿਰਪਾਲ ਸਿੰਘ ਜੀ ਦਾ ਨਾਂ ਹੀ ਲਿਆ ਨਾ ਉੱਥੇ ਧਰਮਰਾਜ, ਨਾ ਜਮਦੂਤ, ਨਾ ਦਰਬਾਰ, ਕੁਛ ਵੀ ਨਹੀਂ, ਸਭ ਕੁਝ ਅਲੋਪ ਹੀ ਹੋ ਗਿਆ ਤੇ ਵਾਪਸ ਸਰੀਰ ਦੇ ਵਿੱਚ ਆ ਗਈ। ਹੋਰ ਸਮਾਂ ਮਿਲ ਗਿਆ ਸਿਮਰਨ ਭਜਨ ਬੰਦਗੀ ਕਰਨ ਵਾਸਤੇ, ਮਹਾਂਪੁਰਖਾਂ ਦਾ ਨਾਮ ਹੀ ਲੈਣ ਦੇ ਨਾਲ। ਇੱਕ ਦੂ ਇੱਕ ਚੜ੍ਹੰਦੀਆ ਕੌਣ ਜਾਣਾ ਮੇਰਾ ਨਾਉ ਜੀਓ। ਇਹ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ। ਐਸੇ ਐਸੇ ਅਮੁੱਲਕ ਹੀਰੇ ਭਰਿਆ ਪਿਆ ਪੰਥ ਹੀਰਿਆਂ ਦੇ ਨਾਲ ਕਿੰਨਾ ਕਿੰਨਾ ਮਹਾਤਮਾ ਦਾ ਜ਼ਿਕਰ ਕਰਨਾ ਕਰੀਏ। ਜਾ ਕਾ ਕਹਿਆ ਦਰਗਾਹ ਚੱਲਾ। ਐਸੇ ਜਿਹੜੇ ਪ੍ਰਮਾਤਮਾ ਜੀ ਦੇ ਪਿਆਰੇ ਨੇ, ਪਿਆਰਿਓ ਦੁਨੀਆ ਤੇ ਉਹਨਾਂ ਦੇ ਕਦਮਾਂ ਦੇ ਉੱਪਰ ਨਤਮਸਤਕ ਹੁੰਦੀ ਹੈ। ਦਰਗਾਹ ਦੇ ਵਿੱਚ ਵੀ ਤਿੰਨਾਂ ਦਾ ਨਾਮ ਚੱਲਦਾ ਹੈ, ਤਿੰਨਾਂ ਦਾ ਬਚਨ ਚੱਲਦਾ ਹੈ, ਕਿਉਂਕਿ ਕਰਮ ਖੰਡ ਕੀ ਬਾਣੀ ਜੋਰ। ਐਸੇ ਬਖਸ਼ਿਸ਼ ਦੇ ਖੰਡ ਨੂੰ ਪ੍ਰਾਪਤ ਕਰਦੇ ਉਹਨਾਂ ਦੀ ਬਾਣੀ ਬਲਸ਼ਾਲੀ ਹੋ ਜਾਂਦੀ ਹੈ। ਜੋ ਪ੍ਰਵਚਨ ਮੁਖ ਚੋਂ ਫਰਮਾਉਂਦੇ ਨੇ ਸਤ ਹੋ ਜਾਂਦਾ ਹੈ। ਸੋ ਕਿਸ ਕੋ ਨਦਰ ਲੈ ਆਵੇ ਤਲੇ। ਤੇ ਮਹਾਰਾਜ ਫਿਰ ਐਸੇ ਰੱਬ ਦੇ ਪਿਆਰਿਆਂ ਨੂੰ ਕਿਸੇ ਦੀ ਮੁਥਾਜੀ ਤੇ ਨਹੀਂ ਨਾ ਹੁੰਦੀ। ਹਜ਼ੂਰ ਫਰਮਾਉਂਦੇ ਨੇ, ਜਿਸ ਦਾ ਮਿੱਤਰ ਰੱਬ ਹੋਵੇ, ਜਿਸ ਦਾ ਸੱਜਣ ਹੀ ਰੱਬ ਹੋਵੇ, ਸੋ ਕਿਸ ਕੋ, ਉਹ ਕਿਸ ਨੂੰ ਨਦਰ ਲੈ ਆਵੇ। ਆਪਣੀ ਅੱਖ ਥੱਲੇ ਕਿਹਨੂੰ ਲਿਆਉਂਦਾ? ਉਹ ਤਲੇ ਤੋਂ ਭਾਵ ਹੈ ਥੱਲੇ, ਜਿਹੜਾ ਤਲਾ ਪਾਠ ਬੜਾ ਪੋਲਾ ਜਿਹਾ ਕਰਨਾ ਜਿਵੇਂ ਭਾਈ ਸਾਹਿਬ ਨੇ ਕੀਤਾ। ਸੋ ਕਿਸ ਨੂੰ ਆਪਣੀ ਅੱਖ ਦੇ ਥੱਲੇ ਲਿਆਉਂਦਾ ਹੈ? ਜਿਸ ਦਾ ਸੱਜਣ ਹੀ ਵਾਹਿਗੁਰੂ ਹੋਵੇ। ਕਹਿਣ ਤੋਂ ਭਾਵ ਉਹਨੂੰ ਕਿਸੇ ਹੋਰ ਦਾ ਆਸਰਾ ਤੱਕਣੇ ਦੀ ਲੋੜ ਹੀ ਨਹੀਂ ਪੈਂਦੀ, ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ, ਕਿਸੇ ਹੋਰ ਦੀ ਅਧੀਨਗੀ ਨਹੀਂ ਰਹਿ ਜਾਂਦੀ ਹੈ। ਜਾ ਕਾ ਸਭ ਕਿਛ ਤਾਕਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਵੱਡੀਆਂ ਭਾਰੀ ਦਾਤਾਂ ਸਾਨੂੰ ਵੀ ਪ੍ਰਾਪਤ ਹੋ ਸਕਦੀਆਂ ਨੇ ਕਿ ਸਾਡਾ ਪਿਆਰ ਵੀ ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲੱਗ ਸਕਦਾ ਹੈ। ਗਰੀਬ ਨਿਵਾਜ ਆਪ ਜੀ ਦੇ ਬਖਸ਼ਿਸ਼ਾਂ ਰੂਪੀ ਭੰਡਾਰੇ ਦੇ ਵਿੱਚੋਂ ਕੀ ਇਹ ਦਾਤਾਂ ਸਾਨੂੰ ਵੀ ਪ੍ਰਾਪਤ ਹੋ ਸਕਦੀਆਂ ਨੇ? ਜੇ ਹੋ ਸਕਦੀਆਂ ਤੇ ਗਰੀਬ ਨਿਵਾਜ ਜੁਗਤ ਕੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਵਚਨ ਫਰਮਾਉਂਦੇ ਨੇ, ਸਿੱਖੋ ਜਾ ਕਾ ਸਭ ਕਿਛ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਭ ਕੁਛ ਪੈਦਾ ਕੀਤਾ ਹੈ। ਸਭ ਕੁਛ ਜਿਤਨੇ ਵੀ ਖੰਡ ਨੇ, ਬ੍ਰਹਮੰਡ ਨੇ, ਲੋਕਾਈ ਹੈ, ਆਕਾਸ਼ ਹੈ, ਪਾਤਾਲ ਹੈ, ਸਾਗਰ ਨੇ, ਪਹਾੜ ਨੇ, ਝੀਲਾਂ ਨੇ, ਨਦੀਆਂ ਨੇ, 84 ਲੱਖ ਜੂਨੀਆਂ ਨੇ, ਚਾਰੇ ਖਾਣੀਆਂ ਨੇ, ਸਾਰੇ ਬ੍ਰਹਮੰਡ, ਸਭ ਕੁਛ
ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪੈਦਾ ਕੀਤਾ ਹੋਇਆ ਨਾ, ਜੀਵ ਨੂੰ ਚਾਹੀਦਾ ਹੈ ਤਾਕਾ ਹੋਏ, ਉਸ ਵਾਹਿਗੁਰੂ ਜੀ ਦਾ ਹੋ ਜਾਵੇ, ਉਸ ਪਰਮਾਤਮਾ ਜੀ ਦਾ ਹੋ ਜਾਵੇ, ਉਸ ਨਿਰੰਕਾਰ ਜੀ ਦਾ ਸੇਵਕ ਹੋ ਕਰਕੇ, ਦਾਸ ਹੋ ਕਰਕੇ ਜਿਹੜਾ ਜੀਵ ਹੈ ਨਾਮ ਰਸੀਆ ਹੋ ਕਰਕੇ ਰਹੇ। ਨਾਨਕ ਤਾਕਾ ਸਦਾ ਸੁਖ ਹੋਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਹੈ ਗੁਰਸਿੱਖੋ, ਜਿਹੜਾ ਫਿਰ ਵਾਹਿਗੁਰੂ ਜੀ ਦਾ ਹੋ ਜਾਂਦਾ ਨਾ, ਉਸ ਨੂੰ ਸਦੀਵ ਕਾਲ ਅਨੰਤ ਕਾਲ ਤੱਕ ਦਾ ਆਤਮ ਸੁਖ ਪ੍ਰਾਪਤ ਹੁੰਦਾ ਹੈ, ਸਦਾ ਸੁਖ ਹੋਏ। ਜੋ ਸੁਖ ਸਰੂਪ ਵਾਹਿਗੁਰੂ ਹੈ ਨਾ, ਹੋਏ ਉਸੇ ਦਾ ਹੀ ਹੋ ਜਾਂਦਾ ਹੈ, ਫਿਰ ਕਦੇ ਛੱਡ ਕਰਕੇ ਨਹੀਂ ਜਾਂਦਾ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦਾ ਹੀ ਸਦਾ ਹੋ ਜਾਂਦਾ ਹੈ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਭਾਈ ਜੋਗਾ ਸਿੰਘ ਨੂੰ ਪੁੱਛਿਆ ਸੀ ਨਾ ਭਾਈ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ, ਨਾਮ ਕੀ ਹੈ ਤੇਰਾ? ਕਹਿਣ ਲੱਗਾ ਮਹਾਰਾਜ ਮੇਰਾ ਨਾਮ ਹੈ ਜੋਗਾ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਛਿਆ ਭਾਈ ਕਿਸਦੇ ਜੋਗਾ? ਸਾਡੇ ਜੋਗਾ ਜਾਂ ਆਪਣੇ ਮਾਪਿਓ ਜੋਗਾ? ਸਾਡੇ ਜੋਗਾ ਜਾਂ ਆਪਣੇ ਘਰਦਿਆਂ ਜੋਗਾ? ਤੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਜੋਗਾ। ਤੇ ਮਹਾਰਾਜ ਸਾਹਿਬ ਜੀ ਨੇ ਕਿਹਾ ਭਾਈ ਬਚਨ ਯਾਦ ਰੱਖੇਗਾ, ਕਦੇ ਮੁਕਰੇਗਾ ਤੇ ਨਹੀਂ? ਤੇ ਭਾਈ ਜੋਗਾ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਬਜ਼ੁਰਗਾਂ ਤੋਂ ਸਰਵਣ ਕੀਤਾ, ਸੁਣਿਆ ਬਚਨ ਬਜ਼ੁਰਗਾਂ ਦਾ, ਸਿੱਖ ਦਾ ਸੀਸ ਭਾਵੇਂ ਕੱਟਿਆ ਜਾਵੇ ਪਰ ਕਦੇ ਜ਼ੁਬਾਨ ਨਹੀਂ ਜਾਣੀ ਚਾਹੀਦੀ। ਇਸ ਕਰਕੇ ਮਹਾਰਾਜ ਤੁਹਾਡੇ ਜੋਗਾ ਕਹਿ ਦਿੱਤਾ ਤੇ ਹੁਣ ਤੁਹਾਡੇ ਜੋਗਾ। ਤੇ ਕਲਗੀਧਰ ਸਾਹਿਬ ਜੀ ਨੇ ਫਰਮਾਇਆ ਜੋਗਾ ਸਿੰਘਾ ਜੇ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ। ਬਚਨ ਯਾਦ ਰੱਖੀ, ਜੇ ਤੂੰ ਨਾ ਭੁੱਲੇਗਾ ਤੇ ਬਚਨ ਫਿਰ ਅਸੀਂ ਵੀ ਨਹੀਂ ਭੁੱਲਦੇ। ਤੇ ਸਾਧ ਸੰਗਤ ਜੀ ਨੇ ਸਮਾਂ ਪਾ ਕਰਕੇ ਮਾਰਗ ਤੋਂ ਭਟਕਿਆ ਤੇ ਕਲਗੀਧਰ ਸਾਹਿਬ ਜੀ ਨੇ ਵੇਸਵਾ ਦੇ ਦੁਆਰੇ ਤੇ ਪਹਿਰੇਦਾਰ ਹੋ ਕਰਕੇ ਵੀ ਰਖਵਾਲੀ ਕੀਤੀ। ਸਤਿਗੁਰੂ ਜੀ ਉਸਦੇ ਜੋਗੇ ਬਣ ਕੇ ਰਹੇ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹਜ਼ੂਰ ਫਰਮਾਵਣਾ ਕਰਦੇ ਨੇ ਸਦਾ ਸੁਖ ਹੋਏ, ਫਿਰ ਸਦੀਵ ਕਾਲ ਸੁਖ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਉਸੇ ਦਾ ਹੀ ਹੋ ਜਾਂਦਾ ਹੈ, ਜਿਵੇਂ ਕਲਗੀਧਰ ਸਾਹਿਬ ਜੀ ਭਾਈ ਜੋਗਾ ਸਿੰਘ ਜੀ ਦੇ ਹੋ ਗਏ। ਐਸਾ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਿਰਦ ਹੈ। ਸੋ ਇਸੇ ਪ੍ਰਕਾਰ ਨਾਨਕ ਤਾਕੋ ਸਦਾ ਸੁਖ ਹੋਏ, ਉਸ ਨੂੰ ਆਪਣੇ ਆਤਮ ਸਰੂਪ ਸੁਖ ਸਰੂਪ ਦੀ ਪ੍ਰਾਪਤੀ ਹੋਏ ਹੋ ਜਾਂਦੀ ਹੈ। ਗੌੜੀ ਮਹੱਲਾ ਪੰਜਵਾ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਜਾ ਕੈ ਦੁਖ ਸੁਖ ਸਮ ਕਰ ਜਾਪੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਅੰਦਰ ਚਿੰਤਾ ਬੜੀਆਂ ਨੇ, ਝੋਰੇ ਬੜੇ ਨੇ, ਕਾੜੇ ਬੜੇ ਨੇ, ਦੁਨੀਆ ਝੁਰਦੀ ਦੇਖੀ ਜਾਂਦੀ ਏ। ਸੱਚੇ ਪਾਤਸ਼ਾਹ ਇਹਨਾਂ ਝੋਰਿਆਂ ਤੋਂ ਬਚਣ ਦਾ ਕੋਈ ਉਪਾਅ ਹੈ? ਮਨ ਨੂੰ ਦੁੱਖ ਨਾ ਆਵੇ, ਸੰਤਾਪ ਨਾ ਆਉਣ, ਜੀਵ ਨੂੰ ਕੱਢਣਾ ਨਾ ਪਵੇ, ਝੁਰਨਾ ਨਾ ਪਵੇ, ਐਸਾ ਕੋਈ ਯਤਨ ਤਾਂ ਹੋਵੇਗਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਪਿਆਰਿਓ, ਜਿਹੜਾ ਵਾਹਿਗੁਰੂ ਜੀ ਦੇ ਭਾਣੇ ਦੇ ਅੰਦਰ ਸਮਦ੍ਰਿਸ਼ਟਾ ਹੋ ਕਰਕੇ ਰਹਿੰਦਾ ਹੈ, ਵਾਹਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਤੇ ਦੁੱਖ ਅਤੇ ਸੁੱਖ ਦੇ ਵਿੱਚ ਆਪਣੇ ਮਨ ਦੀ ਅਵਸਥਾ ਨੂੰ ਸਮ ਕਰਕੇ ਰੱਖਦਾ ਹੈ, ਬਰਾਬਰ ਕਰਕੇ ਰੱਖਦਾ ਹੈ। ਜਾ ਕੇ ਦੁੱਖ ਸੁੱਖ ਸਮ ਕਾਰੇ ਜਾਪੈ। ਵਾਹਿਗੁਰੂ ਜੀ ਦੇ ਭਾਣੇ ਅੰਦਰ ਨਦਰ ਦੇ ਅੰਦਰ ਰਹਿੰਦਿਆਂ ਹੋਇਆਂ ਦੁੱਖ ਨੂੰ ਆਪਣੀ ਪਰਾਲਬਧ ਜਾਣ ਕੇ ਤੇ ਸੁੱਖ ਨੂੰ ਵਾਹਿਗੁਰੂ ਜੀ ਦੀ ਬਖਸ਼ਿਸ਼ ਜਾਣ ਕੇ ਮਨ ਦੀ ਬਿਰਤੀ ਜਿਹੜਾ ਸਮਾਨ ਰੱਖਦਾ ਹੈ, ਇੱਕ ਰਸ ਜਿਹੜਾ ਰੱਖਣਾ ਕਰਦਾ ਹੈ ਮਨ ਦੇ ਭਾਵ ਨੂੰ। ਕਾੜਾ ਕਹਾਂ ਵਿਆਪੈ। ਅਖਵਾ ਜਾਪੈ ਜਾਣਦਾ ਹੈ, ਜਿਹੜਾ ਦੁੱਖ ਨੂੰ ਤੇ ਸੁੱਖ ਨੂੰ ਬਰਾਬਰ ਹੀ ਕਰਕੇ ਜਾਣਦਾ ਹੈ। ਜੇ ਦੁੱਖ ਦੇਹ ਤਾਂ ਤੁਝੇ ਅਰਾਧੀ, ਸੁਖ ਵੀ ਤੁਝੇ ਧਿਆਈ। ਦੁੱਖ ਦੇ ਵਿੱਚ ਵੀ ਉਸੇ ਦਾ ਸਿਮਰਨ, ਸੁੱਖ ਦੇ ਵਿੱਚ ਵੀ ਉਸੇ ਦਾ ਸ਼ੁਕਰਾਨਾ। ਹਜ਼ੂਰ ਫਰਮਾਵਣਾ ਕਰਦੇ ਨੇ ਤਾਕਾ ਕਾੜਾ ਕਹਾ ਵਿਆਪੈ। ਉਸ ਨੂੰ ਝੋਰਾ ਕਿੱਥੇ ਵਿਆਪਦਾ ਹੈ? ਭਾਵ ਉਹਨਾਂ ਨੂੰ ਝੋਰਾ ਨਹੀਂ ਵਿਆਪਦਾ, ਉਹਨਾਂ ਨੂੰ ਕਾੜਾ ਨਹੀਂ ਵਿਆਪਦਾ, ਹਿਰਦੇ ਦੀ ਚਿੰਤਾ ਉਹਨਾਂ ਨੂੰ ਨਹੀਂ ਸਤਾਉਂਦੀ। ਮਨ ਦਾ ਸੋਗ, ਹਿਰਦੇ ਦਾ ਰੋਗ ਅਥਵਾ ਵਿਕਾਰਾਂ ਦਾ ਰੋਗ ਤਿਨਾਂ ਨੂੰ ਦੁਖੀ ਨਹੀਂ ਕਰਦਾ ਹੈ। ਸਹਿਜ ਆਨੰਦ ਹਰ ਸਾਧੂ ਮਾਹੇ। ਹਜ਼ੂਰ ਐਸੇ ਤੇ ਫਿਰ ਨਾਮ ਦੇ ਰਸੀਏ ਹੋਣਗੇ ਨਾ, ਜਿਹੜੇ ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਨੇ। ਤੇ ਜਿਹੜੇ ਦੁੱਖ ਸੁੱਖ ਨੂੰ ਬਰਾਬਰ ਕਰਕੇ ਜਾਣਦੇ ਨਾਮ ਰਸੀਏ ਮਹਾਤਮਾ ਨੇ, ਉਹਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਸਹਿਜ ਆਨੰਦ ਅਚੁੱਤ ਸੁਖ ਦੇ ਅੰਦਰ ਸਦਾ ਹੀ ਉਹ ਮਗਨ ਰਹਿੰਦੇ ਨੇ। ਹਰ ਸਾਧੂ ਮਾਹੇ, ਜਿਹੜੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਸ੍ਰੇਸ਼ਟ ਸਾਧੂ ਜਨ ਨੇ ਨਾ, ਮਹਾਤਮਾ ਨਾਮ ਜਪਣ ਵਾਲੇ, ਉਹ ਸਹਿਜ ਗਿਆਨ ਬ੍ਰਹਮ ਗਿਆਨ ਦੀ ਅਵਸਥਾ ਦੇ ਅੰਦਰ ਆਨੰਦ ਦੇ ਸਹਿਤ ਰਹਿਣਾ ਕਰਦੇ ਨੇ।
ਇਸੇ ਪ੍ਰਕਾਰ ਸਹਿਜ ਤੋਂ ਭਾਵ ਹੈ ਪ੍ਰਕਾਸ਼। ਪ੍ਰਕਾਸ਼ ਸਰੂਪ ਪਰਮਾਤਮਾ ਦੀ ਪ੍ਰਾਪਤੀ ਦੇ ਆਨੰਦ ਨੂੰ ਸਦਾ ਹੀ ਮਾਣਦੇ ਨੇ। ਹਰ ਸਾਧੂ ਮਾਹੇ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਜਿਹੜੇ ਸਾਧੂ ਨੇ ਇਸ ਦੀ ਬੰਦਗੀ ਦੇ ਅੰਦਰ ਹੀ ਸਦਾ ਮਸਤ ਰਹਿੰਦੇ ਨੇ ਤੇ ਇਸ ਵਾਹਿਗੁਰੂ ਜੀ ਦੀ ਬੰਦਗੀ ਨਾਮ ਸਿਮਰਨ ਦੇ ਅੰਦਰ ਹੀ ਸੁਰਤ ਟਿਕਾ ਕਰਕੇ, ਨਾਮ ਦੇ ਅਭਿਆਸੀ ਬਣ ਕਰਕੇ, ਨਾਮ ਦੇ ਅੰਮ੍ਰਿਤ ਰਸ ਨੂੰ ਮਾਣਦੇ ਬ੍ਰਹਮਾਨੰਦ ਨੂੰ ਭੋਗਦੇ ਹਨ। ਆਗਿਆਕਾਰੀ ਹਰ ਹਰ ਰਾਏ। ਤੇ ਜੋ ਹਾਰੇ ਰਾਏ, ਰਾਏ ਤੋਂ ਭਾਵ ਹੈ ਪ੍ਰਕਾਸ਼ ਸਰੂਪ। ਹਰੀ ਪਰਮਾਤਮਾ ਪ੍ਰਕਾਸ਼ ਸਰੂਪ ਹੈ, ਸਾਰੇ ਜੀਵਾਂ ਨੂੰ ਪ੍ਰਕਾਸ਼ ਕਰਨੇ ਵਾਲਾ ਭਾਵ ਉਤਪੰਨ ਕਰਨੇ ਵਾਲਾ ਹੈ। ਕਰੋੜਾਂ ਬ੍ਰਹਮੰਡਾਂ ਦੇ ਅੰਦਰ ਪ੍ਰਕਾਸ਼ ਜੋਤ ਚਾਨਣ ਹੈ, ਜਿਸ ਦਾ ਜ਼ਿੰਦਗੀ ਰੂਪ ਜੀਵਨ ਰੂਪ ਹੋ ਕਰਕੇ ਸਰਬਤ ਜੀਆਂ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਸਮਾਇਆ ਹੋਇਆ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਮਹਾਤਮਾ ਨੇ ਨਾ, ਆਗਿਆਕਾਰੀ, ਸਦਾ ਹੀ ਵਾਹਿਗੁਰੂ ਜੀ ਦੇ ਆਗਿਆਕਾਰੀ ਹੋ ਕਰਕੇ ਰਹਿੰਦੇ ਨੇ। ਤੇ ਹਰ ਹਰ ਰਾਏ, ਹਰੀ ਪਰਮਾਤਮਾ ਜੋ ਹੈ ਹਰ ਵੇਲੇ ਤਿਸ ਦੇ ਨਾਮ ਨੂੰ ਜਪਦੇ ਨੇ, ਜਿਸ ਦੇ ਨਾਮ ਦਾ ਸਿਮਰਨ ਹਰ ਇੱਕ ਦੇ ਹਿਰਦਿਆਂ ਨੂੰ ਹਰਿਆ ਭਰਿਆ ਕਰਨੇ ਵਾਲਾ ਹੈ। ਹਰ ਇੱਕ ਦੇ ਹਿਰਦੇ ਦੇ ਵਿੱਚੋਂ ਦੁੱਖਾਂ ਨੂੰ, ਰੋਗਾਂ ਨੂੰ, ਸੰਤਾਪਾਂ ਨੂੰ ਹਰ ਲੈਣ ਵਾਲਾ ਹੈ, ਨਾਸ਼ ਕਰ ਦੇਣ ਵਾਲਾ, ਮੇਟ ਦੇਣ ਵਾਲਾ ਹੈ। ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਜਾ ਕੈ ਅਚਿੰਤ ਵਸੈ ਮਨ ਆਏ। ਸੋ ਅਚਿੰਤ ਪਰਮਾਤਮਾ, ਚਿੰਤਾਵਾਂ ਤੋਂ ਰਹਿਤ ਪਰਮਾਤਮਾ ਜੀ, ਇਸ ਅਚਿੰਤ ਪਰਮਾਤਮਾ ਜੀ ਦੇ ਨਾਮ ਦੀ ਯਾਦ ਜਿਸ ਦੇ ਹਿਰਦੇ ਦੇ ਵਿੱਚ ਆ ਕਰਕੇ ਵਸਦੀ ਹੈ। ਅਚਿੰਤ ਪਰਮਾਤਮਾ ਜੀ ਦਾ ਸਵਰੂਪ ਜਿਸ ਦੇ ਹਿਰਦੇ ਦੇ ਅੰਦਰ ਆ ਕਰਕੇ ਵਸਦਾ ਹੈ। ਅਚਿੰਤ ਪਰਮਾਤਮਾ ਜੀ ਦਾ ਨਾਮ, ਨਾਮ ਦਾ ਸਿਮਰਨ ਅਭਿਆਸ, ਜਪਾ ਜਾਪ ਜਿਸ ਦੇ ਹਿਰਦੇ ਦੇ ਅੰਦਰ, ਮਨ ਤੋਂ ਭਾਵ ਹੈ ਹਿਰਦਾ, ਮਨ ਦੇ ਅੰਦਰ ਆ ਕਰਕੇ ਵਸਦਾ ਹੈ। ਅਜਪਾ ਜਾਪ ਨਾ ਵਿਸਰੈ ਆਦ ਜੁਗਾਦ ਸਮਾਏ। ਸੋ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਅਚਿੰਤ ਪਰਮਾਤਮਾ ਜੀ ਦਾ ਜਪਾ ਜਾਪ ਆ ਕਰਕੇ ਵਸਦਾ ਹੈ, ਤਾ ਕਉ ਚਿੰਤਾ ਕਤਹੁ ਨਾਹੇ। ਉਹਨਾਂ ਨੂੰ ਕਤਹੁ ਕਦਾਚਿਤ ਵੀ, ਕਿੰਚਿਤ ਵੀ, ਕਦੇ ਵੀ ਚਿੰਤਾ ਨਹੀਂ ਹੁੰਦੀ ਹੈ। ਨਾ ਜੰਮਣ ਮਰਨ ਦੀ ਚਿੰਤਾ, ਨਾ ਜਮਾਂ ਦੀ ਚਿੰਤਾ, ਨਾ ਵਿਕਾਰਾਂ ਦੀ ਚਿੰਤਾ। ਜੀਵ ਦੇ ਵਾਸਤੇ ਦੋ ਕਰਮ ਨੇ, ਜਾਂ ਚਿੰਤਾ ਕਰ ਲਵੇ ਤੇ ਜਾਂ ਫਿਰ ਚਿੰਤਨ ਕਰ ਲਵੇ। ਜਿਹੜੇ ਚਿੰਤਾ ਕਰਦੇ ਨੇ ਉਹਨਾਂ ਦੇ ਪਾਸੋਂ ਚਿੰਤਨ ਨਹੀਂ ਕੀਤਾ ਜਾਂਦਾ, ਤੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕਰ ਲੈਂਦੇ ਨੇ ਫਿਰ ਚਿੰਤਾ ਉਹਨਾਂ ਦੇ ਹਿਰਦੇ ਦੇ ਵਿੱਚ ਨਹੀਂ ਰਹਿ ਜਾਂਦੀ ਹੈ, ਜੀਵਨ ਵਿੱਚ ਨਹੀਂ ਰਹਿ ਜਾਂਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਦਾ ਚਿੰਤਨ ਕੀਤਾ ਨਾ, ਚਿੰਤਨ ਕਰਨੇ ਦੇ ਕਰਕੇ ਉਹ ਅਚਿੰਤ ਹੋ ਗਏ, ਹਿਰਦੇ ਦੇ ਅੰਦਰ ਅਚਿੰਤ ਪ੍ਰਮਾਤਮਾ ਜੀ ਵਸ ਗਏ। ਇਸ ਕਰਕੇ ਪਿਆਰਿਓ ਚਿੰਤਾਵਾਂ ਉਹਨਾਂ ਦੇ ਨੇੜੇ ਨਹੀਂ। ਜਾ ਕੇ ਅਚਿੰਤ ਵਸੈ ਮਨ ਆਏ। ਆ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅਚਿੰਤ ਹੀ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸਦਾ ਹੈ। ਤਾ ਕਉ ਚਿੰਤਾ ਕਤਹੁ ਨਾਹੇ। ਉਹਨਾਂ ਨੂੰ ਕਿੰਚਿਤ ਵੀ, ਕਦਾਚਿਤ ਵੀ, ਕਦੇ ਵੀ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿ ਜਾਂਦੀ ਹੈ। ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਵਾਹਿਗੁਰੂ ਜੀ ਆਪ ਜੂ ਲੈ ਲੈਂਦੇ ਨੇ। ਜਿਸ ਪ੍ਰਕਾਰ ਸੋਹਣਾ ਤੇ ਮੋਹਨਾ ਗੁਰੂ ਕੇ ਦਰ ਦੇ ਨਾਲੋਂ ਟੁੱਟ ਗਏ, ਪਰ ਮਾਤਾ ਜੀਤ ਕੌਰ ਜੀ ਨੇ ਸਿਰ ਦੇ ਉੱਪਰ ਹੱਥ ਰੱਖ ਦਿੱਤਾ, ਧੀਏ ਹੁਣ ਤੂੰ ਚਿੰਤਾ ਨਹੀਂ ਕਰਨੀ, ਤੇਰੀਆਂ ਸਾਰੀਆਂ ਚਿੰਤਾਵਾਂ ਅਸਾਂ ਜੂ ਲੈ ਲਈਆਂ ਨੇ। ਤੇ ਕਿਰਪਾ ਕਰਕੇ ਕਲਗੀਧਰ ਸਾਹਿਬ ਜੀ ਦੀ ਸੰਗਤ ਦੁਆਰਾ ਚਰਨਾਂ ਦੇ ਨਾਲ ਮੇਲ ਦੇਣਾ ਕੀਤਾ ਸੀ। ਇਸ ਪ੍ਰਕਾਰ ਸਾਰੀਆਂ ਚਿੰਤਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਅਥਵਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਜਿਨ੍ਹਾਂ ਦੀਆਂ ਲੈ ਲੈਂਦੇ ਨੇ। ਜਾ ਕੈ ਬਿਨਸਿਓ ਮਨ ਤੇ ਭਰਮਾ। ਸਿਮਰਨ ਦੀ ਬਰਕਤ ਦੇ ਨਾਲ, ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਦੇ ਨਾਲ ਜਿਨ੍ਹਾਂ ਦੇ ਮਨ ਦੇ ਉੱਪਰੋਂ ਸਰਬਤ ਪ੍ਰਕਾਰ ਦੇ ਭਰਮ ਹੀ ਨਾਸ਼ ਹੋ ਗਏ ਨੇ, ਕਿਸੇ ਪ੍ਰਕਾਰ ਦਾ ਭਰਮ ਹਿਰਦੇ ਵਿੱਚ ਰਹਿ ਹੀ ਨਹੀਂ ਗਿਆ। ਕਛੂ ਨਾਹੀ ਡਰ ਜਮਾ। ਉਹਨਾਂ ਨੂੰ ਕਿਸੇ ਪ੍ਰਕਾਰ ਜਮਾ ਦਾ ਵੀ ਡਰ ਨਹੀਂ ਰਹਿ ਜਾਂਦਾ ਹੈ। ਜਦੋਂ ਤੱਕ ਭਰਮ ਪਿਆ ਹੋਇਆ ਹੈ, ਜੀਵ ਅਤੇ ਬ੍ਰਹਮ ਦਾ ਭਰਮ, ਜਿਹੜਾ ਜੀਵ ਹੈ ਈਸ਼ ਨੂੰ ਅਥਵਾ ਬ੍ਰਹਮ ਨੂੰ ਆਪਣੇ ਤੋਂ ਵੱਖਰਾ ਸਮਝਦਾ ਹੈ, ਪਰਮਾਤਮਾ ਨੂੰ ਵੱਖਰਾ ਸਮਝਦਾ ਹੈ ਤੇ ਖੁਦ ਨੂੰ ਵੱਖਰਾ ਸਮਝਦਾ ਹੈ। ਜਦੋਂ ਤੱਕ ਵੱਖਰਾ ਸਮਝਦਾ ਉਦੋਂ ਤੱਕ ਵਖਰੇਵਾ ਬਣਿਆ ਰਹਿੰਦਾ ਹੈ, ਤੇ ਜਦੋਂ ਤੱਕ ਵਖਰੇਵਾ ਬਣਿਆ ਰਹਿੰਦਾ ਉਦੋਂ ਤੱਕ ਜੰਮਣ ਮਰਨ ਬਣਿਆ ਰਹਿੰਦਾ ਹੈ। ਜਦੋਂ ਇਹ ਭਰਮ ਮਿਟ ਜਾਂਦਾ ਫਿਰ ਭੇਦ ਮਿਟ ਜਾਂਦਾ ਹੈ। ਜਦੋਂ ਭੇਦ ਮਿਟ ਜਾਂਦਾ ਹੈ ਫਿਰ ਵਾਹਿਗੁਰੂ ਜੀ ਦੀ ਭੇਦਤਾ ਪ੍ਰਾਪਤ ਕਰ ਲੈਂਦਾ ਹੈ। ਜਦੋਂ ਭੇਦਤਾ ਪ੍ਰਾਪਤ ਕਰਦਾ ਫਿਰ ਜੰਮਣ ਮਰਨ ਮੁੱਕ ਜਾਂਦਾ ਹੈ। ਜਿਹਦਾ ਜੰਮਣ ਮਰਨ ਹੀ ਮੁੱਕ ਗਿਆ, ਹੁਣ ਜੰਮ ਥੋੜਾ ਨਾ ਨੇੜੇ ਆਉਣਗੇ। ਜੰਮ ਪਪੜੇ ਕੀ ਕਰ ਸਕਦੇ ਨੇ ਜਿਸ ਦਾ ਜੰਮਣ ਮਰਨ ਹੀ ਮੁੱਕ ਗਿਆ। ਤੇ ਜੇ ਸੁਤੇ ਸਿੱਧ ਆਪਣੀ ਸਵੈ ਇੱਛਾ ਦੇ ਨਾਲ ਧਰਮ ਰਾਜੇ ਦੀ ਪੁਰੀ ਦੇ ਅੰਦਰ ਵੀ ਗੁਰੂ ਕੇ ਪਿਆਰੇ ਚਲੇ ਜਾਣ
ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਜਮ ਡੰਡੌਤਾਂ ਕਰਦੇ ਨੇ, ਭੇਟਾ ਰੱਖ ਰੱਖ ਕੇ ਮੱਥੇ ਟੇਕਦੇ ਨੇ। ਆਪ ਜੀ ਦੇ ਦਰਸ਼ਨ ਗੁਰਸਿੱਖ ਜੀ ਸਾਨੂੰ ਹੋ ਗਏ, ਸਾਡਾ ਧੰਨ ਭਾਗ, ਸਾਡਾ ਆਪ ਜੀ ਦੇ ਦਰਸ਼ਨ ਕਰਕੇ ਜਨਮ ਸਫਲਾ ਹੋ ਗਿਆ। ਇਸ ਪ੍ਰਕਾਰ ਸੋ ਪਕੜਨ ਦੀ ਬਿਰਤੀ ਦੇ ਨਾਲ ਜਿਹੜੇ ਜਮ ਨੇ ਉਹਨਾਂ ਦੇ ਨੇੜੇ ਨਹੀਂ ਆਉਂਦੇ। ਸਜ਼ਾ ਦੇਣ ਦੀ ਬਿਰਤੀ ਦੇ ਨਾਲ ਜਮ ਵੀ ਤਿੰਨਾਂ ਦੇ ਨੇੜੇ ਨਹੀਂ ਆਉਂਦੇ ਹਨ। ਜਾ ਕੈ ਹਿਰਦੈ ਦੀਓ ਗੁਰ ਨਾਮ। ਜਿਸ ਦੇ ਹਿਰਦੇ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਨਾਮ ਦਾ ਸਿਮਰਨ ਬਖਸ਼ ਦਿੱਤਾ ਹੈ। ਜੋ ਸਤਿਗੁਰੂ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ ਹਿਰਦੇ ਦੇ ਅੰਦਰ ਨਾਮ ਨੂੰ ਆਰਾਧਨਾ ਕਰਦੇ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਇਸ ਪ੍ਰਕਾਰ ਜਿਨ੍ਹਾਂ ਦਾ ਹਿਰਦਾ ਰੰਗਿਆ ਗਿਆ ਹੈ, ਜਿਹੜੇ ਹਿਰਦੇ ਦੇ ਅੰਦਰ ਆਰਾਧਦੇ ਨੇ, ਰਸਨਾ ਦੇ ਨਾਲ ਜਪਦੇ ਨੇ, ਦਰਗਾਹ ਦੇ ਅੰਦਰ ਉਹ ਸੋਹਣਾ ਸਥਾਨ ਗੁਰ ਚਰਨਾਂ ਵਿਖੇ ਪ੍ਰਾਪਤ ਕਰ ਲੈਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਨਾਮ ਵਸਾ ਦਿੱਤਾ ਤੇ ਨਾਮ ਦਾ ਸਿਮਰਨ ਜੋ ਹਿਰਦੇ ਦੇ ਪਿਆਰ ਦੇ ਸਹਿਤ ਕਰਦੇ ਹਨ। ਕਹੋ ਨਾਨਕ ਤਾਂ ਕੈ ਸਗਲ ਨਿਧਾਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ, ਕਹੋ ਨਾਨਕ ਤਾਂ ਕੈ ਸਗਲ ਨਿਧਾਨਾ। ਉਹਨਾਂ ਨੂੰ ਸਾਰੇ ਹੀ ਖਜ਼ਾਨਿਆਂ ਦਾ ਜਿਹੜਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ ਤੇ ਇੱਥੇ ਪਾਠਨਾਮਾ ਅਤੇ ਨਿਧਾਨਾ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਨਿਧਾਨਾ ਖਜ਼ਾਨਾ, ਸਾਰਿਆਂ ਖਜ਼ਾਨਿਆਂ, ਸਾਰੀਆਂ ਨਿਧੀਆਂ ਦਾ ਮਾਲਕ, ਖਜ਼ਾਨਿਆਂ ਦਾ ਮਾਲਕ, ਦੌਲਤਾਂ ਦਾ ਮਾਲਕ, ਭੰਡਾਰਿਆਂ ਦਾ ਮਾਲਕ, ਬਰਕਤਾਂ ਦਾ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤਿੰਨਾਂ ਦੇ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਹੋ ਜਾਂਦਾ ਹੈ। ਕਹੋ ਨਾਨਕ ਤਾਂ ਕੈ ਸਗਲ ਨਿਧਾਨਾ। ਸਾਰੇ ਜਿਹੜੇ ਨਿਧਾਨੇ, ਨਿਧੀਆਂ ਦਾ ਖਜ਼ਾਨਾ ਨਾਮ ਹੈ, ਤਿੰਨਾਂ ਦੇ ਹਿਰਦੇ ਦੇ ਅੰਦਰ ਲਬਾ ਲਬ ਭਰਿਆ ਰਹਿੰਦਾ ਹੈ। ਅੰਤਰਗਤ ਤੀਰਥ ਮਲ ਨਾਓ। ਹਿਰਦੇ ਦੇ ਅੰਦਰ ਹੀ ਨਾਮ ਰੂਪੀ ਤੀਰਥ ਲਬਾ ਲਬ ਨਿਧਾਨਾ ਖਜ਼ਾਨਾ ਭਰਿਆ ਰਹਿੰਦਾ ਹੈ। ਅੰਤਰ ਆਤਮਿਕ ਇਸ ਦੇ ਅੰਦਰ ਇਸ਼ਨਾਨ ਕਰਦੇ ਨੇ, ਸਾਰੀਆਂ ਮੈਲਾਂ ਇਹਨਾਂ ਦੀਆਂ ਉਤਰ ਜਾਂਦੀਆਂ ਨੇ, ਦੁੱਖ ਰੋਗ ਸੰਤਾਪ ਉਤਰ ਜਾਂਦੇ ਨੇ, ਜੰਮਣ ਮਰਨ ਮਿਟ ਜਾਂਦਾ ਹੈ, ਵਾਹਿਗੁਰੂ ਜੀ ਦੀ ਭੇਦਤਾ ਪ੍ਰਾਪਤ ਕਰਦੇ ਨੇ, ਜੰਮਾਂ ਦਾ ਜਾਲ ਟੁੱਟ ਜਾਂਦਾ ਹੈ, ਵਿਕਾਰਾਂ ਦੇ ਜਾਲ ਟੁੱਟ ਜਾਂਦੇ ਨੇ, ਰਸਾਂ ਕਸਾਂ ਦੀ ਚਾਹਤ ਨਹੀਂ ਰਹਿੰਦੀ, ਵਿਕਾਰ ਤਿੰਨਾਂ ਦੇ ਨੇੜੇ ਨਹੀਂ ਆਉਂਦੇ, ਜਮਕਾਲ ਨੇੜੇ ਨਹੀਂ ਆਉਂਦਾ ਤੇ ਜੰਮ ਭੇਟਾ ਰੱਖ ਕੇ ਮੱਥਾ ਟੇਕਦੇ ਨੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਭਾਣੇ ਦੇ ਅੰਦਰ ਰਹਿ ਕਰਕੇ, ਮਰਿਆਦਾ ਦੇ ਅੰਦਰ ਰਹਿ ਕਰਕੇ, ਨਾਮ ਰਸੀਏ ਹੋ ਕਰਕੇ ਨਾਮ ਦਾ ਸਿਮਰਨ ਕਰਦੇ ਨੇ, ਨਾਮ ਜਪਦੇ ਨੇ, ਸਦਾ ਸਤਿਗੁਰੂ ਜੀ ਦੇ ਚਰਨਾਂ ਦੇ ਸਨਮੁਖ ਰਹਿ ਕਰਕੇ ਸੇਵਾਦਾਰ ਬਣ ਕਰਕੇ ਚਾਕਰੀ ਕਰਦੇ ਨੇ। ਐਸੀ ਨਾਮ ਦੀ ਵਡਿਆਈ ਗੁਰਸਿੱਖਾਂ ਦੀ ਬੇਨਤੀ ਕਰਨੇ ਤੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਫਰਮਾਨ ਕਰਕੇ ਉਪਦੇਸ਼ ਦੀ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਤਿਗੁਰੂ ਜੀ ਦਾ ਪਾਵਨ ਗੁਰ ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸੰਬੰਧਿਤ ਅਤੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਦੀ ਨਜ਼ਰ ਕਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਤਖਤਾਂ ਤੇ ਸੁਭਾਇਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਤਿਗੁਰੂ ਜੀ ਦੀ ਸਮੂਹ ਸੰਗਤ ਕਿਰਪਾਲਤਾ ਕਰਕੇ ਬਖਸ਼ਣਯੋਗ ਹੈ। ਬਖਸ਼ ਲੈਣਾ, ਅੱਗੇ ਵਾਸਤੇ ਸੁਮੱਤ ਬਖਸ਼ਣੀ। ਗੁਰ ਚਰਨਾਂ ਵਿਖੇ ਅਰਜ਼ੋਈ ਕਰੀਏ ਸੱਚੇ ਪਾਤਸ਼ਾਹ, ਜੋ ਆਪ ਜੀ ਦੇ ਗੁਣ ਵਡਿਆਈ ਇਤਿਹਾਸ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕੀਤੀ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ, ਜਿਸ ਦੇ ਨਾਲ ਆਪ ਜੀ ਦੇ ਚਰਨਾਂ ਵਿਖੇ ਪ੍ਰਵਾਨ ਚੜ ਜਾਈਏ, ਆਪ ਜੀ ਦੇ ਸਨਮੁਖ ਰਹਿ ਕਰਕੇ ਸਾਡਾ ਜੀਵਨ ਸਫਲਾ ਹੋ ਜਾਵੇ। ਹਜ਼ੂਰ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਯਾਤਰਾਵਾਂ ਸਫਲੀਆਂ ਕਰਨ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਾ ਕੈ ਹਿਰਦੈ ਦੀਓ ਗੁਰ ਨਾਮਾ। ਕਹੋ ਨਾਨਕ ਤਾਕੈ ਸਗਲ ਨਿਧਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निदान जाकै सदा विवेक। हे अपरंपर हर हरे हह पी होवनहार।
हे संतह कै सदा संग निधारा आधार। हे ठाकुर हव दासरो मैं निर्गुण गुण नहीं कोई। नानक दीजै नाम दान राखो हियै परोई। आई प्रभ सरनागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो उतरै पार। जो सरदा कर सेम दे गुर पार उतारन हार। कथा निता प्रत होत है सुनो सुसिंग सुजान। नानक गुरु गोबिंद सिंह जी सदा कर कल्याण। नानक गुरु गोबिंद सिंह जी सदा कर कल्याण। वाहिगुरु जी का खालसा वाहिगुरु जी की फतेह। गज के जयकारा जावे सो निहाल हो जावे। सत श्री अकाल। गुरबर अकाल देग तेग फतेह गुरु पंथ खालसे दे। चढ़दी कला रखनी सच्चे पातशाह जी महाराज।